ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। G20 ਤੋਂ ਬਾਅਦ ਬਹੁਤ ਸਾਰੇ ਪਰਿਵਰਤਨ ਆ ਰਹੇ ਨੇ ਪੂਰੀ ਦੁਨੀਆ ਦੀ ਰਾਜਨੀਤੀ ਦੇ ਵਿੱਚ। ਅਮਰੀਕਾ ਅੱਗੇ ਵਧਿਆ ਹੈ ਨੇਪਾਲ ਦੀ ਮਦਦ ਵਾਸਤੇ $20 ਮਿਲੀਅਨ ਦੀ ਸਹਾਇਤਾ ਦਾ ਐਲਾਨ। ਸੋ ਇਸ ਦੇ ਨਾਲ ਕਾਫੀ ਮਦਦ ਮਿਲੇਗੀ ਨੇਪਾਲ ਨੂੰ, ਕਿਉਂਕਿ ਕਾਫੀ ਪਿਛੜਿਆ ਹੋਇਆ ਮੁਲਕ ਹੈ ਇਕਨੋਮਿਕਲੀ, ਸਾਡੇ ਭਾਰਤ ਦਾ ਗੁਆਂਢੀ ਹੈ। ਔਰ ਚੀਨ ਦਾ ਹਮੇਸ਼ਾ ਕੋਈ ਨਾ ਕੋਈ ਪੇਚਾ ਪਿਆ ਹੀ ਰਹਿੰਦਾ ਨੇਪਾਲ ਨੂੰ ਲੈ ਕੇ, ਔਰ ਹਮੇਸ਼ਾ ਇਹੀ ਕਹਿੰਦਾ ਰਹਿੰਦਾ ਕਿ ਇਹ ਨੇਪਾਲ ਵੀ ਸਾਡੀ ਧਰਤੀ ਹੈ, ਸਾਡਾ ਹਿੱਸਾ ਹੈ। ਚੀਨ ਦਾ ਹਿੱਸਾ ਤੇ ਸਾਰੀ ਦੁਨੀਆ ਹੈ ਨਾ, ਕਿਉਂਕਿ ਸੋਚ ਹੀ ਇਹ ਹੈ ਚੀਨ ਦੀ ਕਿ ਅਸੀਂ ਦੁਨੀਆ ਦੇ ਬਿਲਕੁਲ ਵਿਚਕਾਰ ਹਾਂ ਤੇ ਸਾਰੀ ਦੁਨੀਆ ਦੇ ਮਾਲਿਕ ਹਾਂ ਤੇ ਸਾਰੀ ਦੁਨੀਆ ਸਾਡਾ ਹਿੱਸਾ ਹੈ ਤੇ ਸਾਰੀ ਦੁਨੀਆ ਨੂੰ ਸਾਨੂੰ ਝੁੱਕ ਕੇ ਸਲਾਮ ਕਰਨਾ ਚਾਹੀਦਾ। ਇਸ ਸੋਚ ਦੇ ਨਾਲ ਹੀ ਡਰੈਗਨ ਅੱਗੇ ਵੱਧਦਾ ਤੇ ਆਪਣੀਆਂ ਸਾਰੀਆਂ ਨੀਤੀਆਂ ਬਣਾਉਂਦਾ ਹੈ। ਔਰ ਅਮਰੀਕਾ ਨੇ ਇਸ ਗੱਲ ਦੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਚੀਨ ਨਾਲ ਸਾਡੀ ਹਮੇਸ਼ਾ ਸ਼ਾਂਤੀ ਬਣੀ ਰਵੇ, ਪਰ ਜੇ ਚੀਨ ਮਰਿਆਦਾ ਦਾ ਉਲੰਘਣ ਕਰੇਗਾ ਤਾਂ ਸਾਨੂੰ ਜਵਾਬ ਦੇਣਾ ਪਏਗਾ। ਔਰ ਇਹ US ਨੇ ਗੱਲ ਕੀਤੀ ਹੈ ਯੂਨਾਈਟਿਡ ਨੇਸ਼ਨਸ ਦੇ ਪਲੇਟਫਾਰਮ ਤੋਂ। ਦੂਜੀ ਗੱਲ ਜੋ ਜ਼ਿਆਦਾ ਮਗੀ ਹੋਈ ਹੈ ਉਹ ਹੈ ਕਿ ਕੈਨੇਡਾ ਤੇ ਭਾਰਤ ਦਾ ਆਪਸ ਦੇ ਵਿੱਚ ਜੋ ਇਸ ਵਕਤ ਗਰਮਾ ਗਰਮੀ ਦਾ ਮਾਹੌਲ ਬਣਿਆ ਹੋਇਆ, ਔਰ ਦੋਵਾਂ ਦੇ ਡਿਪਲੋਮੈਟਸ ਨੂੰ ਵੱਖੋ-ਵੱਖ ਦੇਸ਼ਾਂ ਦੇ ਜਿਹੜੇ ਡਿਪਲੋਮੈਟਸ ਨੇ ਉਹ ਵੀ ਦੇਖਦੇ ਪਏ ਨੇ ਕਿ ਇਹ ਕਿੱਦਾਂ ਦੀਆਂ ਕਾਰਵਾਈਆਂ ਹੁੰਦੀਆਂ ਪਈਆਂ ਨੇ। ਔਰ ਦੋਵੇਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਵਾਪਸ ਵੀ ਭੇਜ ਦਿੱਤਾ ਹੈ ਆਪਣੇ ਆਪਣੇ ਦੇਸ਼। ਔਰ ਅੱਗੇ ਵੀਜ਼ੇ ਦਾ ਕੀ ਬਣੇਗਾ, ਇਹ ਵੀ ਮਾਮਲਾ ਹਜੇ ਖਟਾਈ ਵਿੱਚ ਹੈ, ਕਿਉਂਕਿ ਹਜੇ ਵੀਜ਼ੇ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜੋ ਕੈਨੇਡਾ ਤੇ ਭਾਰਤ ਦੇ ਆਪਸ ਦੇ ਸੰਬੰਧ ਨੇ। ਯਾਨੀ G20 ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਦੇ ਵਿੱਚ ਗਰਮਾਹਟ ਆ ਚੁੱਕੀ ਹੈ। ਟਰੂਡੋ ਸਾਹਿਬ ਬਿਆਨ ਇਹ ਵੀ ਦਿੰਦੇ ਨੇ ਕਿ ਮੈਂ ਭਾਰਤ ਤੋਂ ਪਹਿਲਾਂ ਵੀ ਮਦਦ ਮੰਗੀ, ਖੂਫੀਆ ਏਜੰਸੀਜ਼ ਤੋਂ ਵੀ ਮਦਦ ਮੰਗੀ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਸ਼ਾਂਤੀ ਰੱਖਣੀ ਹੈ ਹਮੇਸ਼ਾ ਵਾਸਤੇ ਔਰ ਹਰ ਤਰ੍ਹਾਂ ਨਾਲ, ਔਰ ਜੋ ਵੀ ਸਾਡੇ ਦੇਸ਼ ਦੇ ਵਿੱਚੋਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਸਟੈਪ ਲਵਾਂਗੇ, ਹਾਰਡ ਸਟੈਪ ਲਵਾਂਗੇ, ਔਰ ਇਹਦੇ ਵਿੱਚ ਸਾਨੂੰ ਭਾਰਤ ਦੀ ਮਦਦ ਚਾਹੀਦੀ ਹੈ। ਟਰੂਡੋ ਸਾਹਿਬ ਇਹ ਵੀ ਕਹਿ ਚੁੱਕੇ ਨੇ। ਸੋ ਇਹ ਪਾਰਲੀਮੈਂਟ ਦੇ ਵਿੱਚ ਗੱਲਾਂ ਹੋਈਆਂ ਨੇ ਕੈਨੇਡਾ ਦੀਆਂ, ਔਰ ਭਾਰਤ ਵੀ ਸਖਤ ਰੁਖ ਅਪਣਾ ਕੇ ਬੈਠਾ ਹੈ। ਹੁਣ ਇਹ ਗੱਲਾਂ ਕਿੱਧਰ ਪਹੁੰਚਦੀਆਂ ਨੇ ਇਹ ਸਾਡਾ ਅੱਜ ਦਾ ਮਸਲਾ ਰਹੇਗਾ, ਔਰ ਇੱਥੋਂ ਹੀ ਅਸੀਂ ਮਸਲੇ ਦੀ ਸ਼ੁਰੂਆਤ ਕਰਨ ਲੱਗੇ ਹਾਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕਹਿੰਦੇ ਨੇ ਕਿ ਤਕੜਾ ਬੰਦਾ ਮਾੜੇ ਨੂੰ ਦਿੰਦਾ, ਔਰ ਉਹੀ ਇੱਕ ਹੋਰ ਤਕੜਾ ਜਿਹੜਾ ਮਾੜੇ ਕੋਈ ਚੀਜ਼ ਖੋਹ ਲੈਂਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਮਰੀਕਾ ਨੇ ਨੇਪਾਲ ਨੂੰ ਸਹੂਲਤਾਂ ਔਰ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ G20 ਦੇ ਅਕੋਰਡਿੰਗ। ਔਰ ਉਹਦੇ ਵਿੱਚ ਕਿਉਂਕਿ ਸਾਡਾ ਗੁਆਂਢੀ ਦੇਸ਼ ਹੈ, ਉਹਦੇ ਵਿੱਚ ਕਾਫੀ ਗਰੀਬੀ ਵੀ ਹੈ ਔਰ ਡਿਵੈਲਪਿੰਗ ਕੰਟਰੀ ਹੈ। ਔਰ ਚਾਈਨਾ ਦੂਜੇ ਪਾਸੇ ਕੋਈ ਇਹ ਚੀਜ਼ਾਂ ਖੋਲ ਰਿਹਾ, ਉਹ ਕਹਿੰਦਾ ਮੇਰਾ ਦੇਸ਼, ਔਰ ਬਾਕੀ ਦੇਸ਼ਾਂ ਜਿੱਦਾਂ ਤੁਸੀਂ ਦੱਸਿਆ ਵੀ ਸਾਰੀ ਦੁਨੀਆ ਕਹਿੰਦੇ ਮੇਰੀ ਆ। ਪਹਿਲਾਂ ਉਹਨੂੰ ਆਪਣੀ ਕੰਟਰੋਲ ਕਰਨਾ ਚਾਹੀਦਾ ਆਬਾਦੀ 'ਤੇ, ਜਿਹੜੀ ਜਨਗਣਨਾ ਇੰਨੀ ਵਧਾ ਬੈਠਾ ਵਾ, ਇਸੇ ਕਰਕੇ ਉਹ ਆਸੇ ਪਾਸੇ ਹੱਥ ਮਾਰ ਰਿਹਾ। ਧਰਤੀ ਥੋੜ੍ਹੀ ਆ, ਹੁਣ ਉਹਨੂੰ ਖਲੋਣ ਲਈ ਜਗ੍ਹਾ ਵੀ ਹੈ ਨਹੀਂ ਆਪਣੀ ਧਰਤੀ 'ਤੇ, ਕਿਉਂਕਿ ਇੰਨਾ ਜਿਹੜੀ ਜ਼ਿਆਦਾ ਜਨਗਣਨਾ ਜ਼ਿਆਦਾ ਆਬਾਦੀ ਹੋ ਗਈ ਆ। ਹੁਣ ਇਸ ਕਰਕੇ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਡੰਡੇ ਮਾਰ ਕੇ ਜਾਂ ਚਪੇੜਾ ਮਾਰ ਕੇ ਜਗ੍ਹਾ ਲੈ ਲੂਗਾ। ਜਗ੍ਹਾ ਖਰੀਦਿਆ ਮਿਲਦੀ ਆ, ਪਾਵਰ ਨਾਲ ਨਹੀਂ ਮਿਲਦੀ। ਜਿਹੜੀ ਜਗ੍ਹਾ ਤੁਸੀਂ ਪੈਸਾ ਖਰਚੋਗੇ, ਜੇ ਤੁਸੀਂ ਆਪਣੇ ਪਲਾਟ ਦੇ ਨਾਲ ਦਾ ਪਲਾਟ 'ਤੇ ਜਾ ਕੇ ਕਬਜ਼ਾ ਮਾਰ ਲਓਗੇ, ਚ ਲੱਕੜਾਂ ਰੱਖ ਦਿਓ, ਗਿੱਟਾਂ ਰੱਖ ਦਿਓ, ਤੇ ਤੁਹਾਡਾ ਨਹੀਂ ਹੋ ਜਾਂਦਾ। ਉਹ ਪਲਾਟ ਉਹਦੇ ਨਾਂ 'ਤੇ ਆ ਜਿਹਦੇ ਨਾਂ ਤੇ ਰਜਿਸਟਰੀ ਬੋਲਦੀ ਹੈ। ਰਜਿਸਟਰੀ ਦਾ ਮਤਲਬ ਉਹ ਵੀ ਦੇਸ਼ ਨੇ ਜਿਨ੍ਹਾਂ ਦੇ ਨਾਂ 'ਤੇ ਪ੍ਰਭੂਸੱਤਾ ਸਵਰਨਟੀ ਬੋਲਦੀ ਆ, ਉਹ ਕਿਸ ਤਰ੍ਹਾਂ ਇਹਨਾਂ ਨੂੰ ਦੇ ਦੇਣਗੇ। ਔਰ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ G20 ਤੋਂ ਬਾਅਦ ਪੂਰੇ ਵਿਸ਼ਵ ਵਿੱਚ ਕਈ ਤਬਦੀਲੀਆਂ ਆ ਗਈਆਂ, ਬਹੁਤ ਰੱਦੋ ਬਦਲ ਹੋ ਗਈ ਔਰ ਹਫੜਾ ਦਫੜੀ ਵੀ ਹੋਈ ਆ, ਮਾਰ ਧਾੜ ਵੀ ਹੋ ਰਹੀ ਆ। ਔਰ ਕਿਤੇ ਸ਼ਾਂਤੀ ਹੁੰਦੀ ਹੈ ਕਿਸੇ ਵੇਲੇ, ਉਹਨਾਂ ਹੀ ਲੋਕਾਂ ਦੇ ਵਿੱਚ ਜਿਹੜੇ ਲੋਕ ਸ਼ਾਂਤ ਰਹਿਣਾ ਚਾਹੁੰਦੇ ਆ ਜਾਂ ਬਹੁਤ ਵਧੀਆ ਤਰੀਕੇ ਨਾਲ ਰਹਿਣਾ ਚਾਹੁੰਦੇ ਆ, ਉਹਦੇ ਵਿੱਚ ਹੀ ਜਿਹੜੀ ਉਹ ਸਾਰੀਆਂ ਚੀਜ਼ਾਂ ਭੰਗ ਹੋ ਜਾਂਦੀਆਂ ਅਤੇ ਸ਼ਾਂਤੀ ਦਾ ਮਿਆਰ ਜਿਹੜਾ ਉਹ ਰੁਲ ਜਾਂਦਾ। ਬਿਲਕੁਲ ਰੁਲ ਜਾਂਦਾ ਹੈ। ਤੇ ਕੈਨੇਡਾ ਤੇ ਭਾਰਤ ਦੇ ਵਿੱਚ ਵੀ ਜਿਹੜੀ ਤਣਾਅ ਦੀ ਸਥਿਤੀ ਬਣੀ ਹੋਈ ਹੈ ਉਹਦੇ ਬਾਰੇ ਵੀ ਹੁਣ ਆਪਾਂ ਗੱਲਬਾਤ ਕਰਾਂਗੇ ਜ਼ਰੂਰ ਕਿ ਇਹਦਾ ਕੀ ਪਿਛੋਕੜ ਹੈ, ਜਿੰਨਾ ਵੀ ਅਸੀਂ ਕਰ ਸਕਦੇ ਹਾਂ, ਜੋ ਵੀ ਸਾਡੇ ਕੋਲ ਰਿਪੋਰਟਸ ਪਹੁੰਚੀਆਂ ਨੇ। ਔਰ ਜੋ ਵੀਜ਼ਾ ਲੈ ਕੇ ਹਮੇਸ਼ਾ ਲੋਕ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਇੰਟਰਸਟਿਡ ਰਹਿੰਦੇ ਨੇ ਕੈਨੇਡਾ ਜਾਣ ਦੇ ਲਈ, ਕਿਉਂਕਿ ਕੈਨੇਡਾ ਦੇ ਵਸਿਆ ਹੀ ਭਾਰਤੀਆਂ ਦੇ ਨਾਲ ਹੋਇਆ ਹੈ, ਕੈਨੇਡਾ ਦਾ ਵਸਿਆ ਹੀ ਪੰਜਾਬੀਆਂ ਦੇ ਨਾਲ ਹੋਇਆ ਹੈ। ਹੁਣ ਇਹ ਜਿਹੜੀ ਸਥਿਤੀ ਪੈਦਾ ਹੋ ਗਈ ਹੈ ਕਿ ਵੀਜ਼ੇ ਦੇ ਉੱਤੇ ਵੀ ਰੋਕਥਾਮ ਔਰ ਤਣਾਅ ਵੀ ਬਣਿਆ ਹੋਇਆ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਿਚਕਾਰ। ਸੋ ਇਹ ਸਾਰੀ ਗੱਲਬਾਤ ਕਿੱਧਰ ਪਹੁੰਚਦੀ ਪਈ ਆ। ਜਦੋਂ ਕਿ ਇਹ ਗੱਲ ਹੋਈ, ਟਰੂਡੋ ਸਾਹਿਬ ਨੇ ਜਿਹੜਾ ਇੱਕ ਬਿਆਨ ਦਿੱਤਾ ਸੀ, ਐਲਾਨ ਕੀਤਾ ਸੀਗਾ ਵਾਈਟ ਹਾਊਸ ਤੋਂ, ਉਦੋਂ ਬਾਅਦ ਇਹਦੇ 'ਤੇ ਜਿਹੜੀ ਪ੍ਰਤੀਕਿਰਿਆ ਉਹ ਬੜੀ ਤਰ੍ਹਾਂ ਦੀ ਹੋ ਗਈ ਔਰ ਬੜੀ ਟੇਢੀ ਮੇਢੀ ਹੋ ਗਈ। ਔਰ ਉਦੋਂ ਬਾਅਦ ਸਾਰੇ ਪਾਸੇ ਜਿਹੜੀ ਰਾਜਨੀਤੀ ਆ ਉਹ 'ਚ ਰੌਲਾ ਰੱਪਾ ਪੈ ਗਿਆ। ਔਰ ਇਮੀਡੀਏਟਲੀ ਜਿਹੜੇ ਉੱਥੋਂ ਦੇ ਡਿਪਲੋਮੈਟ ਸੀਗੇ, ਆਪਾਂ ਭਾਰਤ ਨੇ ਕਹਿਤਾ ਕਿ 5 ਘੰਟਿਆਂ ਦੇ ਵਿੱਚ ਇੱਥੋਂ ਆਪਣਾ ਬਿਸਤਰਾ ਗੋਲ ਕਰ ਲੈਣ। ਉਹੀ ਦੁਬਾਰਾ
ਕੈਨੇਡਾ ਨੇ ਕਹਿ ਦਿੱਤਾ, ਜਿੰਨੇ ਵੀ ਸਫਾਰਤਖਾਨੇ ਵਾਲੇ ਜਿਹੜੇ ਐਮਬੈਸੀ ਵਾਲੇ ਜਾਂ ਜਿਹੜੇ ਸਾਡੇ ਕੌਂਸੂਲੇਟ ਜਨਰਲ ਸੀਗੇ ਜਿਹੜੇ ਉੱਥੇ ਬੈਠੇ ਸੀ ਰਾਜਦੂਤ, ਉਹਨਾਂ ਨੇ ਕਿਹਾ ਕਿ ਤੁਸੀਂ ਚੱਲ ਜਾਓ, ਅਤੇ ਉੱਧਰੋਂ ਵੀ ਕਹਿ ਦਿਓ। ਇਹੀ ਸਬੰਧ ਹੁੰਦੇ ਆ। ਹੋਰ ਸਬੰਧ ਕੀ ਹੈ ਕਿ ਸਾਡੇ ਕਰਮਚਾਰੀ, ਸਾਡੇ ਅਧਿਕਾਰੀ ਉੱਧਰ ਬੈਠੇ ਆ ਔਰ ਉਹਨਾਂ ਦੇ ਇੱਧਰ ਬੈਠੇ ਆ। ਦੂਜਾ ਕਰ ਦਿੱਤਾ ਸਾਡੀ ਇੰਡੀਆ ਵਾਲਿਆਂ ਨੇ, ਸਾਡੇ ਵਿਦੇਸ਼ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਨਾਗਰਿਕ ਨੇ ਉਹਨਾਂ ਦਾ ਵੀਜ਼ਾ ਬੰਦ ਕਰ ਦਿਓ ਫੌਰੀ ਤੌਰ 'ਤੇ, ਜਿਹੜੇ ਨਾਗਰਿਕ ਇੱਧਰ ਆਉਣਾ ਚਾਹੁੰਦੇ ਸੀ। ਔਰ ਇਹਨਾਂ ਨੂੰ ਇਹ ਨਹੀਂ ਭਲਿਆ ਮਾਨਸਾਂ ਨੂੰ ਪਤਾ ਕਿ ਨਾਗਰਿਕ ਤਾਂ ਸਾਡੇ ਬੈਠੇ ਉੱਥੇ ਇੰਡੀਅਨ ਆ, ਉਹਨਾਂ ਦੇ ਰਿਸ਼ਤੇਦਾਰ ਇੱਥੇ ਆ, ਉਹਨਾਂ ਦਾ ਭੌਂ ਭਾਂਡਾ ਇੱਥੇ, ਜ਼ਮੀਨ ਇੱਥੇ, ਅਤੇ ਕਿਹਨਾਂ ਨੂੰ ਬੰਦ ਕੀਤਾ? ਕੈਨੇਡੀਅਨ ਤਾਂ ਇੱਥੇ ਆਉਣਗੇ ਨਹੀਂ, ਕੈਨੇਡੀਅਨ ਨੂੰ ਕੀ ਲੋੜ ਆ? ਅਸੀਂ ਉਹਨਾਂ ਦੀ ਧਰਤੀ 'ਤੇ ਜਾ ਰਹੇ ਹਾਂ, ਅਸੀਂ ਵਪਾਰ ਕਰ ਰਹੇ ਹਾਂ, ਅਸੀਂ ਬਾਗ ਬਗੀਚੇ ਲਏ, ਅਸੀਂ ਜਹਾਜ਼ ਚਲਾ ਰਹੇ ਹਾਂ, ਅਸੀਂ ਕੰਮ ਕਰ ਰਹੇ ਹਾਂ। 14 ਲੱਖ ਦਾ ਮੁੰਡਾ ਸਾਡਾ ਉੱਥੇ ਗਿਆ, ਜਿਹੜਾ ਉਹਨਾਂ ਦੀ ਕੁੱਲ ਆਬਾਦੀ ਦਾ 3.2 ਹੈ, ਜਿਹਦੇ ਵਿੱਚ ਅਸੀਂ ਉੱਥੇ ਬੈਠੇ ਹਾਂ। ਔਰ ਉਹ ਤੋਂ ਬਾਅਦ ਨਵੰਬਰ ਦੇ ਵਿੱਚ ਫਿਰ ਆ ਰਿਹਾ ਇਹਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਸੈਸ਼ਨ ਆ ਰਿਹਾ, ਨਵੰਬਰ ਤੋਂ ਬਾਅਦ ਮਈ 'ਚ ਆ ਰਿਹਾ। ਬੱਚੇ ਪਹਿਲਾਂ ਤਿਆਰ ਬੈਠੇ ਆ, ਉਹਦੇ ਵਿੱਚ ਬੱਚਿਆਂ ਨੇ ਆਪਣੀ ਸਟੱਡੀ ਲਈ ਜਾਂਦੇ ਉੱਥੇ ਜਿਹੜਾ ਵੀਜ਼ਾ ਲਵਾ ਰਹੇ, ਸਟੱਡੀ ਵੀਜ਼ਾ। ਔਰ ਉਸ ਤੋਂ ਬਾਅਦ ਜਿੰਨੇ ਵੀ ਲੋਕ ਉਹਨਾਂ ਨੇ ਆਉਣਾ ਸੀ, ਹੁਣ ਆ ਕੇ, ਹੁਣ ਦੀਵਾਲੀ ਆ, ਦੀਵਾਲੀ ਦਾ ਤਿਉਹਾਰ ਆ ਰਿਹਾ, ਵਿਆਹ ਸ਼ਾਦੀਆਂ, ਉਹਨਾਂ ਨੂੰ ਅਟੈਂਡ ਕਰਨ ਲਈ ਲੋਕਾਂ ਨੇ ਆਉਣਾ ਸੀਗਾ, ਇੱਕਦਮ ਹੀ ਐਲਾਨ ਕਰ ਦਿੱਤਾ। ਜਦੋਂ ਕਿ ਲਾਈਵ ਕੱਲ੍ਹ ਹੋ ਕੇ ਬੋਲਿਆ ਜਸਟਿਨ ਟਰੂਡੋ ਨੇ ਕਿ ਸਾਨੂੰ ਭਾਰਤ ਦੀ ਹਮਾਇਤ ਚਾਹੀਦੀ ਹੈ, ਭਾਰਤ ਤੇ ਜਿਹੜੀ ਇੱਥੋਂ ਦੀ ਵਿਦੇਸ਼ ਮੰਤਰੀ ਨੇ ਜਾਂ ਇੱਥੋਂ ਦੀ ਸਰਕਾਰ ਹੈ ਮਿਲ ਕੇ ਸਾਡੇ ਨਾਲ ਕੰਮ ਕਰਨ, ਕਿਉਂਕਿ ਜਿਹੜੀਆਂ ਸ਼ਰਾਰਤੀ ਅਨਸਰ ਬੈਠੇ ਨੇ ਉੱਥੇ ਉਹ ਸਾਡੇ ਜਾਂਦੇ ਸ਼ਾਂਤੀ ਭੰਗ ਕਰਦੇ ਆ। ਐਡਵਾਈਜ਼ਰੀ ਜਿਹੜੀ ਇਹਨਾਂ ਦਿੱਤੀ ਸੀ ਉਹਨਾਂ ਨੇ ਖਾਰਜ ਕਰ ਦਿੱਤਾ ਟਰੂਡੋ ਨੇ। ਉਹਦਾ ਨਹੀਂ, ਸਾਡਾ ਦੇਸ਼ ਤਾਂ ਸਿਕਿਉਰ ਆ, ਸਾਡੇ ਦੇਸ਼ ਦਾ ਕਿਸੇ ਨਾਲ ਕੋਈ ਝਗੜਾ ਨਹੀਂ, ਸਾਡਾ ਅਮਰੀਕਾ ਨਾਲ ਤਾਂ ਬਹੁਤ ਭਰਾਵਾਂ ਵਾਲਾ ਸੰਬੰਧ ਆ, ਔਰ ਸਾਨੂੰ ਕਿਹਦਾ ਖਤਰਾ ਹੈਗਾ? ਐਡਵਾਈਜ਼ਰੀ ਕਾਹਦੇ ਲਈ? ਇਹਨਾਂ ਕਿਹਾ ਤੁਸੀਂ ਚੁਕੰਨੇ ਹੋ ਜਾਓ, ਅਲਰਟ ਹੋ ਜਾਓ। ਇਹ ਕਾਹਦੇ ਲਈ ਚੁਕੰਨੇ ਹੋਣਾ? ਔਰ ਉਹਨਾਂ ਵੀ ਐਡਵਾਈਜ਼ਰੀ ਦਿੱਤੀ, ਉਹਨਾਂ कहता J&K ਔਰ ਮਣੀਪੁਰ ਜਿਹੜਾ ਏਰੀਆ ਇਹਨਾਂ 'ਚ ਨਹੀਂ ਜਾਓਗੇ। ਜਦੋਂ ਕਿ ਸਾਡੀ ਤਾਂ ਸ਼ਾਂਤੀ ਭੰਗ ਹੋਈ ਹੈ, ਉੱਧਰ ਇੱਦਾਂ ਦੀ ਕੈਨੇਡਾ ਨਹੀਂ ਗੱਲ ਹੈਗੀ। ਸਾਡੇ ਬੱਚੇ ਉੱਥੇ ਜਾ ਰਹੇ, ਸਾਡੇ ਬੱਚਿਆਂ ਨੂੰ ਅਸੀਂ ਸਾਡੇ ਮਾਪਿਆਂ ਨੇ ਇਸ ਕਰਕੇ ਭੇਜਿਆ। ਇੱਥੇ ਨਸ਼ੇ ਦੀ ਲਾਹਨਤ ਆ ਗਈ, ਬੇਰੁਜ਼ਗਾਰੀ ਆ ਗਈ, ਕਈ ਚੀਜ਼ਾਂ ਆ ਗਈਆਂ, ਤਦੇ ਅਸੀਂ ਬੱਚਿਆਂ ਨੂੰ ਉੱਧਰ ਭੇਜਤਾ। ਦੂਜੇ ਪਾਸੇ ਦੋਵਾਂ ਗੌਰਮੈਂਟਾਂ ਵੱਲੋਂ ਜੇ ਬੈਠ ਕੇ ਇਕਸਾਰ ਗੱਲਬਾਤ ਹੋ ਜਾਂਦੀ ਹੈ ਤਾਂ ਵਧੀਆ ਗੱਲ ਹੈ। ਆਪਣੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ, ਸੂਬਾ ਪ੍ਰਧਾਨ ਵੜਿੰਗ ਜੀ, ਅਮਰਿੰਦਰ ਵੜਿੰਗ ਜੀ, ਉਹਨਾਂ ਨੇ ਕਹਿ ਦਿੱਤਾ ਕਿ ਦੋਵਾਂ ਸਰਕਾਰਾਂ ਨੂੰ ਬਹਿ ਕੇ ਆਪਣੀ ਗੱਲ ਦਾ ਜਿਹੜਾ ਹੈਗਾ ਇਸ ਸਾਰਾ ਕੁਝ ਕਿਸੇ ਨੇ ਪਾਸੇ ਲਾ ਨਿਪਟਾਰਾ ਕਰਨਾ ਚਾਹੀਦਾ, ਕੱਢ ਲੈਣਾ ਚਾਹੀਦਾ। ਔਰ ਪ੍ਰਤਾਪ ਸਿੰਘ ਬਾਜਵਾ ਵੀ, ਸਾਰੀਆਂ ਵਿਰੋਧੀ ਪਾਰਟੀ ਨੇ ਕਹਿ ਦਿੱਤਾ ਕਿ ਜੇ ਇਹ ਐਲਾਨਨਾਮੇ ਹੁੰਦੇ ਰਹੇ ਤਾਂ ਸਾਡਾ ਜਿਹੜਾ ਭਾਰਤ ਆਉਣ ਵਾਲੇ ਨਾਗਰਿਕ ਨੇ ਜਾਂ ਉਹਨਾਂ ਦੇ ਵਿੱਚ ਬੈਠੇ ਨੇ ਸਾਡੇ ਲੋਕ, ਸਾਡਾ ਰੁਜ਼ਗਾਰ ਬੰਦ ਹੋ ਜਾਊਗਾ। ਜਿਹੜੇ ਬੱਚੇ ਉੱਥੇ ਕੰਮ ਕਰ ਰਹੇ ਆ, ਉਹ ਦੇਸ਼ ਇੰਨਾ ਵੱਡਾ ਜ਼ਿਆਦਾ ਹੈਗਾ, ਅਸੀਂ ਉੱਥੇ ਜਾ ਕੇ ਕੰਮ ਕਰ ਰਹੇ ਹਾਂ ਔਰ ਬੜੇ ਖੁਸ਼ਹਾਲ ਹੋ ਗਏ ਲੋਕ, ਬੱਚੇ। ਅਮਰੀਕਾ ਔਰ ਕੈਨੇਡਾ ਵਿੱਚ ਬੱਚਿਆਂ ਦਾ ਜਾਣਾ ਬਹੁਤ ਜ਼ਰੂਰੀ ਹੈ ਔਰ ਬੜੇ ਖੁਸ਼ਹਾਲ ਦੇ ਤੌਰ 'ਤੇ ਬੈਠੇ ਉੱਥੇ। ਔਰ ਜਿਹੜਾ ਹੁਣ ਪੰਗਾ ਪਾ ਲਿਆ ਇਹਦੇ ਵਿੱਚ, ਜੇ ਉਹਦੇ 'ਚ ਸ਼ਰਾਰਤੀ ਅਨਸਰ ਨੇ, ਜਿਹੜਾ ਹਰਦੀਪ ਸਿੰਘ ਨਿੱਜਰਵਾਲਾਂ ਤੋਂ ਹੋਈ ਗੱਲ, ਉਹਨਾਂ ਦਾ ਕਤਲ ਹੋ ਗਿਆ। ਉਹਨਾਂ ਨੇ ਕਹਿਤਾ ਤੁਹਾਡੀਆਂ ਕੁਝ ਏਜੰਟ ਨੇ, ਤੁਹਾਡੇ ਉਹਨਾਂ ਨੇ ਮਰਵਾਇਆ ਇਹਨਾਂ ਨੂੰ। ਉਹਨਾਂ ਨੇ ਕਿਹਾ ਇਹਨਾਂ ਮੇਰੇ ਕੋਲ ਸਬੂਤ ਹੈਗੇ, ਤੁਸੀਂ ਇਕੱਠੇ ਹੋ ਕੇ ਗੱਲ ਤਾਂ ਕਰੋ, ਮੇਰੇ ਨਾਲ ਬੈਠੋ ਤਾਂ ਸਹੀ। ਟਰੂਡੋ ਨੇ ਕਹਿਤਾ ਕਿ ਮੀਟਿੰਗ ਕਰ ਰੱਖ ਲਓ, ਉਹਦੇ ਵਿੱਚ ਆਪਾਂ ਪਤਾ ਕਰ ਲਾਂਗੇ। ਉਹਨੇ ਕੋਈ ਧਮਕੀ ਨਹੀਂ ਦਿੱਤੀ, ਨਾ ਅਸੀਂ ਕੋਈ ਆਪਣੇ ਵੱਲੋਂ ਕੋਈ ਧਮਕੀ ਗਈ। ਇਹ ਸਿਰਫ ਇਹ ਕਹਤਾ ਕਿ ਤੁਸੀਂ ਆਪਣੇ ਇੱਧਰ ਆ ਜਾਓ ਤਾਂ ਉੱਧਰ ਦੇ ਉੱਧਰ ਚੱਲ ਜਾਓ। ਜੇ ਕੋਈ ਫੈਸਲਾ ਹੋਇਆ, ਜੇ ਕੈਨੇਡਾ ਸਾਰਿਆਂ ਨੂੰ ਕੱਢ ਦਿੰਦਾ, ਜੇ ਐਡਵਾਈਜ਼ਰੀ ਇਹਨਾਂ ਨੇ ਕੀਤੀ, ਐਡਵਾਈਜ਼ਰੀ ਜ਼ਾਹਰ ਕੀਤੀ ਆ, ਜਾਂ ਵੀਜ਼ਾ ਜਿਹੜਾ ਸੀ ਲੱਗਦਾ ਉਹਨੂੰ ਬੰਦ ਕਰ ਦਿੱਤਾ, ਨਾਗਰਿਕਤਾ ਦਾ ਉਹਨਾਂ ਦਾ ਬੈਨ ਕਰ ਦਿੱਤਾ, ਜੋ ਵੀ ਇੱਦਾਂ ਕਰਕੇ, ਤਾਂ ਫਿਰ ਕੀ ਕਿੱਥੇ ਰਹੂਗਾ? ਸਾਡੇ ਬਹੁਤ ਜ਼ਿਆਦਾ ਲੋਕ, ਔਰ ਸਭ ਤੋਂ ਅੱਗੇ ਪੰਜਾਬ ਆ। ਜੇ ਨਫਰੀ ਜਾਂ ਜਿਹੜੇ ਵੀਜ਼ੇ ਦੇ ਲੋਕ ਬੈਠੇ ਨੇ ਉੱਥੇ, ਜਿੰਨੇ NRI ਵੀਰ ਬੈਠੇ ਨੇ, ਪੰਜਾਬੀ ਜ਼ਿਆਦਾ ਬੈਠੇ ਆ। ਸਾਡਾ ਬ੍ਰਿਟਿਸ਼ ਕੋਲੰਬੀਆ ਜਿਹੜਾ ਹੈਗਾ BC, ਉਹ ਸਾਰਾ ਪੰਜਾਬੀਆਂ ਦਾ ਹੀ ਹੈਗਾ, ਉਹਨਾਂ ਦੇ ਤਾਂ ਲੋਕ ਹੀ ਬਹੁਤ ਘੱਟ ਆ। ਇਹਨਾਂ ਨੂੰ ਜਿਹੜੀ ਭਾਲਣ ਨਹੀਂ ਪਚ ਰਹੀ, ਜਿਹੜੀ ਪੰਜਾਬੀ 'ਚ ਕਹੀਏ ਕਿ ਤੁਸੀਂ ਜੇ ਗੱਲ ਕਰਨੀ ਹੈ ਤਰੀਕੇ ਨਾਲ ਕਰ ਲਓ ਉਹਨਾਂ ਨਾਲ। ਟਰੂਡੋ ਸਾਹਿਬ ਵੀ ਇਲੈਕਸ਼ਨ ਵਾਲੇ ਪਾਸੇ ਆ ਰਹੇ ਨੇ, ਮੋਦੀ ਸਾਹਿਬ ਵੀ ਇਲੈਕਸ਼ਨ ਦੇ ਪਾਸੇ ਆ, ਔਰ ਇਸ ਪਾਸੇ ਸਿਆਸੀ ਰੋਟੀਆਂ ਦੋਵਾਂ ਨੂੰ ਨਹੀਂ ਸੇਕਣੀਆਂ ਚਾਹੀਦੀਆਂ। ਉਹ ਵੀ ਟਰੂਡੋ ਸਾਹਿਬ ਨੂੰ ਪਤਾ ਕਿ ਜਿਹੜੀ ਕਮਿਊਨਿਟੀਆਂ ਨੇ, 2-3 ਕਮਿਊਨਿਟੀਆਂ ਨੇ, ਏਸ਼ੀਅਨ ਕੰਟਰੀ ਦੇ ਲੋਕ ਮੇਰੇ ਵੱਲ ਹੈਗੇ ਆ। ਔਰ ਉਹਦੇ 'ਚ ਜਗਮੀਤ ਜੀ ਨੇ ਉੱਥੇ, ਉਹਨਾਂ ਦੇ ਨਾਲ ਉਹਨਾਂ ਨੇ 29 ਸੀਟਾਂ ਦੇ ਕੇ ਟਰੂਡੋ ਸਾਹਿਬ ਨੂੰ ਜਿਤਾਇਆ ਸੀਗਾ, ਟਰੂਡੋ ਸਾਹਿਬ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਬਣਾਇਆ ਸੀਗਾ। ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਜੇ ਸ਼ਰਾਰਤਾਂ ਹੁੰਦੀਆਂ ਰਹੀਆਂ ਜਾਂ ਸਾਰਾ ਕੁਝ ਹੁੰਦਾ ਰਿਹਾ ਤਾਂ ਸ਼ਾਂਤੀ ਲੱਭਣੀ ਔਖੀ ਹੋ ਜਾਊਗੀ। ਔਰ ਟਰੂਡੋ ਸਾਹਿਬ ਨੇ ਤਾਂ ਬੜੇ ਤਰੀਕੇ ਨਾਲ ਕਿਹਾ, ਲਾਈਵ ਹੋ ਕੇ ਕਿਹਾ, ਉਹਨਾਂ ਨੇ ਕਹਿਤਾ ਕਿ ਕੋਈ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਸਮੱਸਿਆ ਨੂੰ ਹੱਲ ਕਰਨ ਲਈ ਮੇਰਾ ਸਹਿਯੋਗ ਦੇਵੇ ਭਾਰਤ। ਔਰ ਜਦੋਂ ਕਿ ਸਾਡੇ ਪ੍ਰਧਾਨ ਮੰਤਰੀ ਵੱਲੋਂ ਕੋਈ ਇੱਦਾਂ ਦਾ ਕੋਈ ਐਲਾਨ ਨਹੀਂ ਹੋਇਆ, ਤੇ ਨਾ ਜੈਸ਼ੰਕਰ ਜਿਹੜੇ ਸਾਡੇ ਵਿਦੇਸ਼ ਮੰਤਰੀ ਉਹਨਾਂ ਵੱਲੋਂ ਹੋਇਆ, ਇਹ ਚੁੱਪ ਵੱਟ ਜਾਂਦੇ ਜਦੋਂ ਇੱਦਾਂ ਦੀ ਗੱਲ ਹੁੰਦੀ। ਇਹਨਾਂ ਨੂੰ ਕਹਿਣਾ ਚਾਹੀਦਾ, ਉਹ 3 ਵਾਰੀ ਬੋਲ ਚੁੱਕੇ ਆ ਟਰੂਡੋ ਸਾਹਿਬ, ਪਾਰਲੀਮੈਂਟ 'ਚ ਵੀ, ਦੂਜੇ ਪਾਸੇ ਵੀ, ਔਰ ਕੱਲ੍ਹ ਵੀ ਚੱਲਿਆ ਉਹਨਾਂ ਦਾ ਬਿਆਨ ਸਾਰੇ ਪਾਸੇ। ਇਹਨਾਂ ਨੇ ਕੋਈ ਨਹੀਂ ਕੀਤਾ ਬਿਆਨ ਜਾਰੀ। ਦੇਣਾ ਚਾਹੀਦਾ ਕਿ ਅਸੀਂ ਆ ਰਹੇ ਹਾਂ, ਅਸੀਂ ਜਾਂ ਤੁਹਾਡੇ ਨਾਲ ਕਿੱਥੇ ਗੱਲ ਕਰੀਏ। ਔਰ ਟਰੂਡੋ ਸਾਹਿਬ ਹੁਣ G20 ਦੇ ਵਿੱਚ ਗਏ ਆ, 2 ਦਿਨ ਵਾਧੂ ਲਾ ਕੇ ਗਏ ਇੱਥੇ। ਉਹਨਾਂ ਨੂੰ ਇੰਡੀਆ ਨਾਲ ਪਿਆਰ ਹੈਗਾ, ਲੋਕਾਂ ਨਾਲ ਪਿਆਰ ਹੈਗਾ, ਕਿਉਂਕਿ ਬਹੁਤ ਨਫਰੀ ਜਾਂ ਬਹੁਤ ਸਾਡੀ ਜਨਤਾ ਉੱਥੇ ਆ, ਉਹਨਾਂ ਨੂੰ ਮਿਲਦੇ ਗਿਲਦੇ ਰਹਿੰਦੇ ਆ। ਔਰ ਇਸੇ ਕਰਕੇ ਦਰਬਾਰ ਸਾਹਿਬ ਵੀ ਮੱਥਾ ਟੇਕ ਕੇ ਗਏ ਆ, ਆਏ ਵੀ ਆ। ਔਰ ਜੇ ਇਹਨਾਂ ਚੀਜ਼ਾਂ ਨਾਲ
ਅਸੀਂ ਦੁਬਾਰਾ ਜੋੜ ਲਈ ਇਹਨਾਂ ਨੂੰ ਤਾਂ ਮੇਰਾ ਖਿਆਲ ਕੁਝ ਨਹੀਂ ਹੋਏਗਾ ਔਰ ਇਹ ਬਿਲਕੁਲ ਉੱਥੇ ਦਾ ਉੱਥੇ ਸਥਿਤੀ ਆ ਜਾਊਗੀ। ਜੇ ਸਥਿਤੀ ਨੂੰ ਨਾ ਕੰਟਰੋਲ ਕੀਤਾ ਤਾਂ ਵਿਗੜ ਸਕਦੀ। ਬਿਲਕੁਲ ਵਿਗੜ ਸਕਦੀ ਹੈ। ਔਰ क्योंकि अमेरिका भी नाल खड़ा है और उधर कनाडा नाल खड़ा है, ऑस्ट्रेलिया भी है, ऋषि सुनक इधरों बरतानिया भी बिल्कुल है। और G20 तो बाद जो साडी रिस्पॉन्सिबिलिटी बनती क्योंकि ਅਸੀਂ होस्ट रहे हाँ और ਇਹ ਅਗਰ ਭਾਰਤ ਦੇ ਇਮੇਜ ਦੇ ਖਿਲਾਫ ਚਲੀ ਗਈ ਗੱਲ ਬਿਲਕੁਲ ਜਿੰਨਾ ਨਾਮ ਨਾ ਖੱਟਿਆ ਅਸੀਂ G20 ਤੋਂ ਬਾਅਦ ਉਹਦੇ ਉੱਤੇ ਇਹ ਗੱਲ ਆ ਸਕਦੀ, ਕੁਐਸਚਨ ਮਾਰਕ ਲੱਗ ਸਕਦਾ ਕਿ ਪ੍ਰੈਕਟੀਕਲੀ ਅਸੀਂ ਕਿੱਥੇ ਖੜੇ ਹਾਂ। ਵਨ ਵਰਡ, ਵਨ ਨੇਸ਼ਨ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ, ਇਹ ਸਭ ਗੱਲਾਂ ਕਿੱਥੇ ਗਈਆਂ ਫਿਰ? ਕਿਉਂਕਿ ਅਸ਼ਾਂਤੀ ਮੁਲਕ ਦੇ ਵਿੱਚ ਕਿਤੇ ਵੀ ਹੋਵੇ, ਦੁਨੀਆ ਦੇ ਵਿੱਚ ਕਿਤੇ ਵੀ ਹੋਵੇ, ਉਹ ਪੂਰੀ ਮਾਨਵਤਾ ਨੂੰ ਖਤਰਾ ਹੈ। ਜਿਵੇਂ ਮਾਰਟਿਨ ਲੂਥਰ ਕਿੰਗ ਨੇ ਕਿਹਾ ਸੀ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੇ ਇਨਜਸਟਿਸ ਹੈ, ਅਨਿਆਏ ਹੈ, ਤਾਂ ਸਮਝ ਲਓ ਪੂਰੀ ਦੁਨੀਆ ਦੇ ਵਿੱਚ ਇਨਜਸਟਿਸ ਹੈ, ਅਨਿਆਏ ਹੈ। ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਨਜਸਟਿਸ ਨਹੀਂ ਹੋਣਾ ਚਾਹੀਦਾ। ਸ਼ਾਂਤੀ ਦੀ ਸਥਾਪਨਾ ਹਰ ਥਾਂ ਤੇ ਹੋਣੀ ਚਾਹੀਦੀ ਹੈ। ਔਰ ਇਸ ਕਰਕੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਜਿੱਥੇ ਵੀ ਜਿਹੜੀਆਂ ਤਾਕਤਾਂ ਬੈਠੀਆਂ ਨੇ ਜੋ ਸ਼ਾਂਤੀ ਨੂੰ ਭੰਗ ਕਰਦੀਆਂ ਨੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਉਹਦੇ ਲਈ ਪੂਰੇ ਵਿਸ਼ਵ ਨੂੰ ਇਕੱਠੇ ਹੋ ਕੇ ਖੜਾ ਹੋਣਾ ਚਾਹੀਦਾ ਹੈ। ਵੈਸੇ ਸਾਡੇ ਜਿਹੜੇ ਚਿੰਤਕ ਨੇ, ਸਕਾਲਰ ਨੇ ਜਾਂ ਜਿਹੜੇ ਵੀ ਬੁੱਧੀਜੀਵੀ ਨੇ, ਉਹਨਾਂ ਨੇ ਕਿਹਾ ਇਹ ਗੱਲ ਕਿ ਜਦੋਂ ਸਾਡੇ ਉੱਥੇ ਬੱਚੇ, ਔਰਤਾਂ, ਬਜ਼ੁਰਗ ਔਰ ਸਾਰੇ ਲੋਕ ਉੱਥੇ ਬੈਠੇ ਨੇ ਉਹਨਾਂ ਦੀ ਧਰਤੀ 'ਤੇ, ਅਸੀਂ ਫਿਰ ਉਹਨਾਂ ਨੂੰ ਕਿਉਂ ਦਬਕੇ ਮਾਰਦੇ ਹਾਂ, ਕਿਉਂ ਉਹਨਾਂ 'ਤੇ ਅਸੀਂ ਰੋਹਬ ਜਮਾਉਂਦੇ ਹਾਂ? ਅਸੀਂ ਉਹਨਾਂ ਕੋਲ ਕਮਾਉਣ ਲਈ ਜਾਂਦੇ ਹਾਂ, ਅਸੀਂ ਉੱਥੇ ਕੰਮ ਕਰਨ ਲਈ ਜਾਂਦੇ, ਫਿਰ ਅਸੀਂ ਉਸ ਧਰਤੀ ਨੂੰ ਆਪਣੀ ਬਣਾ ਕੇ ਬਹਿ ਜਾਈਏ ਤਾਂ ਗੱਲ ਗਲਤ ਹੈ। ਉੱਥੇ ਸਾਡੇ ਲੋਕਾਂ ਨੇ ਘਰ ਬਣਾਏ ਆ, ਬਾਗ ਬਗੀਚੇ ਬਣਾਏ ਆ, ਪਾਰਕਾਂ ਬਣਾਈਆਂ, ਗੱਡੀਆਂ ਰੱਖੀਆਂ ਔਰ ਬਿਜ਼ਨਸ ਚੱਲ ਰਿਹਾ, ਔਰ ਅਸੀਂ ਉਹਨਾਂ ਨੂੰ ਕਿਉਂ ਵਿਗੜਾ ਰਹੇ ਹਾਂ? ਉਹਨਾਂ ਦਾ ਕੋਈ ਦੋਸ਼ ਤਾਂ ਨਹੀਂ, ਦੋਸ਼ ਜੇ ਹੈਗਾ ਸਿਆਸਤ ਦਾ ਹੈਗਾ, ਤੇ ਸਿਆਸਤ ਨੂੰ ਜਾ ਕੇ ਮਿਲ ਕੇ ਗੱਲ ਕਰਨੀ ਚਾਹੀਦੀ ਹੈ। ਔਰ ਜੇ ਪਬਲਿਕ ਐਂਟੀ ਹੁੰਦੀ ਹੈ ਜਾਂ ਪਬਲਿਕ ਇਹਦੇ 'ਤੇ ਗੱਲ ਕਰਦੀ, ਫਿਰ ਤਾਂ ਉਹਨਾਂ ਦਾ ਕਸੂਰ ਮੰਨਦੇ ਆ। ਦੇਖੋ ਬਲਕਾਰ ਜੀ, ਪਹਿਲਾਂ ਵੀ ਇਹ ਗੱਲਾਂ ਹੋਈਆਂ ਕਿ ਕੁਝ ਸਟੂਡੈਂਟਸ ਲੜਾਈ ਝਗੜੇ ਦੀਆਂ ਗੱਲਾਂ ਆਈਆਂ, ਤਲਵਾਰ ਵੀ ਚੱਲ ਗਈ ਕੈਨੇਡਾ ਦੀ ਧਰਤੀ ਤੇ, ਨਸ਼ਿਆਂ ਦੇ ਵਿੱਚ, ਅਗਵਾਈ ਵਾਲਿਆਂ ਦੇ ਵਿੱਚ ਕਈ ਐਸੇ ਮਤਲਬ ਕਾਰਨਾਮੇ ਕੀਤੇ ਨੇ ਸਾਡੇ ਪੰਜਾਬੀਆਂ ਨੇ ਉਸ ਧਰਤੀ ਦੇ ਉੱਤੇ ਜਾ ਕੇ, ਜੋ ਕਿ ਕਾਨੂੰਨ ਦੀ ਹੱਦ ਵਿੱਚ ਨਹੀਂ ਆਉਂਦੇ, ਕਾਨੂੰਨ ਤੋਂ ਬਾਹਰ ਨੇ। ਇਹ ਕੁਝ ਕਰਨ ਥੋੜਾ ਗਏ ਆ, ਸ਼ਾਂਤੀ ਭੰਗ ਕਰਦੇ। ਸਾਡੇ ਪੰਜਾਬ 'ਚ ਕੋਈ ਆ ਕੇ ਬਾਹਰੋਂ ਕੋਈ NRI ਆ ਕੇ ਕੰਮ ਕਰਦਾ, ਗਲਤ ਕਰਦਾ, ਤਾਂ ਆਪਾਂ ਟੋਲਰੇਟ ਕਰਾਂਗੇ? ਇਹੀ ਚੀਜ਼ ਹੁੰਦੀ ਹੈ ਕਿ ਸਾਡੇ ਦੇਸ਼ ਵਿੱਚ ਆ ਕੇ ਗੜਬੜ ਕਰ ਰਿਹਾ, ਇਹ ਉਹਨਾਂ ਦਾ ਵੀ ਮਨਸ਼ਾ ਇਹੋ ਹੀ ਹੈਗਾ ਕਿ ਉਹਨਾਂ ਦੀਆਂ ਨਿਊਜ਼ ਘੱਟ ਆਉਂਦੀਆਂ, ਸਾਡੀਆਂ ਨਿਊਜ਼ ਜ਼ਿਆਦੀਆਂ ਗਲਤ ਜਾਂਦੀਆਂ। ਕੱਲ੍ਹ ਵੀ ਉੱਥੇ 2 ਮੁੰਡੇ ਮਾਰੇ, ਦੁਨੀਕੇ ਦਾ ਮੋਗੇ ਤੋਂ, ਉਹਨੂੰ ਮਾਰਿਆ ਉੱਥੇ ਔਰ ਉਹਦਾ ਕਤਲ ਕੀਤਾ ਵਾ। ਹੋਰ ਵੀ ਦੂਜੇ ਚੌਥੇ ਦਿਨ ਕੁਛ ਨਾ ਕੁਛ ਹੁੰਦਾ ਰਹਿੰਦਾ। ਕਰਦੇ ਕੌਣ? ਪੰਜਾਬੀ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਜਿਹੜੇ ਟਰੂਡੋ ਸਾਹਿਬ ਅੱਗੇ ਆਏ ਸੀ, ਬਰਦਾਸ਼ਤ ਥੋੜਾ ਕਰਨਗੇ ਨਹੀਂ ਕਿ ਤੁਸੀਂ ਸਾਡੀ ਕੰਟਰੀ 'ਚ ਆਏ ਹੋ, ਤੁਹਾਨੂੰ ਅਸੀਂ ਸਟੇ ਦਿੱਤੀ ਔਰ ਤੁਹਾਨੂੰ ਅਸੀਂ ਇੱਥੋਂ ਦਾ ਮੈਂਬਰ ਬਣਾਇਆ ਆਪਣੀ ਕਮਿਊਨਿਟੀ ਦਾ, ਤੇ ਤੁਸੀਂ ਆਹ ਕੁਝ ਕਰਨ ਲੱਗ ਪਏ। ਇਸ ਵਾਸਤੇ ਥੋੜਾ ਤੁਹਾਨੂੰ ਅਸੀਂ ਇੱਥੇ ਰੋਕਿਆ ਹੋਇਆ, ਫਿਰ ਉਹ ਵਾਪਸ ਭੇਜਣਗੇ, ਫਿਰ ਉਸ ਤੋਂ ਬਾਅਦ ਹੋਰ ਜਾ ਕੇ ਝਗੜੇ ਖੜੇ ਹੋ ਸਕਦੇ ਨੇ। ਤੇ ਜਿਹੜੇ ਬੰਦੇ ਕਾਬਿਲ ਨੇ ਉਹਨਾਂ ਨੂੰ ਵੀ ਵਿੱਚੇ ਹੀ ਵਾਪਸ ਆਉਣਾ ਪਏਗਾ, ਕਿਉਂਕਿ ਆਟੇ ਦੇ ਨਾਲ ਕਹਿੰਦੇ ਨੇ ਘੁਣ ਵੀ ਪੀਸਿਆ ਜਾਂਦਾ। ਸੋ ਆਹ ਕੰਮ ਨਾ ਕਰੋ। ਅਸੀਂ ਪੰਜਾਬੀਆਂ ਦੀ ਜੋ ਸਾਡੀ ਪਛਾਣ ਬਣੀ ਹੋਈ ਹੈ, ਸਾਡੀ ਪਛਾਣ ਸਾਡੇ ਗੁਰੂ ਸਾਹਿਬਾਨ ਨੇ, ਆਹ ਕੀ ਕੰਮ ਫੜ ਲੈ ਜਾ ਕੇ ਉੱਥੇ? ਮਤਲਬ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਕੈਨੇਡਾ ਦੀ ਧਰਤੀ ਇਹ ਥੋੜਾ ਕਿ ਜਾ ਕੇ ਤੁਸੀਂ ਉੱਥੇ ਅਸ਼ਾਂਤੀ ਫੈਲਾਓਗੇ। ਅਗਲੇ ਬਰਦਾਸ਼ਤ ਕਰਦੇ ਨੇ। ਵੈਸੇ ਇਹ ਮੁੱਦਾ ਉਹੀ ਸੇਮ ਉੱਦਾਂ ਦਾ ਹੈ ਜਿਹੜਾ 1984 'ਚ ਹੈ। 2 ਕਮਿਊਨਿਟੀਆਂ ਦੇ ਆਪੋ ਵਿੱਚ ਜਿਹੜਾ ਇਹਨਾਂ ਨੇ ਲੜਾਈ ਪਾਤੀ ਸੀ, ਉਹਨਾਂ ਦੀ ਵਿਰੋਧਤਾ ਕਰ ਦਿੱਤੀ ਸੀ, ਸੇਮ ਉਸੇ ਤਰ੍ਹਾਂ ਦਾ ਉੱਥੇ ਕਰ ਦਿੱਤਾ। 2 ਜਿਹੜੇ ਲੀਡਰ ਨੇ ਜਿਨ੍ਹਾਂ ਦਾ ਨਾਂ ਅਸੀਂ ਨਹੀਂ ਲਵਾਂਗੇ, ਜਿਨ੍ਹਾਂ ਦਾ ਉੱਥੇ ਰੈਫਰੈਂਡਮ ਵੀ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਇਹੀ ਰੌਲਾ ਪਵਾ ਦਿੱਤਾ। ਉਸ ਰੌਲੇ ਨੂੰ ਕੰਟਰੋਲ ਕਰਨ ਲਈ ਉਹਨਾਂ ਨੇ ਜ਼ੋਰ ਲਾਇਆ ਔਰ ਰੋਕਿਆ ਵੀ ਹੈਗਾ। ਔਰ ਉਹ ਜਾ ਕੇ ਉੱਥੇ ਸਿਆਸਤ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ, ਬਾਹਰਲੇ ਦੇਸ਼ਾਂ ਵਿੱਚ ਜਾ ਕੇ, ਜਾਂ ਫੰਡਿੰਗ ਨਹੀਂ ਇਕੱਠੀ ਕਰਨੀ ਚਾਹੀਦੀ ਜਿਹੜੇ ਉੱਥੇ ਕਮਾਈ ਕਰ ਰਹੇ ਆ। ਜੇ ਫੰਡਿੰਗ ਕਰਨੀ ਹੈ ਤਾਂ ਗੁਰਦੁਆਰਾ ਸਾਹਿਬ ਲਈ ਕਰੋ, ਲੋਕਾਂ ਦੇ ਲੰਗਰ ਲਈ ਕਰੋ, ਲੋਕਾਂ ਦੀ ਸਹੂਲਤਾਂ ਲਈ ਕਰੋ, ਜਿੱਥੇ ਜਿੱਥੇ ਲੋਕ ਵਿਪਤਾ 'ਚ ਨੇ ਉਹ ਕੰਮ ਕਰੋ ਜਿਹੜਾ ਸਾਡੇ ਗੁਰੂ ਸਾਹਿਬਾਨ ਕਰਦੇ ਰਹੇ। ਇਹ ਕੰਮ ਸਿਆਸਤ ਵਾਲੇ ਨੂੰ ਪਿੱਛੇ ਛੱਡ ਦਿਓ। ਤੁਸੀਂ ਤਾਂ ਕਮਾਈ ਕਰਨ ਗਏ ਜੇ ਉੱਥੇ, ਔਰ ਬਾਹਰਲੇ ਦੇਸ਼ਾਂ 'ਚ ਬੈਠੇ ਜੇ ਉਹਨਾਂ ਦੀ ਦਿਆਨਤਾ 'ਤੇ, ਉਹਨਾਂ ਦੀ ਸਹੂਲਤਾਂ 'ਤੇ। ਤੁਸੀਂ ਆਪਣੇ ਆਪ 'ਚ ਉਹਨਾਂ ਨਾਲ ਸਮਝੋ ਕਿ ਤੁਸੀਂ ਸਾਡੀ ਇਹ ਰਾਜਧਾਨੀ ਤੇ ਸਾਡਾ ਦੇਸ਼ ਹੈ ਤੇ ਸਾਡੀ ਆਬਾਦੀ ਹੈ। ਜ਼ਿਆਦਾ ਆਬਾਦੀ ਤਾਂ ਮੰਨ ਲਈ ਆਬਾਦੀ ਹੈਗੀ ਆ, ਪਰ ਉਹਦੇ ਬਾਵਜੂਦ ਜੇ ਤੁਸੀਂ ਜੇ ਗਲਤ ਕੰਮ ਕਰੋਗੇ ਤਾਂ ਉਹ ਕੰਟਰੋਲ ਕਰਨਾ ਜਾਣਦੇ ਆ। ਫਿਰ ਉੱਥੋਂ ਦੀ, ਜਿੱਦਾਂ ਤੁਸੀਂ ਕਿਹਾ, ਉੱਥੋਂ ਜਿਹੜੀ ਪਬਲਿਕ ਆ ਉਹ ਨਾ ਇਹਨਾਂ ਦੇ ਐਂਟੀ ਹੋ ਜੇ। ਜਦੋਂ ਉਹਨਾਂ ਨੇ ਕਹਿਤਾ ਕਿ ਸਾਡੇ ਸਹੂਲਤਾਂ ਇਹ ਲੈ ਗਏ, ਸਾਡੇ ਮੈਡੀਕਲ ਇਹ ਲੈ ਗਏ, ਪੜ੍ਹਾਈ ਇਹ ਲੈ ਗਏ, ਸਾਰਾ ਕੁਝ ਲੈ ਗਏ, ਤਾਂ ਇਹਨਾਂ ਨੂੰ ਬਾਹਰ ਕੱਢੋ, ਅਸੀਂ ਇੱਥੇ ਕੀ ਕਰਾਂਗੇ? ਔਰ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਨੇ ਉਹ ਵੀ ਕਿਤੇ ਇਸ ਕੰਮ ਵਾਲੇ ਪਾਸੇ ਆ ਸਕਦੇ ਆ। ਇਹਨਾਂ ਨੂੰ ਪਿਆਰ, ਮੁਹੱਬਤ ਔਰ ਉਹਨਾਂ ਨਾਲ ਮਿਲ ਕੇ ਰਹਿਣਾ ਚਾਹੀਦਾ। ਬਿਲਕੁਲ, ਅਮਰੀਕਾ ਨਾਲ ਖੜਾ ਕੈਨੇਡਾ ਦੇ, ਬਿਲਕੁਲ। ਔਰ ਅਮਰੀਕਾ ਕੋਲੋਂ ਮਦਦ ਆ ਗਈ ਕੈਨੇਡਾ ਨੂੰ, ਤੇ ਫਿਰ ਤੇ ਇਹਨਾਂ ਕੋਲੋਂ ਸੰਭਾਲਣਾ ਮੁਸ਼ਕਿਲ ਹੋ ਜਾਣਾ। ਔਰ ਸਾਡੇ ਉੱਥੇ NRI ਵੀਰ ਬੈਠੇ ਨੇ, ਜੇ ਉਹ ਇਹਨਾਂ ਦੇ ਐਂਟੀ ਹੋ ਜਾਂਦਾ, ਅਮਰੀਕਾ ਵੀ ਉਹ ਜਿਹੜੀ ਨੀਤੀ ਅਖਤਿਆਰ ਕਰ ਲੈਂਦਾ, ਤੇ ਸੇਮ ਉਹੀ ਗੱਲ ਉੱਥੇ
ਸਾਡੇ ਬਹੁਤ ਲੋਕ NRI ਬੈਠੇ ਆ ਉੱਥੇ, ਵੀਰ ਸਾਡੇ ਜਿਨ੍ਹਾਂ ਦੇ ਕੰਮ ਬਹੁਤ ਜ਼ੋਰਾਂ ਤੇ ਔਰ ਸਿਆਸਤ ਵਿੱਚ ਵੀ ਬੈਠੇ ਆ, ਪੋਲੀਟੀਕਲ ਤੌਰ ਤੇ ਵੀ ਬਹੁਤ ਬੰਦੇ ਉੱਥੇ ਪਹੁੰਚੇ ਆ ਜਿੱਥੇ ਨਹੀਂ ਕੋਈ ਪਹੁੰਚ ਸਕਦਾ। ਔਰ ਇਹ ਅੰਬੈਸਡਰ ਸਾਡੇ ਉੱਥੇ ਬੈਠੇ ਨੇ, ਡਿਪਲੋਮੈਟ ਬੈਠੇ ਨੇ। ਫਿਰ ਇਸ ਗੱਲ ਨੂੰ ਕਿਉਂ ਛੇੜਦੇ ਆ? ਉਹ ਛੇੜਦੇ ਆ ਜਿਹੜੇ ਅਨਐਜੂਕੇਟਡ ਆ, ਜਿਨ੍ਹਾਂ ਨੂੰ ਦਲੀਲ ਦਾ ਪਤਾ ਨਹੀਂ, ਆਰਗੂਮੈਂਟ ਦਾ ਪਤਾ ਨਹੀਂ ਹੈਗਾ, ਸਿਆਸਤ ਦਾ ਨਹੀਂ ਪਤਾ ਹੈਗਾ। ਉਹ ਬੰਦੇ ਹੈਗੇ ਜਿਹੜੇ ਸੂਝਵਾਨ ਨੇ, ਉਹ ਇਸ ਪਾਸੇ ਆਉਂਦੇ ਨੇ, ਉਹਨਾਂ ਨੂੰ ਪਤਾ ਕਿ ਅਸੀਂ ਬੇਗਾਨੀ ਧਰਤੀ ਤੇ ਬੈਠੇ ਹਾਂ। ਬਿਲਕੁਲ। ਔਰ ਸਾਨੂੰ ਇਸ ਗੱਲ ਦਾ ਮਤਲਬ ਹਮੇਸ਼ਾ ਅੰਦਾਜ਼ਾ ਰਹਿਣਾ ਚਾਹੀਦਾ ਕਿ ਬੇਗਾਨੀ ਧਰਤੀ ਤੇ ਬੈਠੇ ਹਾਂ ਔਰ ਸਭ ਨੂੰ ਆਪਣਾ ਕਿਵੇਂ ਬਣਾਉਣਾ ਹੈ। ਬਿਲਕੁਲ। ਤਾਂ ਜਾ ਕੇ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉੱਥੇ ਸਥਾਪਿਤ ਕਰ ਸਕਦੇ ਹਾਂ। ਨਹੀਂ ਤਾਂ ਅਗਲਿਆਂ ਨੂੰ ਦੇਰ ਨਹੀਂ ਲੱਗਣੀ ਸਾਨੂੰ ਰਿਪੋਰਟ ਕਰਨ ਦੇ ਵਿੱਚ ਉੱਥੇ। ਬਿਲਕੁਲ ਬਿਲਕੁਲ ਸਹੀ। ਸੋ ਅੱਗੇ ਵਧੀਏ। ਜੀ ਹਾਂ। ਸੈਨ ਫਰਾਂਸਿਸਕੋ। ਜੀ ਹਾਂ। ਔਰ ਉੱਥੇ ਵੀ ਸਾਡੀ ਜੋ ਐਮਬੈਸੀਜ਼ ਨੇ ਉਹਦੇ ਉੱਤੇ ਹਮਲੇ ਹੋਏ ਨੇ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਕਰੀਬਨ 10 ਮੁਲਜ਼ਮਾਂ ਦੀਆਂ। ਹੁਣ ਇਹ ਦੇਖੋ ਹਰ ਥਾਂ ਦੇ ਉੱਤੇ ਸਫਾਰਤਖਾਨਿਆਂ ਦੇ ਉੱਤੇ ਹੋ ਗਏ ਨੇ ਹਮਲੇ ਸ਼ੁਰੂ। ਔਰ ਪਿੱਛੇ ਜਿਹੇ ਵੀ ਇਹ ਗੱਲਾਂ ਬਣੀਆਂ ਸੀ, ਨਾਅਰੇਬਾਜ਼ੀ ਵੀ ਹੋਈ ਸੀ, ਘਿਰਾਓ ਵੀ ਕੀਤੇ ਗਏ ਔਰ ਅੱਜ ਵੀ ਇਹ ਗੱਲਾਂ ਸਾਹਮਣੇ ਆ ਰਹੀਆਂ। ਹੁਣ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਵੀ ਬਿਲਕੁਲ ਇਹ ਕੰਮ ਸ਼ੁਰੂ ਹੋ ਗਿਆ। ਇਹ ਖਬਰ ਕਾਫੀ ਦੇਰ ਦੀ ਜੁਲਾਈ ਦੇ ਕਰੀਬ ਹੋਈ ਸੀ, ਜਦੋਂ ਰਾਤ ਨੂੰ ਉਹਨਾਂ ਨੇ ਹਮਲਾ ਕੀਤਾ। ਅਗਲੇ ਦਿਨ ਵੀ ਕੀਤਾ ਸੀ ਉੱਥੇ ਰਾਜਦੂਤ ਜਿੱਥੇ ਬੈਠਦੇ ਨੇ, ਦੂਤ ਘਰ ਔਰ ਸਫਾਰਤਖਾਨਾ, ਉਸ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਧਮਕਾਇਆ ਵੀ ਔਰ ਪੋਸਟਰ ਵੀ ਲਾਇਆ, ਕਈ ਕੁਝ ਕੀਤਾ ਸੀਗਾ। ਔਰ ਉਹ 10 ਜਿਹੜੇ ਕਾਰਕੁਨ ਨੇ, ਜਿਹੜੇ ਮੁਲਜ਼ਮ ਨੇ, ਉਹਨਾਂ ਦੀ ਜਿਹੜੀ ਲਿਸਟ ਜਾਰੀ ਹੋ ਗਈ ਹੈ, NI ਨੇ ਕਰ ਦਿੱਤੀ ਲਿਸਟ ਔਰ ਉਹਨਾਂ ਦੀ ਫੋਟੋ ਆ ਗਈਆਂ, ਵਾਇਰਲ ਕਰ ਦਿੱਤੀਆਂ। ਔਰ ਉਹਦੇ ਵਿੱਚ ਇਹ ਸਾਰੀਆਂ ਫੋਟੋ ਦੇ ਉਹਨਾਂ ਨੇ ਦੱਸਿਆ ਜਿਹੜਾ ਇਹਨਾਂ ਨੂੰ ਆਇਡੈਂਟੀਫਾਈ ਕਰੂਗਾ, ਜਿਹੜਾ ਦੱਸੂਗਾ, ਅਸੀਂ ਉਹਨੂੰ ਵੱਧ ਤੋਂ ਵੱਧ ਇਨਾਮ ਹੀ ਦੇਵਾਂਗੇ, ਅਸੀਂ ਫੜਨੇ ਆ ਬੰਦੇ ਕਿੱਥੇ ਕਿੱਥੇ ਕੀ ਕੁਝ ਕਰ ਰਹੇ ਆ। ਸੇਮ ਗੱਲ ਕੈਨੇਡਾ ਵਾਲੀ ਉੱਥੇ ਵੀ ਹੋ ਰਹੀ ਹੈ, ਉਸੇ ਤਰ੍ਹਾਂ ਦੇ ਕੰਮ ਹੋ ਗਿਆ। ਔਰ ਇਹਦੇ ਵਿੱਚ ਉਹਨਾਂ ਨੇ ਮੁਲਜ਼ਮ ਜਿਹੜੇ ਨੇ ਉਹ ਸਾਰੇ ਬਹੁਤੇ ਜਿਹੜੇ ਹੈਗੇ ਆ ਇੰਡੀਅਨ ਆ ਔਰ ਇੱਧਰੋਂ ਹੀ ਗਏ ਆ, ਸਾਰਾ ਕੁਝ ਉਹਨਾਂ ਨੇ ਕੀਤਾ। ਇਹ ਚਰਚਾ ਰਹੀ ਹੈ ਬਹੁਤ ਜ਼ਿਆਦਾ। ਔਰ ਜੇ ਤੁਸੀਂ ਇਹ ਜਿਹੜਾ ਇੰਡੀਅਨ ਐਮਬੈਸਡਰ ਜਿਹੜੇ ਹੈਗੇ ਆ, ਭਾਰਤੀ ਸਫਾਰਤਖਾਨਾ ਸੀ, ਉਹਦੇ 'ਤੇ ਹੀ ਸਾਰਾ ਕੁਝ ਹੋਇਆ। ਔਰ ਜੇ ਆਪਣੇ ਘਰ ਨੂੰ ਤੁਸੀਂ ਤਬਾਹ ਕਰ ਦੋਗੇ ਔਰ ਫਿਰ ਰਹੇਗਾ ਕੀ? ਔਰ ਜਿਨ੍ਹਾਂ ਨੇ ਤੁਹਾਨੂੰ ਭੇਜਿਆ, ਜਿਨ੍ਹਾਂ ਨੇ ਤੁਹਾਨੂੰ ਇੱਥੇ ਲਿਆਂਦਾ ਵਾ, ਜਿਨ੍ਹਾਂ ਦੇ ਰਾਹੀਂ ਤੁਸੀਂ ਆਏ ਜੇ, ਔਰ ਐਮਬੈਸਡਰ ਸਾਡੀ ਸਾਰੀ ਰਿਪਰੈਜ਼ੈਂਟੇਟਿਵ ਕਰਦੇ ਨੇ, ਜੋ ਅਸੀਂ ਬੋਲਦੇ ਹਾਂ, ਜੋ ਕਰਦੇ ਹਾਂ, ਉਸੇ ਨੀਤੀ ਨੂੰ ਅਪਣਾ ਕੇ ਗੱਲ ਕਰਦੇ ਆ। ਤੇ ਜੇ ਅਸੀਂ ਉਹਨਾਂ ਦੇ ਘਰ ਨੂੰ ਤੋੜ ਦਾਂਗੇ, ਉਹਨਾਂ ਨੂੰ ਉੱਥੇ ਨਹੀਂ ਰਹਿਣ ਦੇਵਾਂਗੇ, ਤਾਂ ਫਿਰ ਕਿੱਧਰ ਦੀ ਸਾਡੀ ਲਾਇਕੀ ਹੈ? ਇਹ ਨਾਲਾਇਕੀ ਹੈ, ਇਹਦੇ ਵਿੱਚ ਕੋਈ ਵੀ ਕਿਸੇ ਪਾਸੇ ਪੜ੍ਹੇ ਲਿਖੇ ਵਾਲੀ ਗੱਲ ਨਹੀਂ ਹੈਗੀ। ਹੁਣ ਘੱਟੋ ਘੱਟ 10 ਮੁੰਡਿਆਂ ਦੀ ਹੋਈ ਹੈ। ਅੱਗੇ ਕੁਝ ਉਹਨਾਂ ਨੇ ਫੜੇ ਸੀ, ਉਹਦੇ ਵਿੱਚ ਕੁਝ ਬਹੁਤ ਇੰਡੀਅਨ ਸੀ ਜਿਨ੍ਹਾਂ ਨੂੰ ਫੜਿਆ ਗਿਆ, ਜਿਸ 'ਚ ਗੱਡੀਆਂ ਚੋਰੀ ਹੋਈਆਂ, ਸੜਕਾਂ 'ਤੇ ਮਾਰ ਧਾੜ ਹੋਈ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਡਾਂਗ ਸੋਟਾ ਕਰਦੇ ਆ, ਉਹਦੇ ਵਿੱਚ ਵੀ ਇੰਡੀਅਨ ਔਰ ਪੰਜਾਬੀ ਉਹਦੇ ਵਿੱਚ ਬਹੁਤ ਜ਼ਿਆਦਾ ਸੀਗੇ। ਔਰ ਇਹਨਾਂ ਨੂੰ ਜੇ ਇਹ ਖਿਆਲ ਨਹੀਂ ਰੱਖਿਆ ਜਾ ਸਕਦਾ, ਔਰ ਇਹ ਨੀਤੀ ਦੋਵਾਂ ਦੀ ਉੱਤੇ, ਬਾਈਡਨ ਸਾਹਿਬ ਉੱਥੇ ਬੈਠੇ ਨੇ ਔਰ ਟਰੂਡੋ ਸਾਹਿਬ ਇੱਧਰ ਬੈਠੇ ਆ, ਜੇ ਉਹਨਾਂ ਨੇ ਆਪੋ ਵਿੱਚ ਗੱਲ ਕਰ ਲਈ ਤਾਂ ਤੁਹਾਡੀ ਗੱਲ ਸਹੀ ਹੈ, ਉਹ ਇੱਕਦਮ ਹੀ ਬਿਸਤਰਾ ਗੋਲ ਕਰਾ ਕੇ ਤੇ ਇੰਡੀਆ ਨੂੰ ਵਾਪਸ ਭੇਜ ਸਕਦੇ ਆ, ਜੇ ਤਰੀਕੇ ਨਾਲ ਰਹਿਣਗੇ। ਮੇਰਾ ਖਿਆਲ ਹੈ ਕਿ ਜਦੋਂ ਇਹਨਾਂ ਕੋਲ ਪੈਸਾ ਜ਼ਿਆਦਾ ਆ ਗਿਆ, ਡਾਲਰ ਜ਼ਿਆਦਾ ਕਮਾ ਲਏ, ਘਰ ਅੱਛਾ ਬਣ ਗਏ, ਬਿਜ਼ਨਸ ਸੋਹਣਾ ਹੋ ਗਿਆ, ਉਹ ਠੀਕ ਹੈ। ਉਹ ਲੋਕ ਠੀਕ ਨੇ ਵੈਸੇ, ਪਰ ਜਿਹੜੇ 2-4 ਲੋਕ ਨੇ, ਹੈਂਡਫੁੱਲ ਪੀਪਲ, ਜਿਹੜੇ ਉਹੀ ਨਹੀਂ ਟਿਕਣ ਦਿੰਦੇ, ਜਿਹੜੇ ਖਾਸ ਕਰਕੇ ਦੋ ਕਮਿਊਨਿਟੀਆਂ ਨੂੰ ਆਪੋ ਵਿੱਚ ਲੜਾਉਣ ਦਾ ਯਤਨ ਕਰ ਰਹੇ ਆ। ਉਹੀ ਨੀਤੀ ਉੱਧਰ ਹੈ ਅਮਰੀਕਾ 'ਚ, ਉਹੀ ਨੀਤੀ ਉਹਨਾਂ ਦੀ ਕੈਨੇਡਾ 'ਚ ਹੈ, ਉਹੀ ਇੰਗਲੈਂਡ 'ਚ ਹੈ। ਉਹਨਾਂ ਨੇ ਅੱਜ ਕੁਛ ਇੱਦਾਂ ਦੀ ਟਾਸਕ ਫੋਰਸ ਬਣਾ ਦਿੱਤੀ ਹੈ ਰਿਸ਼ੀ ਸੁਨਕ ਜੀ ਨੇ, ਔਰ ਉਹਨਾਂ ਨੇ ਉੱਥੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ। ਜਿਹੜੀਆਂ ਸੁਪਰ ਕੰਟਰੀਆਂ ਨੇ ਉਹਨਾਂ ਦੇ ਨਾਲ ਹੀ ਇਹ ਪੰਗਾ ਲੈ ਰਿਹਾ, ਔਰ ਇਹ ਪੰਗਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਘਾਟੇ ਬੰਦਾ ਹੋਊਗਾ। ਔਰ ਇਹਦੇ ਨਾਲ ਇਹ ਨਹੀਂ, ਇਹਨਾਂ ਨੂੰ ਨੁਕਸਾਨ ਨਹੀਂ ਹੋਊਗਾ, ਬਾਕੀ ਜਿਹੜੇ ਚੰਗੇ ਭਲੇ ਲੋਕ ਨੇ ਉਹਨਾਂ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਆ। ਜੀ ਬਿਲਕੁਲ। ਦੇਖੋ ਅਗਲਿਆਂ ਨੇ ਜੇ ਤੁਹਾਨੂੰ ਸਿਟੀਜ਼ਨਸ਼ਿਪ ਦਿੱਤੀ ਹੈ, ਜੋ ਕੁਝ ਕਾਨੂੰਨੀ ਹੱਕ ਦਿੱਤੇ ਨੇ, ਤਾਂ ਉਹ ਕਮਲੇ ਨਹੀਂ ਹੈਗੇ। ਬਿਲਕੁਲ। ਉਹ ਪਹਿਲਾਂ ਹੀ ਉਹਨਾਂ ਨੇ ਉਹ ਗੱਲਾਂ ਆਪਣੇ ਹੱਥ 'ਚ ਰੱਖੀਆਂ ਹੋਈਆਂ ਨੇ, ਪੱਤੇ ਪੂਰੇ ਨਹੀਂ ਖੋਲੇ ਹੋਏ ਨਾ, ਸਾਰੀ ਗੇਮ ਉਹਨਾਂ ਦੇ ਹੱਥ 'ਚ ਹੈ। ਬਿਲਕੁਲ। ਉਹ ਕਿਸੇ ਵਕਤ ਵੀ ਕਿਸੇ ਵੀ ਐਮਬੈਸੀ ਦੇ ਵਿੱਚ ਕਿਸੇ ਵੀ ਨਾਗਰਿਕ ਦਾ ਜਾਂ ਕਿਸੇ ਵੀ ਇਦਾਂ ਦੇ ਅਨਸਰ ਦਾ ਜਿਹੜਾ ਇਦਾਂ ਦੀਆਂ ਹਰਕਤਾਂ ਕਰਦਾ ਹੈ, ਵਾਪਸ ਘਰ ਭੇਜਣਾ ਉਹ ਕਰ ਸਕਦੇ ਨੇ। ਸਾਰਾ ਕਾਨੂੰਨ ਉਹਨਾਂ ਦੇ ਹੱਥ 'ਚ। ਸਹੀ ਗੱਲ। ਉਹਨਾਂ ਨੇ ਜੋ ਸਾਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ ਹੈ ਜਾਂ ਸਾਨੂੰ ਨਾਗਰਿਕਤਾ ਵੀ ਦਿੱਤੀ ਹੈ, ਤਾਂ ਵੀ ਉਹ ਕਮਲੇ ਨਹੀਂ ਹੈਗੇ। ਉਹਨਾਂ ਨੇ ਪੂਰੀ ਗੇਮ ਆਪਣੇ ਹੱਥ 'ਚ ਰੱਖੀ ਹੋਈ ਹੈ, ਕਿਉਂਕਿ ਉੱਧਰ ਵੀ ਸਿਆਣੇ ਬੈਠੇ ਨੇ। ਬਿਲਕੁਲ। ਕਿ ਇਹ ਕੱਲ ਨੂੰ ਜੇ ਗੜਬੜ ਕਰਨ, ਅਸੀਂ ਇਹਨਾਂ ਨੂੰ ਪੱਕੀ ਨਾਗਰਿਕਤਾ ਦੇ ਦਿੱਤੀ, ਕੱਲ ਨੂੰ ਇਹ ਗੜਬੜ ਕਰਨ ਤੇ ਫਿਰ ਇਹਨਾਂ ਦਾ ਇਲਾਜ ਕੀ ਹੈ? ਉਹਨਾਂ ਨੇ ਇਲਾਜ ਪਹਿਲਾਂ ਹੀ ਰੱਖਿਆ ਹੋਇਆ। ਸਹੀ ਗੱਲ। ਇਸ ਕਰਕੇ ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀਆਂ। ਇਲਾਜ ਨਾਲੋਂ ਪਰਹੇਜ਼ ਅੱਛਾ ਹੁੰਦਾ। ਹੁਣ ਆਹ ਗੱਲ, ਬਿਲਕੁਲ ਇਲਾਜ ਸਾਨੂੰ ਸਖਤ ਪਏਗਾ। ਪਰਹੇਜ਼ ਦਾ ਮਤਲਬ ਹੈ ਬਚ ਕੇ ਰਹੋ, ਬਚ ਕੇ ਰਹੋ। ਉਹ ਹੁਣ ਆਹ ਦੱਸੋ, ਜਿਹੜੇ ਵੀ ਮੁੰਡੇ ਉੱਧਰ ਗਏ ਆ, ਜਿਹੜੇ ਗੈਂਗਵਾਦ ਨਾਲ ਰਿਲੇਟਡ ਸੀ, ਜਿਨ੍ਹਾਂ ਨੇ ਕਤਲ ਕੀਤੇ ਆ, ਔਰ ਜਿਹੜੇ ਬੰਦੇ ਜਾ ਕੇ ਕੈਨੇਡਾ ਵਸ ਗਏ ਆ, ਜਾ ਕੇ ਪਾਸਪੋਰਟ ਜਾਲੀ ਬਣਾ ਕੇ ਅਮਰੀਕਾ 'ਚ ਵੀ ਜਾ ਵਸੇ ਆ, ਉਦੋਂ ਸਾਡੀ ਪੁਲਿਸ, ਸਾਡੀ ਵਿਜੀਲੈਂਸ, ਸਾਡੀ CBI ਕੀ ਕਰਦੀ ਹੈ? ਜਿਹਦੇ ਵਿੱਚ ਬਰਜੇਸ਼ ਮਿਸ਼ਰਾ, ਜਿਹਨੇ 700 ਮੁੰਡਿਆਂ ਦੇ ਫੇਕ ਡਾਕੂਮੈਂਟਸ ਲਾ ਕੇ, ਅਪੀਲ ਪੁਲਿਸ ਉਹਨਾਂ ਨੇ ਅਰੈਸਟ ਕੀਤਾ।
ਸਾਡੀ ਪੁਲਿਸ ਨੂੰ ਨਹੀਂ ਪਤਾ, ਉੱਤੇ ਕੇਸ ਤਾਂ ਦਾਇਰ ਕੀਤੇ, ਸਾਰਾ ਕੁਝ ਕੀਤਾ। ਜਦੋਂ ਜਹਾਜ਼ ਤੇ ਚੜ੍ਹਦੇ ਆ ਉਦੋਂ ਕੀ ਕਰਦੇ ਆ? ਉਦੋਂ ਦਿੱਲੀ ਏਅਰਪੋਰਟ ਤੋਂ ਚੜ੍ਹਦੇ ਆ, ਅੰਮ੍ਰਿਤਸਰ ਏਅਰਪੋਰਟ ਤੋਂ ਚੜ੍ਹਦੇ ਆ। ਸਾਡੀ ਵਿਜੀਲੈਂਸ, ਸਾਡੀ ਪੁਲਿਸ ਕੀ ਕਰਦੀ ਹੈ? ਫਿਰ ਅਸੀਂ ਉਹਨਾਂ ਨਾਲ ਮਿਹਣੇ ਹੁੰਦੇ ਆ ਕਿ ਸਾਡੇ ਮੁੰਡਿਆਂ ਨੂੰ ਤੰਗ ਕਰਦੇ, ਸਾਡੇ ਮੁੰਡਿਆਂ ਨੂੰ ਮਾਰਦੇ ਆ, ਕੁੱਟਦੇ ਆ। ਜਦੋਂ ਤੁਹਾਡੇ ਮੁੰਡੇ ਇੱਥੋਂ ਹੀ ਇੱਦਾਂ ਦੀਆਂ ਸ਼ਰਾਰਤਾਂ ਕਰਕੇ ਜਾਂਦੇ ਆ ਔਰ ਲੋਕ ਇੱਥੋਂ ਦੀ ਇੱਕ ਕਮਿਊਨਿਟੀ ਨੂੰ ਦੂਜੀ ਕਮਿਊਨਿਟੀ ਜਿਹੜੀ ਸਨੱਬ ਕਰਦੀ ਹੈ, ਮਾਰਦੀ ਕੁੱਟਦੀ ਹੈ, ਉਦੋਂ ਕੀ ਕਰਦੀ ਹੈ ਸਿਕਿਉਰਿਟੀ? ਉਦੋਂ ਪੋਲੀਟਿਕਸ ਕੀ ਕਰਦੀ ਹੈ? ਪੰਜਾਬ ਦੀ ਪੋਲੀਟਿਕਸ ਕਿੱਥੇ ਬੈਠੀ ਸੀ ਉਦੋਂ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਨਹੀਂ ਸੀ ਪਤਾ ਕੀ ਹੋ ਰਿਹਾ, ਔਰ ਸਾਡੇ ਵਿਦੇਸ਼ਾਂ ਨਾਲ ਸੰਬੰਧ ਕੀ ਹੈਗੇ ਆ। ਵਿਦੇਸ਼ ਮੰਤਰੀ ਨੂੰ ਨਹੀਂ ਪਤਾ ਹੁੰਦਾ ਕਿ ਕੀ ਨੀਤੀ ਬਣ ਰਹੀ ਹੈ। ਸਾਰੇ ਸਟੇਟਾਂ ਦਾ ਧਿਆਨ ਉਹਨਾਂ ਨੂੰ ਰੱਖਣਾ ਚਾਹੀਦਾ। ਇਸੇ ਕਰਕੇ ਹੁਣ ਇਹ ਜਿਹੜਾ ਭਬਾਕਾ ਬਣ ਗਿਆ, ਜਦੋਂ ਲਪਟਾਂ ਆ ਗਈਆਂ ਅੱਗ ਦੀਆਂ, ਇਹ ਇੱਕ ਨਾ ਇੱਕ ਦਿਨ ਆਉਣੀਆਂ ਹੀ ਆ। ਔਰ ਫੰਡਿੰਗ ਇਹਨਾਂ ਕੋਲ ਹੁੰਦੀ ਆ। ਰੈਫਰੈਂਡਮ ਹੋ ਰਿਹਾ ਸੀ ਪਹਿਲਾਂ ਇੰਗਲੈਂਡ 'ਚ ਹੋਣਾ ਕੀ ਕਰਨਾ ਚਾਹ ਰਹੇ ਸੀ, ਫਿਰ ਕੈਨੇਡਾ 'ਚ ਹੋ ਗਿਆ, ਵੈਨਕੂਵਰ ਦੇ ਵਿੱਚ ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਹੁਣ ਉਹਦੇ ਬਾਅਦ ਅਮਰੀਕਾ 'ਚ ਕਰਨ ਨੂੰ ਤਿਆਰ ਹੈ। ਔਰ ਉਹ ਬੰਦੇ ਉੱਥੇ ਬੈਠੇ ਆ ਔਰ ਇਹ ਕਿੱਧਰੋਂ ਦੀ ਤੇ ਕਿੱਧਰ ਗਏ? ਉਦੋਂ ਕਿਉਂ ਨਹੀਂ ਰੋਕਿਆ ਵੀ ਉਸ ਦੇਸ਼ 'ਚ ਨਾ ਜਾਓ, ਸਾਡਾ ਇਮੇਜ ਨਾ ਖਰਾਬ ਕਰੋ, ਤੁਹਾਨੂੰ ਅਸੀਂ ਇੱਥੇ ਰੱਖਣਾ ਚਾਹੁੰਦੇ ਹਾਂ। ਜਿਹੜੇ ਸ਼ਰਾਰਤੀ ਲੋਕ ਨੇ, ਕਮਾਈ ਵਾਲੇ ਲੋਕ ਜਾਓ, ਆਰਟ ਵਾਲੇ ਜਾਓ, ਹੁਨਰ ਵਾਲੇ ਜਾਓ ਕੰਮ ਕਰਨ ਲਈ, ਦੇਸ਼ ਦਾ ਨਾਂ ਰੌਸ਼ਨ ਕਰੋ, ਬਦਨਾਮ ਨਾ ਕਰੋ। ਬਿਲਕੁਲ ਸਹੀ ਗੱਲ ਹੈ। ਔਰ ਮੁੱਕਦੀ ਗੱਲ ਇਹ ਕਿ ਜਿਹੜੀ ਸਿਆਸਤ ਹੈ ਉਹ ਤੋੜਦੀ ਹੈ। ਬਿਲਕੁਲ, ਕਿਉਂਕਿ ਉਹਦਾ ਗੁਜ਼ਾਰਾ ਤਾਂ ਹੀ ਹੈ ਜਦੋਂ ਤੋੜੇਗੀ। ਬਿਲਕੁਲ। ਤੇ ਗੁਰੂ ਸਾਹਿਬ ਜੋੜਦੇ ਨੇ। ਬਿਲਕੁਲ ਸਹੀ। ਸਭ ਨੂੰ ਆਪਸ 'ਚ ਜੋੜੋ, ਇਹ ਗੁਰੂ ਸਾਹਿਬ ਦਾ ਸੰਦੇਸ਼ ਹੈ। ਔਰ ਅਸੀਂ ਗੁਰੂ ਸਾਹਿਬ ਦੇ ਸੰਦੇਸ਼ ਤੇ ਹੀ ਚੱਲਦੇ ਹਾਂ। ਅਸੀਂ ਆਪਣੇ ਚੈਨਲ ਤੋਂ ਵੀ, ਆਪਣੇ ਪਲੇਟਫਾਰਮ ਤੋਂ ਵੀ ਗੁਰੂ ਸਾਹਿਬ ਦੇ ਸੰਦੇਸ਼ ਦੀ ਗੱਲ ਕਰਦੇ ਹਾਂ। ਆਪਸ 'ਚ ਜੁੜਾਂਗੇ ਤਾਂ ਹੀ ਗਲੋਬਲਾਈਜੇਸ਼ਨ, ਪੂਰੀ ਦੁਨੀਆ ਨੂੰ ਇੱਕ ਫੈਮਿਲੀ ਕਹਿ ਸਕਾਂਗੇ। ਆਪਸ 'ਚ ਜੁੜਾਂਗੇ, ਇੱਕ ਦੂਜੇ ਦੇ ਸੁੱਖ ਦੁੱਖ ਦੇ ਸਾਥੀ ਬਣਾਂਗੇ, ਤਾਂ ਹੀ ਇਹ ਗੱਲ ਕਹਿ ਸਕਦੇ ਹਾਂ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਸੋ ਜ਼ਰੂਰੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਜੋ ਪਰਸਪੈਕਟਿਵ ਹੈ ਨਾ ਗਲੋਬਲਾਈਜੇਸ਼ਨ ਦਾ, ਸਰਬੱਤ ਦਾ ਭਲਾ, ਅਸੀਂ ਉਹਦੇ ਉੱਤੇ ਚੱਲੀਏ ਔਰ ਕਿਰਤ ਕਰੀਏ, ਨਾਮ ਜਪੀਏ, ਵੰਡ ਛਕੀਏ। ਔਰ ਇਹ ਗੱਲਾਂ ਮੂਲ ਨੇ। ਇਹਨਾਂ ਗੱਲਾਂ ਤੋਂ ਅਸੀਂ ਹਟ ਕੇ ਅਸੀਂ ਬੜੇ ਹੀ ਸਿਆਣੇ ਬਣੇ ਹੋਏ ਹਾਂ ਕਿ ਅਸੀਂ ਬਹੁਤ ਸਿਆਣੇ ਹੋ ਗਏ ਹਾਂ। ਅਸੀਂ ਕੋਈ ਸਿਆਣੇ ਨਹੀਂ ਹੈਗੇ, ਗੁਰੂ ਸਾਹਿਬ ਤੋਂ ਉੱਤੇ ਅਸੀਂ ਸਿਆਣੇ ਨਹੀਂ ਹੈਗੇ। ਇਸ ਕਰਕੇ ਇਹ ਗੱਲਾਂ ਮੂਲ ਨੇ। ਘੁੰਮ ਫਿਰ ਕੇ ਨਾ ਸਾਨੂੰ ਇਸ ਪੁਆਇੰਟ ਤੇ ਆਉਣਾ ਹੀ ਪੈਣਾ। ਬਿਲਕੁਲ ਸਹੀ ਗੱਲ। ਸੋ ਅਸੀਂ ਪਹਿਲਾਂ ਹੀ ਆ ਜਾਈਏ ਤੇ ਇਹਦੇ ਚੰਗੀ ਗੱਲ। ਚੰਗੀ ਗੱਲ। ਖੱਜਲ ਖੁਆਰ ਹੋ ਕੇ ਆਉਣਾ ਔਖਾ। ਉਹ 360 ਡਿਗਰੀ ਦਾ ਪੂਰਾ ਸਰਕਲ ਲਗਾ ਕੇ ਆਓਗੇ ਤਾਂ ਕਿੰਨਾ ਟਾਈਮ ਜ਼ਾਇਆ ਕਰਦੇ ਪਏ। ਸਿੱਧੇ ਰਾਹ ਕਿਉਂ ਨਹੀਂ ਪੈਂਦੇ? ਸਿੱਧੇ ਰਾਹ ਪੈਣ ਵਾਲੀ ਅੱਛੀ ਗੱਲ। ਚਲੋ ਅੱਗੇ ਚੱਲੀਏ ਜੀ। ਮਹਿਲਾ ਰਾਖਵਾਂਕਰਨ ਹੁਣ ਭਾਰਤ ਦੇ ਵਿੱਚ ਆ ਜਾਂਦੇ ਆ ਜੀ। ਨਵੀਂ ਅਸੈਂਬਲੀ ਹੈ, ਪਹਿਲਾ ਸੈਸ਼ਨ ਹੁੰਦਾ ਪਿਆ। ਉਹਦੇ ਵਿੱਚ ਪਹਿਲਾ ਬਿੱਲ ਪਾਸ ਹੋਇਆ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਔਰਤਾਂ ਦੀ ਰਾਜਨੀਤੀ ਦੇ ਵਿੱਚ, ਪਾਰਲੀਮੈਂਟ ਦੇ ਵਿੱਚ। ਇਹ ਸਭ ਗੱਲਾਂ ਹੋ ਰਹੀਆਂ ਨੇ। ਔਰ ਨਾਲ ਇਹ ਵੀ ਗੱਲ ਹੋ ਰਹੀ ਹੈ ਕਿ ਜਦੋਂ ਇਹ ਹੋਏਗੀ, ਇਸ ਟਰਮ 'ਚ ਨਹੀਂ ਹੋਏਗੀ, ਸ਼ਾਇਦ 2024 ਦੀ ਗੱਲ ਹੋਵੇ, ਸ਼ਾਇਦ 2029 ਦੀ ਗੱਲ ਹੋਵੇ, ਉੱਥੇ ਤੱਕ ਜਾ ਕੇ ਇਹ ਰਿਜ਼ਰਵੇਸ਼ਨ ਹੋ ਸਕਦੀ ਹੈ। ਸੋ ਗੱਲ ਇਹ ਵੀ ਕਹਿੰਦੇ ਨੇ ਜਿਹੜੇ ਕ੍ਰਿਟਿਕਸ ਨੇ ਕਿ ਜਦੋਂ ਇੰਨੀ ਦੂਰ ਤੱਕ ਲੈ ਕੇ ਜਾਣਾ ਇਸ ਮਸਲੇ ਨੂੰ, ਤੇ ਹੁਣ ਇੱਕ ਗੱਲ ਕਰਨ ਦੀ ਕੀ ਲੋੜ ਪਈ ਸੀ? ਇਹ ਕਿਤੇ ਨਾ ਕਿਤੇ ਰਾਜਨੀਤੀ ਨਾਲ ਪ੍ਰੇਰਿਤ ਗੱਲਾਂ ਨੇ। ਚਲੋ ਜੋ ਵੀ ਹੈ, ਇੱਕ ਚੰਗਾ ਕਦਮ ਹੋ ਰਿਹਾ ਹੈ। ਹਾਂ, ਇਹ ਜਿਹੜੇ ਵਿਸ਼ੇਸ਼ ਸਮਾਗਮ ਬੁਲਾਏ ਸੀ ਪਾਰਲੀਮੈਂਟ ਦੇ ਨਵੀਂ ਇਮਾਰਤ ਵਿੱਚ, ਇਹਦਾ ਜਿਹੜਾ ਆਗਮਨ ਆ, ਜਿਹੜਾ ਉਹਦਾ ਸ਼ੁਰੂਆਤ ਆ, ਬੜੀ ਅੱਛੀ ਕੀਤੀ ਉਹਨਾਂ ਨੇ। ਜਿਹੜੀ ਔਰਤਾਂ ਦੇ ਜਿਹੜਾ ਰਾਖਵਾਂਕਰਨ ਆ, ਉਹਦਾ ਬਿੱਲ ਪਾਸ ਹੋ ਗਿਆ ਉਹਦੇ 'ਚ ਆ ਕੇ, ਔਰ ਉਹਦੇ ਵਿੱਚ ਕਿਸੇ ਦੀ ਵਿਰੋਧਤਾ ਨਹੀਂ ਹੋਈ। ਔਰ ਲੋਕ ਸਭਾ 'ਚ ਵੀ ਹੋ ਗਿਆ, ਰਾਜ ਸਭਾ ਵਿੱਚ ਵੀ 215 ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਵਿਰੋਧਤਾ ਨਹੀਂ ਕੀਤੀ। ਲੋਕ ਸਭਾ 'ਚ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ। ਵਿਰੋਧੀ ਤਰ੍ਹਾਂ ਬਿਲਕੁਲ ਆਮੋ ਸਾਹਮਣੇ ਹੋ ਕੇ ਸਾਈਨ ਕਰ ਦਿੱਤੇ ਔਰ ਪਾਸ ਹੋ ਗਏ। 33% ਜਿਹੜਾ ਹੈਗਾ ਰਿਜ਼ਰਵੇਸ਼ਨ ਦਿੱਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਅਤੇ ਰਾਜ ਸਭਾ ਵਿੱਚ ਲੇਡੀਜ਼ ਦੀ ਜਿਹੜੀ ਆ ਜ਼ਿਆਦਾ ਤਾਦਾਦ ਹੋਏਗੀ ਔਰ MP ਦੇ ਤੌਰ 'ਤੇ ਉੱਥੇ ਆਉਣਗੀਆਂ। ਉਸ ਤੋਂ ਪਹਿਲਾਂ ਵੀ ਵੈਸੇ ਹੈਗੀਆਂ। ਸੀਤਾਰਮਨ ਜੀ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਨੇ, ਸਾਡੇ ਮਾਨਯੋਗ ਰਾਸ਼ਟਰਪਤੀ ਮੁਰਮੂ ਜੀ, ਉਹ ਵੀ ਵੂਮੈਨ ਨੇ। ਔਰ ਉਹਦੇ ਨਾਲ ਹੋਰ ਵੀ ਬਹੁਤ ਪਹਿਲਾਂ ਸਪੀਕਰ ਵੀ ਰਹੇ ਆ, ਰਾਸ਼ਟਰਪਤੀ ਵੀ ਰਹੇ ਆ। ਔਰ ਇਸ ਤਰ੍ਹਾਂ ਦੀ ਹੁਣ ਇਹਨਾਂ ਨੇ ਜਿਹੜਾ ਕਹਿਤਾ ਕਿ ਇਹਦੇ 'ਚ ਜ਼ਿਆਦਾ ਰਾਖਵਾਂਕਰਨ ਹੋਊਗਾ, ਔਰਤਾਂ ਜ਼ਿਆਦਾ ਆਉਣਗੀਆਂ ਹਰ ਸੂਬੇ 'ਚੋਂ ਵੀ, ਵਿਧਾਨ ਸਭਾ 'ਚੋਂ ਵੀ, ਔਰ ਸਾਡੇ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਵੀ। ਔਰ ਉਸ ਲਿਹਾਜ਼ ਨਾਲ ਜਿਹੜਾ ਤੁਸੀਂ ਦੱਸਿਆ, ਉਹਦੇ ਤੱਕ ਡੇਟ ਕੋਈ ਇਹਨਾਂ ਫਿਕਸ ਨਹੀਂ ਕੀਤੀ। 2029 ਨੂੰ ਕਿਹਾ ਇਹਨਾਂ ਨੇ, ਜਨਗਣਨਾ ਤੋਂ ਬਾਅਦ 'ਚ। ਉਹ ਜਨਗਣਨਾ ਉਹਨਾਂ ਨੇ ਕਹਿਤਾ ਜਿਹੜੀ ਹੋਊਗੀ ਮਰਦਮਸ਼ੁਮਾਰੀ ਜਿਹਨੂੰ ਕਹਿੰਦੇ ਆ, ਸੈਂਸਸ ਜਿਹੜੀ ਹੋਏਗੀ ਉਹ 'ਤੇ ਹੈ। ਔਰ ਉੱਧਰੋਂ ਨਿਤਿਸ਼ ਕੁਮਾਰ ਨੇ ਕਹਿਤਾ ਕਿ ਪਹਿਲੋਂ 14 ਤੋਂ ਲੈ ਕੇ ਹੁਣ ਤੱਕ ਤਾਂ ਸੁੱਤੇ ਰਹੇ, ਕੋਈ ਗੱਲਬਾਤ ਨਹੀਂ ਹੋਈ ਇਹਦੇ 'ਤੇ। ਪਰ ਜਦੋਂ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਸੀਗਾ ਕਿ ਅਸੀਂ ਇਹ ਰਾਖਵਾਂਕਰਨ ਦੇਵਾਂਗੇ ਔਰਤਾਂ ਨੂੰ, ਉਦੋਂ ਤੱਕ ਕਿਸੇ ਵੀ ਨੇਤਾ ਦੇ ਕੰਨਾਂ ਤੋਂ ਜੂ ਨਹੀਂ ਸਰਕੀ। ਹੁਣ ਆ ਕੇ ਜਦੋਂ 3 ਮਹੀਨੇ ਰਹਿੰਦੇ ਉਦੋਂ ਇਹਨਾਂ ਨੇ ਕਰ ਦਿੱਤਾ ਔਰ ਇਹਦੀ ਇੰਪਲੀਮੈਂਟ ਦਾ ਕਰਨ ਦਾ ਕੋਈ ਦਿੱਤਾ ਹੀ ਨਹੀਂ। ਅਗਲੀ ਸਰਕਾਰ ਇਹਨਾਂ ਦੀ ਆਉਣੀ ਹੈ ਜਾਂ ਕਿਹਦੀ ਆਉਣੀ ਹੈ? ਇਹਨਾਂ ਨੂੰ ਕਿਹਨੇ ਕਹਿਤਾ ਕਿ ਭਲੇ ਮਾਨਸ ਨੇ ਕਿ ਤੁਹਾਡੀ ਸਰਕਾਰ ਇੰਪਲੀਮੈਂਟ ਆਉਣ ਵਾਲੀ ਸਰਕਾਰ ਜਿਹੜੀ ਕਰਦੀ ਨਹੀਂ ਕਰਦੀ, ਕਦੋਂ ਕਰਦੀ ਹੈ? ਔਰ ਡੇਟ ਹੁਣ ਦੇ ਰਹੇ ਆ। ਔਰ ਇਹਦੇ ਵਿੱਚ ਵੀ ਬਹੁਤ ਵੱਡਾ ਭਬਲ ਭੂਸਾ ਇਹਨਾਂ ਨੇ ਬਣਾ ਦਿੱਤਾ।
ਔਰ ਉਹ ਬਹੁਤ ਵੱਡੇ ਜਿਹੜੇ ਅਰਥ ਸ਼ਾਸਤਰੀ ਦਾ ਬਹੁਤੇ ਲੋਕ ਨੇ, ਉਹਨਾਂ ਦੇ ਇੱਕ ਤਾਂ ਇਹਨਾਂ ਨੇ ਜਿਹੜਾ ਪੈਸਾ ਖਰਚ ਕਰਨ ਦਾ ਜਿਹੜਾ ਸੀਗਾ ਉਹਨੂੰ ਇਸ ਪਾਸੇ ਉਕਸਾਇਆ, ਦੂਜੇ ਪਾਸੇ ਇਹਨਾਂ ਨੇ ਕੀਤਾ ਕਿ ਇਲੈਕਸ਼ਨ ਦੀਆਂ ਰੋਟੀਆਂ ਸੇਕੀਆਂ ਇਹਦੇ 'ਤੇ ਕਿ ਆਉਣ ਵਾਲੇ ਸਮੇਂ ਵਿੱਚ ਔਰਤਾਂ ਖੁਸ਼ ਹੋ ਜਾਣਗੀਆਂ, ਲਓ ਜੀ ਬਿੱਲ ਪਾਸ ਹੋ ਗਿਆ, ਬੜਾ ਕੁਛ ਹੋ ਗਿਆ। ਵੂਮੈਨ ਵੋਟ ਬੈਂਕ ਇਹਨਾਂ ਨੇ ਜਿਹੜਾ ਆਪਣੇ ਕਬਜ਼ੇ 'ਚ ਲਿਆ, ਉਸੇ ਕਰਕੇ ਹੋਇਆ ਕਿ ਚਲੋ ਜੀ ਇਹ ਤਾਂ ਬੀਜੇਪੀ ਨੇ ਕਰ ਦਿੱਤਾ ਸੀ ਇੰਪਲੀਮੈਂਟ, ਤੇ ਜਿਹਨੇ ਮਰਜ਼ੀ ਕਰ ਦੇਣਾ ਉਹਦੇ 'ਤੇ ਕੋਈ ਕ੍ਰੈਡਿਟ ਨਹੀਂ ਜਾਂਦਾ। ਕ੍ਰੈਡਿਟ ਇਹਨਾਂ ਨੂੰ ਜਾਏਗਾ ਜਿਨ੍ਹਾਂ ਨੇ ਰਾਖਵਾਂ ਕਰਨ ਦਾ ਬਿੱਲ ਪਾਸ ਕਰ ਦਿੱਤਾ। ਇਹ ਉਹਨਾਂ ਨੇ ਕਹਿਤਾ ਪਾ ਲਾ ਕੇ ਇਹਦੇ ਪਿਛੋਕੜ ਪਿੱਛੇ ਸਿਆਸਤ ਹੀ ਹੈਗੀ ਆ। 2 ਟਰਮਸ ਦੇ ਵਿੱਚ ਇਹਨਾਂ ਨੂੰ ਯਾਦ ਨਹੀਂ ਆਇਆ, ਜਦੋਂ ਜਾਣ ਲੱਗੇ ਆ ਉਦੋਂ ਆਂਦੇ ਬੂਹੇ ਬੈਠੀ ਜੰਝ ਤੇ ਵਿੰਨੋ ਕੁੜੀ ਦੇ ਹੁਣ ਕਾਨੂੰਨ ਨੇ ਸਹੁਰੇ ਜਾਣਾ, ਹੁਣ ਗੱਲ ਕਰ ਦਿੱਤੀ ਆ, ਪਹਿਲੋਂ ਕਿਸ ਨੂੰ ਪਤਾ ਨਹੀਂ ਲੱਗਾ। ਇਹ ਖੜਗੇ ਸਾਹਿਬ ਨੇ ਵੀ ਕਹਿਤਾ ਔਰ ਨਿਤਿਸ਼ ਕੁਮਾਰ ਨੇ ਵੀ ਕਿਹਾ ਵਾ, ਗੱਲ ਤੁਹਾਨੂੰ ਦੀ ਸਹੀ ਆ, ਔਰ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਜੋ ਗੱਲ ਹੁਣ ਕੀਤੀ ਆ ਅਸੀਂ ਇੱਥੇ ਕੋਈ ਟੀਕਾ ਟਿੱਪਣੀ ਤਾਂ ਨਹੀਂ ਕਰਦੇ, ਪਰ ਟਿੱਪਣੀ ਕਰਨ ਦਾ ਮਤਲਬ ਇਹ ਹੈਗਾ ਕਿ ਜੇ ਹੁਣ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਔਰਤਾਂ ਨੂੰ ਕਰ ਰਹੇ ਆ, ਉਹਨਾਂ ਦੇ ਘਰ ਵਾਲਿਆਂ ਨੂੰ ਕਰ ਰਹੇ ਆ, ਪਬਲਿਕ ਨੂੰ ਕਰ ਰਹੇ ਆ, ਔਰ ਪਹਿਲੋਂ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਾ। ਜਦੋਂ 2 ਮਹੀਨੇ ਰਹਿ ਗਏ ਹੁਣ ਪਾਵਰ ਤੋਂ ਬਾਅਦ, ਮਈ ਤੱਕ ਇਹਨਾਂ ਦਾ ਕੰਮ ਹੈਗਾ, ਜਦੋਂ ਪਾਰਲੀਮੈਂਟ ਭੰਗ ਹੋ ਗਈ, ਸਾਰਾ ਕੁਝ ਹੋ ਗਿਆ, ਤੇ ਫਿਰ ਇਹ ਕੀ ਕਰਨਗੇ? ਉਹਦੇ ਬਾਅਦ ਕੌਣ ਸਰਕਾਰ ਆਉਂਦੀ ਆ, ਕਿੰਨੇ ਇੰਪਲੀਮੈਂਟ ਕਰਨਾ? ਜੋ 29 ਦੀ ਬਜਾਏ ਆਉਂਦਾ ਉਹ 47 ਲੈ ਜਾਣਗੇ, ਤੇ ਫਿਰ ਕਿੱਥੋਂ ਗਿਆ ਕੰਮ? ਜੋ ਆ ਜਾਂਦੇ ਨਹੀਂ ਹੈਗਾ, ਸਾਡੇ ਕੋਲ ਪੈਸਾ ਨਹੀਂ ਗਾ, ਸਾਡੇ ਕੋਲ ਇਹ ਨਹੀਂ ਗਾ, ਅਸੀਂ ਅਜੇ ਇਲੈਕਸ਼ਨ ਨਹੀਂ ਕਰਾ ਰਹੇ, ਅਸੀਂ ਅੱਗੇ ਲੈ ਜਾਵਾਂਗੇ। ਜੇ ਕੋਈ 2 ਟਰਮਸ ਦੀ ਆ ਗਿਆ ਤਾਂ 2 ਟਰਮ ਉਹਦੀਆਂ ਵੀ ਲੰਘ ਗਈਆਂ, 14 ਤੋਂ ਆ ਕੇ ਤੁਸੀਂ 23 ਤੱਕ ਇਹਦਾ ਗੱਲਬਾਤ ਦਾ ਜਿਹੜਾ ਹੁਣ ਪਤਾ ਲੱਗਾ, ਤੇ ਉਹਦੇ ਬਾਅਦ 2 ਟਰਮਸ ਉਹ ਆ ਗਈਆਂ, ਤੇ ਫਿਰ ਇਹ 47 ਤੱਕ ਚੱਲ ਜਾਊਗਾ। ਇਹ ਗੱਲ ਜਿਹੜੀ ਹੈਗੀ ਆ ਲੋਕਾਂ ਨੂੰ ਨਹੀਂ ਪਚੀ। ਉਹਨਾਂ ਨੇ ਕਹਿਤਾ ਇਹਦੇ ਪਿੱਛੇ ਸਿਆਸਤ ਹੈ, ਇਹਦੇ ਪਿੱਛੇ ਵੋਟ ਬੈਂਕ ਹੈ, ਇਹਦੇ ਪਿੱਛੇ ਆਪਣਾ ਸ਼ੋਹਰਤ ਨੂੰ ਬਹਾਰ ਰੱਖਣ ਦਾ ਮਨਸੂਬਾ। ਬਿਲਕੁਲ ਜੀ। ਔਰ ਅਸੀਂ ਫਿਰ ਉੱਥੇ ਗੱਲ ਕਵਾਂਗੇ ਜੀ, ਕੰਮ ਉਹ ਕਰੋ ਜਿਹਦੇ 'ਚ ਦੇਸ਼ ਦਾ ਭਲਾ ਹੈ, ਆਮ ਲੋਕਾਂ ਦਾ ਭਲਾ ਹੈ। ਬਿਲਕੁਲ, ਆਮ ਲੋਕਾਂ ਦਾ ਰੋਜ਼ੀ ਰੋਟੀ ਦਾ ਮਸਲਾ, ਪਤਾ ਨਹੀਂ ਕਿੱਦਾਂ ਲੋਕ ਜੀ ਰਹੇ ਹੈ, ਅਸੀਂ ਮਤਲਬ ਬਿਆਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਦੀ ਜ਼ਿੰਦਗੀ ਲੋਕ ਜੀ ਰਹੇ ਨੇ। ਵੈਸੇ ਜਿਹੜੀ ਗੱਲ ਸਿਆਸਤ ਸਾਡੀ ਕਰਦੀ ਹੈ ਟੂ ਦਾ ਪੁਆਇੰਟ ਨਹੀਂ ਕਰਦੀ, ਸਿੱਧੀ ਨਹੀਂ ਕਰਦੀ, ਖਲੇਰਾ ਇਹ 90 ਡਿਗਰੀ ਐਂਗਲ ਤੋਂ ਆ ਕੇ ਨਾ ਦੂਜੇ ਪਾਸੋਂ ਦੀ ਕਰਦੇ ਆ। ਬਾਹਰਲੇ ਦੇਸ਼ਾਂ ਦੇ ਬਿਆਨ ਸੁਣੋ, ਜਿਹੜੇ ਵੀ ਕੰਟਰੀ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨੇ ਜਾਂ ਉੱਥੋਂ ਦੇ ਵਿਦੇਸ਼ ਮੰਤਰੀ ਸਿੱਧੀ ਗੱਲ ਕਰਦੇ ਆ, ਉਹਦੇ 'ਚ ਇੱਦਾਂ ਨਹੀਂ ਗਾ ਕਿ ਇਹ ਆਪਾਂ ਅਟਕਾਉਣੇ, ਲੋਕਾਂ ਨੂੰ ਗੁੰਮਰਾਹ ਕਰਦੇ ਆ, ਐਲਾਨ ਹੋਰ ਤੇ ਕੰਮ ਹੋਰ, ਹੈ ਨਾ, ਕਹਿਣੀ ਤੇ ਕਥਨੀ ਦਾ ਸੁਮੇਲ ਨਹੀਂ। ਇਸੇ ਕਰਕੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਇਹਨਾਂ 'ਤੇ ਕਿ ਕਹਿੰਦੇ ਕੁਛ ਤੇ ਕਰਦੇ ਕੁਛ ਹੈਗੇ। ਇਹੀ ਗੱਲਾਂ ਜਿਹੜੀਆਂ ਹੈਗੀਆਂ ਜਦੋਂ ਸਹੂਲਤ ਦਿੰਦੇ ਆ, ਵੈਸੇ ਆਹ ਸਾਲ ਜਿਹੜਾ ਸੀ ਲੋਕਾਂ ਨੂੰ ਸਹੂਲਤਾਂ ਦੇਣ ਦਾ ਸੀ, ਲਾਸਟ ਈਅਰ ਤੇ ਇਹੀ ਹੁੰਦਾ। ਜਿਹੜੇ ਲੋਕ ਰਹਿ ਗਏ ਨੇ, ਗਰੀਬ ਨੇ, ਜਿਹੜੇ ਜਿਨ੍ਹਾਂ ਦੇ ਘਰ ਨਹੀਂ ਬਣੇ, ਸੜਕਾਂ ਨਹੀਂ ਗਈਆਂ, ਜਿਨ੍ਹਾਂ ਦੇ ਸਕੂਲ ਨਹੀਂ ਗਏ, ਉਹ ਸਹੂਲਤਾਂ ਦਿਓ। ਤੁਸੀਂ ਇਸ ਪਾਸੇ ਜੇ ਤੁਰੇ ਫਿਰਦੇ ਪੋਲੀਟਿਕਸ ਵਾਲੇ ਪਾਸੇ, ਇੱਕ ਦੇਸ਼ ਇੱਕ ਚੋਣ, ਉਹਦੇ ਪਾਸੇ ਆ ਜਾਂਦੇ ਜੇ, ਆਰਡੀਨੈਂਸ ਜਾਰੀ ਕਰ ਦਿੰਦੇ। ਇਹ ਸਿਆਸਤ ਨੂੰ ਪਹਿਲੋਂ ਕਰਨਾ ਚਾਹੀਦਾ ਜੀ, ਇਹਨੂੰ ਕਰਨਾ ਚਾਹੀਦਾ ਸੀ, ਤੇ ਹੁਣ ਜਾਣ ਲੱਗੇ ਕਰੀ ਜਾਂਦੇ ਜੇ। ਉਹ ਹੈ ਨਾ, ਉਹ ਗੂਰੇ ਬਣਾ ਕੇ ਪਾਥੀਆਂ ਵਿੱਚ ਪਾ ਕੇ ਤੇ ਮੁੜ ਕੇ ਮੀਂਹ ਪੈ ਜਾਂਦਾ, ਤੇ ਪਾਥੀਆਂ ਵੀ ਗਈਆਂ ਤੇ ਗੂਰਾ ਵੀ ਗਿਆ। ਇਹ ਹੈਗਾ ਮੀਂਹ ਪਏਗਾ ਲੋਕਾਂ ਦੀ ਸੋਚ ਦਾ, ਬਾਰਿਸ਼ ਹੋਊਗੀ ਭਰਮੀ ਝੜੀ ਲੱਗੂਗੀ ਲੋਕਾਂ ਦੀ ਸੋਚ ਦੀ। ਉਹਨਾਂ ਨੇ ਵੇਖਣਾ ਕੀ ਕਰਨਾ ਹੈਗਾ ਔਰ ਕਿੱਥੇ ਕੀ ਕੁਝ ਲੁਕਾਇਆ ਹੈਗਾ, ਉਹਨਾਂ ਨੇ ਨੁਕਰੋਂ ਨੁਕਰੀ ਕੱਢ ਕੇ ਸਾਹਮਣੇ ਲੈ ਆਉਣਾ ਲੋਕਾਂ ਦੇ। ਚਲੋ ਆਪਾਂ ਹੁਣ ਅੱਗੇ ਚੱਲੀਏ। ਜੀ ਅੱਗੇ ਹੈ ਜੀ ਕਿ ਭਾਰਤ ਸਰਕਾਰ ਵੱਲੋਂ ਟੀਵੀ ਚੈਨਲਸ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਹੁਣ ਪਹਿਲਾਂ ਆਪਾਂ ਇੱਕ ਵਾਰੀ ਡਿਸਕਸ ਕੀਤਾ ਸੀ ਕਿ ਜਿਹੜਾ ਗੱਠਜੋੜ ਬਣਿਆ ਹੈ ਇੰਡੀਆ, ਉਹਨਾਂ ਨੇ 14 ਟੀਵੀ ਐਂਕਰਸ ਨੂੰ ਬਾਈਕਾਟ ਕੀਤਾ ਕਿ ਉਹਨਾਂ ਨੂੰ ਅਸੀਂ ਐਂਟਰਟੇਨ ਨਹੀਂ ਕਰਾਂਗੇ, ਅਸੀਂ ਆਪਣੇ ਕਿਸੇ ਵੀ ਪ੍ਰਵਕਤਾ ਨੂੰ ਉੱਥੇ ਨਹੀਂ ਭੇਜਾਂਗੇ, ਉਹਨਾਂ ਦੇ ਸ਼ੋਅਜ਼ ਦੇ ਵਿੱਚ ਨਹੀਂ ਭੇਜਾਂਗੇ। ਹੁਣ ਉਸ ਤੋਂ ਬਾਅਦ ਇਹ ਭਾਰਤ ਸਰਕਾਰ ਵੱਲੋਂ ਟੀਵੀ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ ਹੋ ਗਈ ਹੈ। ਹਾਂ, ਜਿਹੜੇ ਟੀਵੀ ਚੈਨਲ ਚੱਲ ਰਹੇ ਨੇ ਉਹਦੇ ਵਿੱਚ ਡਿਜੀਟਲ ਵੀ ਆ, ਉਹਦੇ ਵਿੱਚ ਲੋਕਲ ਵੀ ਹੈ, ਚੈਨਲ ਵੈਬ ਵੀ ਹੈ। ਤਾਂ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਕੁਝ ਟੀਵੀ ਚੈਨਲ ਬੰਦ ਵੀ ਕਰਤੇ ਸੀ ਜਿਹੜੇ ਪ੍ਰੋਪੇਗੈਂਡਾ ਕਰਦੇ ਆ, ਔਰ ਹੁਣ ਜਿਹੜੀ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਜਿਹੜੀ ਹੈਗਾ ਮਹਿਕਮਾ ਔਰ ਮਿਨਿਸਟਰੀ ਹੈਗੀ, ਉਹਨਾਂ ਨੇ ਬੈਨ ਕਰ ਦਿੱਤਾ ਕਿ ਜਿਹੜੇ ਵੀ ਚੈਨਲ ਜਿਨ੍ਹਾਂ 'ਤੇ ਕੁਝ ਇਸ ਤਰ੍ਹਾਂ ਦੇ ਨੇਤਾ ਬੋਲਦੇ ਨੇ ਔਰ ਭੜਕਾਉਂਦੇ ਨੇ ਔਰ ਉਹਨਾਂ ਦੇ ਨਾਲ ਲੱਗ ਕੇ ਲੋਕ ਗੁੰਮਰਾਹ ਹੁੰਦੇ ਆ, ਇਸ ਤਰ੍ਹਾਂ ਦੀਆਂ ਚੀਜ਼ਾਂ 'ਤੇ ਸੈਂਸਰ ਲੱਗੇਗਾ ਔਰ ਘੱਟੋ ਘੱਟ ਸਿੱਧੇ ਤੌਰ 'ਤੇ ਨਹੀਂ ਬੋਲਿਆ ਜਾਊਗਾ, ਉਹਦਾ ਰਿਟਨ ਤੌਰ 'ਤੇ ਲਿਆ ਜਾਏਗਾ ਕਿ ਇਹਨੇ ਕੀ ਬੋਲਣਾ ਹੈਗਾ। ਔਰ ਇਹ ਨਹੀਂ ਕਿ ਲਾਈਵ ਜੋ ਮਰਜ਼ੀ ਬੋਲਦੇ, ਜੋ ਮਰਜ਼ੀ ਕਰਦੇ। ਔਰ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਬਾਇਸ ਹੋ ਕੇ ਵੀ ਕੀਤੀਆਂ ਜਾਂਦੀਆਂ, ਸੂਬਾ ਸਰਕਾਰ ਲਈ, ਕੇਂਦਰ ਸਰਕਾਰ ਲਈ, ਉਹ ਵੀ ਲੀਡਰ ਬੋਲਦੇ ਨੇ, ਉਹਨਾਂ ਦੇ ਵਿੱਚ ਵੀ ਕੁਝ ਸੱਚ ਘੱਟ ਹੁੰਦਾ, ਉਹਨਾਂ ਦੇ ਪਿੱਛੇ ਜੋ ਕੁਝ ਹੁੰਦਾ ਹੈ ਸਰਕਾਰ ਨੂੰ ਅੱਗੇ ਹਾਈਲਾਈਟ ਕਰਨਾ ਹੁੰਦਾ, ਪਾਲਿਸੀਆਂ ਨੂੰ ਹਾਈਲਾਈਟ ਕਰਨ ਦੀ ਗੱਲ ਹੁੰਦੀ। ਜਦੋਂ ਕੋਈ ਪਾਲਿਸੀ ਇੱਕ ਵੀ ਨਹੀਂ ਬਣੀ, ਲੋਕਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੇ ਕਿਹਾ ਕਿ ਇਹਨਾਂ ਚੀਜ਼ਾਂ 'ਤੇ ਬੈਨ ਲਾਇਆ ਜਾਊਗਾ, ਰੋਕਿਆ ਜਾਊਗਾ। ਔਰ ਇਹ ਗੱਲ ਫਿਰ ਲੋਕ ਉਹੀ ਕਹਿ ਰਹੇ ਕਿ ਹੁਣ ਫਿਰ ਇਹ ਜਾਣ ਲੱਗੇ ਕਹਿ ਰਹੇ
ਇਹ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ ਜਿਹੜੀ ਚੈਨਲ ਕਰ ਰਹੇ ਆ ਜਾਂ ਕਰਨਾ ਚਾਹ ਰਹੇ ਆ, ਜਾਂ ਇਹਦੇ ਵਿੱਚ ਕੁਛ ਐਂਕਰਾਂ 'ਤੇ ਵੀ ਇਹਨਾਂ ਨੇ ਕਿਹਾ ਸੀ ਐਂਕਰ ਵੀ ਬਾਇਸ ਹੋ ਕੇ ਬੋਲਦੇ ਆ ਸਰਕਾਰ ਦੇ ਲਈ ਜਾਂ ਉਹਨਾਂ ਦੀ ਪਾਲਿਸੀਆਂ ਲਈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ। ਲੜਾਈ ਝਗੜੇ ਕਿੱਥੇ ਹੋਏ ਨੇ, ਕਿਉਂ ਹੋਏ ਨੇ, ਛੋਟੀ ਛੋਟੀਆਂ ਖਬਰਾਂ ਵੀ ਲੋਕ ਲੈ ਆਉਂਦੇ ਆ। ਉਹਨਾਂ ਨੇ ਇਹ ਕਹਿਤਾ ਨੈਸ਼ਨਲ ਇੰਟਰਸਟ ਹੋਣਾ ਚਾਹੀਦਾ, ਜਿਹਦੇ ਵਿੱਚ ਸਰਕਾਰ ਦੀ ਨੀਤੀ ਤਾਂ ਹੈ ਹੀ ਆ, ਜਿਹਦੇ ਵਿੱਚ ਲੋਕਾਂ ਦੇ ਲਈ ਜਿਹੜਾ ਲੋਕਾਂ ਦੇ ਸਹੂਲਤਾਂ ਨੇ, ਜੋ ਲੋਕਾਂ ਨੂੰ ਚਾਹੀਦਾ ਹੈਗਾ ਕਿ ਆਹ ਵਿੱਚ ਇੰਟਰਸਟ ਹੈਗਾ। ਔਰ ਇਹਦੇ ਵਿੱਚ ਇਹ ਨਾ ਕਹਿਣਾ ਇੰਡੀਵਿਜੂਅਲ ਵਿਅਕਤੀਗਤ ਤੌਰ 'ਤੇ ਜਿਹੜੀ ਗੱਲ ਹੁੰਦੀ ਹੈ ਉਹਨੂੰ ਨਾ ਹਾਈਲਾਈਟ ਕਰਨਾ। ਇੱਕ ਮੰਤਰੀ ਬੋਲ ਰਿਹਾ ਜਾਂ ਮੁੱਖ ਮੰਤਰੀ ਬੋਲ ਰਿਹਾ ਜਾਂ ਪ੍ਰਧਾਨ ਮੰਤਰੀ ਬੋਲ ਰਿਹਾ, ਉਹਨੂੰ ਬੁਰੀ ਤਰ੍ਹਾਂ ਅੱਗੇ ਲੈ ਕੇ ਜਾਂਦੇ ਆ। ਆਹ ਵੇਖੋ ਕੀ ਕੁਛ ਕਹਿ ਰਿਹਾ ਤੁਹਾਡੇ ਲਈ, ਆਹ ਸਾਰਾ ਕੁਛ ਤੁਹਾਡੇ ਲਈ ਕਹਿ ਰਿਹਾ, ਤੁਹਾਡੀਆਂ ਗੱਲਾਂ ਕਰ ਰਿਹਾ, ਜਦੋਂ ਕਿ ਉਹਦੇ ਲਈ ਇਹ ਗੱਲਾਂ ਨਹੀਂ ਹੁੰਦੀਆਂ। ਇਹ ਗੱਲ ਹੈਗਾ ਕਿ ਤੁਸੀਂ ਉਹਨਾਂ ਨੇ ਕਹਿਤਾ ਕਿ ਜਿਹੜਾ ਪਰਸਨਲ ਇੰਟਰਸਟ ਇਹਨੂੰ ਅਵੋਇਡ ਕਰੋ, ਦੂਜੀਆਂ ਗੱਲਾਂ ਨਾ ਕਰੋ, ਇਹਨਾਂ 'ਤੇ ਬੈਨ ਲਾਵਾਂਗੇ ਔਰ ਪਤਾ ਕਰਾਂਗੇ। ਔਰ ਇੱਕ ਮਹਿਕਮਾ ਹੈਗਾ ਜਿਹੜਾ ਇਹਨਾਂ ਨੂੰ ਅਲਾਉ ਕਰਦਾ, ਉਹ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਅਨੁਰਾਗ ਲਲਿਤ ਜੀ, ਜਿਹੜੇ ਅਨੁਰਾਗ ਠਾਕਰ ਜੀ ਠਾਕੁਰ ਸਾਹਿਬ ਨੇ ਇਹਦੇ ਮਿਨਿਸਟਰ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ, ਉਹ ਆਉਣ ਕੇ ਉਹਨਾਂ ਨੇ ਅੱਗੇ ਵੀ ਇੱਕ ਦੋ ਵਾਰੀ ਐਲਾਨ ਕੀਤਾ ਸੀਗਾ ਕਿ ਉਹਨਾਂ ਨੇ ਕਹਿਤਾ ਕਿ ਨਹੀਂ ਤੇ ਅਸੀਂ ਪਾਬੰਦੀ ਲਾ ਦਾਂਗੇ, ਰੋਕ ਲਾਂਗੇ। ਹੋ ਸਕਦਾ ਚੈਨਲ ਮੁੜ ਕੇ ਚੱਲਣ ਹੀ ਨਾ, ਜਿਹੜੇ ਜਿਨ੍ਹਾਂ 'ਤੇ ਇੱਦਾਂ ਦੀ ਗੱਲ ਹੋਈ ਆ। ਔਰ ਗੁੰਮਰਾਹ ਨਾ ਕਰੋ ਲੋਕਾਂ ਨੂੰ ਪਬਲਿਕ ਭੂਸੇ 'ਚ ਨਾ ਪਾਓ, ਤਾਂ ਕਿ ਲੋਕ ਜਿਹੜੇ ਹੈਗੇ ਉਹ ਲੋਕਤੰਤਰ ਦੇ ਲੋਕ ਨੇ, ਵਸਨੀਕ ਨੇ, ਉਹਨਾਂ ਨੂੰ ਘੱਟੋ ਘੱਟ ਚੰਗੀਆਂ ਸਹੂਲਤਾਂ 'ਤੇ ਦੱਸੋ। ਕਿਉਂਕਿ ਜਿਹੜਾ ਮੀਡੀਆ ਨਾ ਜਾਂ ਜਿਹੜੇ ਚੈਨਲ ਨੇ, ਇਹਨਾਂ ਨੂੰ ਲੋਕ ਸੁਣਦੇ ਆ ਵੀ ਆਹ ਖਬਰਾਂ ਕਿਉਂ ਆ ਰਹੀਆਂ, ਇਹਦੇ ਵਿੱਚ ਕੀ ਹੋ ਗਿਆ, ਸਰਕਾਰ ਆਹ ਕਰ ਰਹੀ ਹੈ ਔਰ ਇੱਦਾਂ ਕਿਉਂ ਨਹੀਂ ਹੋਇਆ, ਇੱਦਾਂ ਕਿਉਂ ਨਹੀਂ, ਉਹਦੇ ਉੱਤੇ ਨੁਕਤਾਚੀਨੀ ਹੁੰਦੀ ਨਾਲ। ਜਿਹੜੇ ਉਹ ਚੈਨਲ ਨੇ ਜਿਹੜੇ ਮਤਲਬ ਸੱਚ ਬੋਲਦੇ ਨੇ, ਜਿਹੜੇ ਲੋਕਾਂ ਨੂੰ ਜਾਗਰੂਕ ਕਰਦੇ ਨੇ, ਲੋਕਾਂ ਨੂੰ ਸੱਚ ਦੇ ਨਾਲ ਪਛਾਣ ਕਰਾਉਂਦੇ ਨੇ, ਉਹਨਾਂ ਚੈਨਲਸ ਦੀ ਸਿਕਿਉਰਿਟੀ ਵਾਸਤੇ ਵੀ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ। ਕਿਉਂਕਿ ਕੋਈ ਤਾਂ ਹੈ ਜੋ ਇਸ ਭੀੜ ਦੇ ਵਿੱਚ ਸੱਚ ਬੋਲਣ ਦੀ ਹਿੰਮਤ ਰੱਖਦਾ। ਸਾਰੇ ਚੈਨਲ ਤੇ ਇਸ ਪਾਸੇ ਨੇ ਹੈਗੇ, ਉਹ ਕੁਛ ਹੀ ਹੁੰਦੇ, ਮਿੱਠੂ ਹੀ ਭਾਰੀ ਹੁੰਦੇ ਹਰ ਪਾਸੇ, ਮੁੱਠੀ ਭਰ ਲੋਕ ਸੱਚ ਬੋਲਦੇ ਨੇ। ਬੜੇ ਬੈਲੈਂਸਡ ਆ ਇਹਨਾਂ ਦੇ, ਬੜੀ ਅੱਛੀ। ਬਿਲਕੁਲ। ਔਰ ਸਿਆਣੇ ਕਹਿੰਦੇ ਨੇ ਕਿ ਸੱਚ ਭਾਵੇਂ ਗਿਣਤੀ ਦੇ ਵਿੱਚ ਇਕੱਲਾ ਹੀ ਕਿਉਂ ਨਾ ਹੋਵੇ, ਸੱਚ ਫਿਰ ਸੱਚ ਹੈ। ਤਾਂ ਜਿਹੜੇ ਸੱਚ ਬੋਲਣ ਵਾਲੇ ਚੈਨਲਸ ਨੇ, ਟੀਵੀ ਐਂਕਰਸ ਨੇ, ਔਰ ਉਹਨਾਂ ਦੀ ਕਿੱਦਾਂ ਦੀ ਸਾਰੀ ਸਿਕਿਉਰਿਟੀ ਹੋਣੀ ਚਾਹੀਦੀ ਹੈ ਔਰ ਉਹਨਾਂ ਨਾਲ ਕਿਸ ਤਰ੍ਹਾਂ ਦਾ ਸਾਰਾ ਵਿਵਹਾਰ ਹੋਣਾ ਚਾਹੀਦਾ, ਇਹ ਵੀ ਸਰਕਾਰ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿ ਜੋ ਲੋਕਾਂ ਨੂੰ ਜਾਗਰੂਕ ਕਰਦੇ ਨੇ, ਸਹੀ ਰਾਹ ਤੇ ਪਾਉਂਦੇ ਨੇ, ਉਹਨਾਂ ਵੱਲ ਵੀ ਧਿਆਨ ਹੋਣਾ ਚਾਹੀਦਾ ਸਰਕਾਰਾਂ ਦਾ। ਸੋ ਆਪਾਂ ਅੱਗੇ ਚੱਲੀਏ ਜੀ। ਇਹ ਕੀ ਕਿੱਸਾ ਹੈ ਜੀ? ਦਿੱਲੀ ਰੇਲਵੇ ਸਟੇਸ਼ਨ ਤੇ ਰਾਹੁਲ ਗਾਂਧੀ ਕੁਲੀ ਬਣ ਗਏ, ਕੀ ਗੱਲ ਹੋ ਗਈ? ਪਹਿਲਾਂ ਤਾਂ ਭਾਰਤ ਜੋੜੋ ਯਾਤਰਾ ਵੀ ਕੀਤੀ, ਟਰੱਕਾਂ ਦੇ ਵਿੱਚ ਵੀ ਯਾਤਰਾ ਕੀਤੀ, ਹੁਣ ਆਹ ਕੀ ਨਵਾਂ ਕੰਮ? ਉਹਨਾਂ ਕੋਲ ਪੈਸੇ ਨਹੀਂ ਮੁੱਕੇ, ਉਹਨਾਂ ਕੋਲ ਪਿਆਰ ਮੁੱਕਿਆ। ਉਹਨਾਂ ਨੇ ਕਿਹਾ ਇਹਨਾਂ ਨੂੰ, ਉਹ ਜਿਹੜੇ ਸੀ ਕੁੱਲੀ ਸੀ, ਉਹਨਾਂ ਨੇ ਇਹਨਾਂ ਨੂੰ ਬੁਲਾਇਆ ਸੀਗਾ। ਇਹ ਆਨੰਦ ਨਗਰ ਜਿਹੜਾ ਰੇਲਵੇ ਸਟੇਸ਼ਨ ਹੈ ਦਿੱਲੀ, ਉੱਥੋਂ ਜਿਹੜੇ ਕੁੱਲੀ ਉਹ ਮਿਲਣਾ ਚਾਹੁੰਦੇ ਸੀਗੇ ਔਰ ਇਹਨਾਂ ਨੇ ਉਹਨਾਂ ਦੀ ਗੱਲ ਮੰਨ ਲਈ। ਔਰ ਉਦੋਂ ਬਾਅਦ ਉੱਥੇ ਗਏ, ਇਹਨਾਂ ਨੇ ਉਸੇ ਤਰ੍ਹਾਂ ਦੀ ਉਹਨਾਂ ਦੀ ਜੈਕਟ ਕੋਟੀ ਪਾਈ, ਉਸੇ ਤਰ੍ਹਾਂ ਦੇ ਬਿੱਲੇ ਲਾਏ, ਉਸੇ ਤਰ੍ਹਾਂ ਸਮਾਨ ਸਿਰ 'ਤੇ ਟਿਕਾਇਆ ਔਰ ਉਹਦੇ ਪਿੱਛੇ ਉਹ ਜਾ ਰਹੇ, ਅੱਗੇ ਉਹ ਆ ਰਹੇ, ਜਿੱਦਾਂ ਅਮਿਤਾਭ ਬੱਚਨ ਜੀ ਨੇ ਕੁੱਲੀ ਫਿਲਮ ਵਿੱਚ ਕੀਤਾ ਸੀ, ਸੇਮ ਉਸੇ ਤਰ੍ਹਾਂ ਦਾ ਕੰਮ। ਇਹ ਤੋਂ ਪਹਿਲਾਂ ਵੀ ਇਹ ਟਰੱਕਾਂ ਵਾਲਿਆਂ ਨਾਲ ਘੁੰਮਦੇ ਸੀ, ਟਰੱਕਾਂ ਵਾਲਿਆਂ ਦੀ ਸੀਟ 'ਤੇ ਬਹਿ ਕੇ ਉਹਨਾਂ ਨਾਲ ਘੁੰਮ ਕੇ ਬਾਹਰ ਸਾਰੇ ਪਹਾੜਾਂ 'ਚ, ਬਾਹਰਲੇ ਜਿਹੜਾ ਸੂਬਿਆਂ 'ਚ ਜਾ ਕੇ ਘੁੰਮ ਕੇ ਆਏ ਆ। ਔਰ ਉਹਦੇ ਬਾਅਦ ਮੋਟਰਸਾਈਕਲ 'ਤੇ ਵੀ ਇਹ ਲਦਾਖ ਵਾਲੇ ਪਾਸੇ ਘੁੰਮ ਕੇ ਆਏ ਆ, ਮਣੀਪੁਰ ਵੀ ਗਏ ਆ ਔਰ ਘੁੰਮ ਕੇ ਜਾਂਦੇ ਆ। ਔਰ ਜਿੱਥੇ ਜਿੱਥੇ ਜੀ ਕਰਦੇ, ਜੇ ਕਿਤੇ ਰੇਹੜੀਆਂ ਲੱਗੀਆਂ, ਜਿੱਥੇ ਸਮੋਸੇ ਵੀ ਖਾਣ ਲੱਗ ਪੈਂਦੇ ਬਹਿ ਕੇ। ਇਹ ਬੜੇ ਜੌਲੀ ਮੂਡ ਦੇ ਆ। ਔਰ ਇਹਨਾਂ ਨੇ ਕਹਿਤਾ ਕਿ ਮੈਂ ਭਾਰਤ ਜੋੜੋ ਯਾਤਰਾ ਜਿਹੜੀ ਅੱਗੇ ਕੀਤੀ ਹੈ, ਉਹਦਾ ਕੁਝ ਹਿੱਸਾ ਜਿਹੜਾ ਅਟੁੱਟ ਹਿੱਸਾ, ਉਹਦੇ ਲਈ ਮੈਂ ਲੋਕਾਂ ਨਾਲ ਇਸ ਤਰ੍ਹਾਂ ਵੀ ਮਿਲ ਸਕਦਾ। ਸਬਜ਼ੀਆਂ ਵਾਲਿਆਂ ਕੋਲ ਵੀ ਰੁਕਦੇ ਆ, ਮਣੀਪੁਰ ਜਾ ਕੇ ਇਹਨਾਂ ਨੇ ਸਬਜ਼ੀਆਂ ਵਾਲਿਆਂ ਕੋਲ ਜਾ ਕੇ ਉੱਥੇ ਛੋਲੇ ਪੂਰੀ ਸਾਰਾ ਕੁਝ ਬਹਿ ਕੇ ਰੇਹੜੀ 'ਤੇ ਖਾਧਾ। ਔਰ ਇਹ ਗੱਲ ਅੱਛੀ ਹੈ ਕਿਉਂਕਿ ਲੋਕਾਂ ਦੇ ਕਾਫਲੇ 'ਚ ਰਲ ਕੇ ਗੱਲ ਕਰਨੀ, ਉਹਨਾਂ ਪਿਆਰ ਨਹੀਂ ਮਿਲਦਾ। ਜਦੋਂ ਤੁਸੀਂ ਸਿਕਿਉਰਿਟੀ ਦੇ ਅੰਦਰ ਰੁਕੇ ਜੇ, ਜਦੋਂ ਤੁਸੀਂ ਬਹੁਤ ਵੱਡੇ ਜਾ ਕੇ ਜਗ੍ਹਾ 'ਤੇ, ਸਿਕਿਉਰਿਟੀ ਵਾਲੀ ਜਗ੍ਹਾ 'ਤੇ ਗੱਲਾਂ ਕਰ ਰਹੇ ਜੇ ਲੋਕਾਂ ਨਾਲ, ਉਹ ਡਿਸਟੈਂਸ ਹੈ। ਜਦੋਂ ਤੁਸੀਂ ਡਿਸਟੈਂਸ ਨੂੰ ਰੋਕ ਕੇ, ਖੋਲ੍ਹ ਕੇ ਲੋਕਾਂ ਦੇ ਨੇੜੇ ਆ ਜਾਂਦੇ ਜੀ, ਅਤੇ ਲੋਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ। ਔਰ ਇਸੇ ਕਰਕੇ ਉਹਨਾਂ ਕੋਲ ਗਏ ਆ। ਔਰ ਇਸ ਗੱਲ ਨੂੰ ਲੋਕਾਂ ਨੇ ਸਰਾਹਿਆ ਵੀ ਹੈ ਕਿ ਇੱਕ ਵੱਡੇ ਨੇਤਾ ਦਾ ਲੋਕਾਂ ਕੋਲ ਚਲੇ ਜਾਣਾ, ਔਰ ਇਨਸਿਕਿਉਰਿਟੀ ਵੀ ਹੁੰਦੀ ਉੱਥੇ ਤਾਂ ਵੀ ਚਲੇ ਗਏ। ਔਰ ਵਧੀਆ ਗੱਲ ਇਹ ਗਈ ਆ। ਦੇਖੋ, ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਜ਼ਰੂਰੀ, ਔਰ ਜੋ ਇਨਸਾਨ ਮਿਹਨਤ ਕਰਦਾ ਹੈ ਸੱਚੇ ਦਿਲੋਂ ਕਰਦਾ ਹੈ, ਦਿਖਾਵਾ ਨਹੀਂ, ਡਰਾਮੇਬਾਜ਼ੀ ਨਹੀਂ, ਬਿਲਕੁਲ ਸੱਚੇ ਦਿਲੋਂ ਜੋ ਮਿਹਨਤ ਕਰਦਾ ਹੈ, ਕੁਦਰਤ ਦੇਖਦੀ ਹੈ। ਹੁਣ ਸਮੇਂ ਆਉਣ ਦੇ ਉੱਤੇ ਉਸ ਮਿਹਨਤ ਦਾ ਕੀ ਫਲ ਮਿਲਦਾ ਹੈ, ਇਹ ਤੇ ਕੁਦਰਤ ਜਾਣਦੀ ਹੈ, ਪਰ ਇਨਸਾਨ ਨੂੰ ਹਮੇਸ਼ਾ ਸੱਚੇ ਦਿਲੋਂ ਮਿਹਨਤ ਕਰਨੀ ਚਾਹੀਦੀ ਹੈ। ਇਹੀ ਇਨਸਾਨ ਦਾ ਕਰਮ ਹੈ। ਔਰ ਉਹ ਇਨਸਾਨ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਮਿਹਨਤ ਕਰਨ ਦਾ ਮੌਕਾ ਦਿੰਦੀ ਹੈ ਕੁਦਰਤ, ਕਿਉਂਕਿ ਮਿਹਨਤ ਤੋਂ ਬਾਅਦ ਹੀ ਤੁਸੀਂ ਉਹਦਾ ਫਲ ਮਿਲਦਾ ਹੈ। ਮਿਹਨਤ ਕਰੇਗਾ ਤੇ ਫਿਰ ਬਹੁਤ ਵੱਡਾ ਫਲ ਪਾਏਗਾ, ਤੇ ਝੋਲੀਆਂ ਭਰਦਾ ਰੱਬ। ਜਦੋਂ ਮਿਹਨਤ ਕਰਦਾ, ਉਹਨਾਂ ਨੂੰ ਪਤਾ ਹੁੰਦਾ, ਉਹ ਲੋਕ ਪਹਿਲਾਂ ਪਤਾ ਕੀ ਕਹਿੰਦੇ, ਰੱਬ ਨੂੰ ਨੀਲੀ ਛਤਰੀ ਵਾਲਾ ਹੀ ਕਹਿੰਦੇ ਕਿ ਨੀਲੀ ਛਤਰੀ ਵਾਲਾ ਕੀ ਕਹੂਗਾ। ਕੋਈ ਵੀ ਮਾੜਾ ਕੰਮ ਨਹੀਂ ਸੀ ਕਰਦੇ।
ਔਰ ਉਹਨਾਂ ਨੂੰ ਪਤਾ ਸੀਗਾ ਕਿ ਜੋ ਅਸੀਂ ਕਰ ਰਹੇ ਹਾਂ ਉਹ ਵੇਖ ਰਿਹਾ ਸਾਨੂੰ। ਬਿਲਕੁਲ। ਲੋਕਾਂ 'ਚ ਇੰਨੀ ਨਿਮਰਤਾ ਸੀ। ਜਿਉਂ-ਜਿਉਂ ਲੋਕ ਪੜ੍ਹ ਗਏ, ਲਿਖ ਗਏ, ਪਤਾ ਲੱਗ ਗਿਆ ਕਿ ਰੱਬ ਕਿੱਥੇ ਬੈਠਾ, ਅਸੀਂ ਕਿੱਥੇ ਬੈਠੇ ਹਾਂ, ਸਾਨੂੰ ਦਿਖਾਓ present ਕਿੱਥੇ ਹੈ ਰੱਬ। ਦੇਖੋ, ਇਹ ਆਸਤਕ ਨਾਸਤਕ ਵਾਲੀ ਗੱਲ ਨੇ ਜਿਹੜੀ ਹੈਗੀ ਲੋਕਾਂ ਵਿੱਚ ਬੜਾ ਭਰਮ ਪਾ ਦਿੱਤਾ। ਬਿਲਕੁਲ। ਸਾਡੇ ਕਿਸਾਨ, ਕਿਉਂਕਿ ਅਸੀਂ ਸਾਰੇ ਕਿਸਾਨਾਂ ਦੀ ਹੀ ਔਲਾਦ ਆ, ਸਾਡੇ ਸਾਰੇ ਪੁਰਖੇ ਕਿਸਾਨ ਹੀ ਰਹੇ ਨੇ। ਬਿਲਕੁਲ ਕਿਸਾਨ ਸਾਰੇ ਕਿਸਾਨੀ ਤੋਂ ਹੀ ਆ। ਔਰ ਹਮੇਸ਼ਾ ਉਹ ਕਹਿੰਦੇ ਰਹੇ ਨੇ ਦੱਬ ਕੇ ਵਾਹ, ਰੱਜ ਕੇ ਖਾ, ਕਰ ਮਜ਼ਦੂਰੀ, ਖਾ ਚੂਰੀ। ਮਤਲਬ ਇਹ ਸਾਰੀਆਂ ਮਿਹਨਤ ਦੀਆਂ ਹੀ ਗੱਲਾਂ ਨੇ ਮਿਹਨਤ ਨਾਲ ਕਿ ਮਿਹਨਤ ਨਾਲ ਹੀ ਸਭ ਕੁਝ ਹੁੰਦਾ। ਹਾਂ ਸੋ ਅੱਗੇ ਚੱਲੀਏ, ਆਪਾਂ ਮਿਹਨਤਕਸ਼ ਲੋਕਾਂ ਦੀ ਹੋਰ ਗੱਲ ਕਰੀਏ ਜਿਹੜੇ ਵਾਕਈ ਦਿਲੋਂ ਮਿਹਨਤ ਕਰਦੇ ਨੇ ਜੀ। ਇਹ ਕੇਂਦਰ ਸਰਕਾਰ ਵੱਲੋਂ RDF ਤੇ ਜਿਹੜੀ ਰੋਕ ਲੱਗੀ ਹੋਈ ਹੈ, ਉਹ ਭਗਵੰਤ ਮਾਨ ਜੀ ਨੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਇਹ ਰੋਕ ਹਟਾਉਣ ਵਾਸਤੇ ਕੇਂਦਰ ਸਰਕਾਰ ਨੂੰ ਕਹਿਣ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ। ਕਾਫੀ ਫੰਡ ਜਿਹੜਾ ਪੰਜਾਬ ਦੇ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਇਹਨੂੰ RDF ਜਿਹੜਾ ਹੈਗਾ ਰੂਰਲ ਡਿਵੈਲਪਮੈਂਟ ਫੰਡ ਆ, ਇਹਦੇ ਨੂੰ ਰੋਕਿਆ ਪਿਆ। ਜਿਹੜੇ ਪੰਚਾਇਤਾਂ ਕੋਲ ਪੈਸਾ ਆਉਣਾ ਸੀਗਾ, ਉਹਦੇ ਵਿੱਚ ਵਿਕਾਸ ਕਾਰਜ ਹੋਣੇ ਸੀ, ਉਹ ਕੇਂਦਰ ਨੇ ਰੋਕਿਆ ਪਿਆ ਸੀਗਾ। ਔਰ ਜਦੋਂ ਲੈਟਰ ਵੀ ਗਿਆ, ਪਹਿਲਾਂ ਗਵਰਨਰ ਸਾਹਿਬ ਨੇ ਉਹ ਰੋਕ ਲਿਆ ਸੀਗਾ, ਨਹੀਂ ਸੀ ਜਾਣਤਾ। ਹੁਣ ਇਹਨਾਂ ਦਾ ਆਪਸੀ ਥੋੜ੍ਹਾ ਜਿਹਾ ਮੁਹੱਬਤ ਵਧੀ ਆ ਔਰ ਉਹ ਜਿਹੜੀਆਂ ਚਿੱਠੀਆਂ ਉਹਨਾਂ ਨੇ ਮੰਗੀਆਂ ਸੀਗੀਆਂ, ਚਿੱਠੀਆਂ ਇਹਨਾਂ ਨੇ ਉਹਦਾ ਜਵਾਬ ਦੇ ਦਿੱਤਾ ਭਗਵੰਤ ਮਾਨ ਨੇ। ਹੁਣ ਇਹਨਾਂ ਨੇ ਨਾਲ ਹੀ ਇਸ ਪਾਸੇ ਵੀ ਉਹਨਾਂ ਦਾ ਧਿਆਨ ਖਿੱਚਿਆ ਕਿ ਜਿਹੜਾ ਪੈਸਾ ਸਾਡਾ ਰੁਕਿਆ ਪਿਆ, ਹੁਣ ਉਹ 'ਤੇ ਲੈਟਰ ਲਿਖੋ ਉਹਨਾਂ ਨੂੰ, ਮਿਨਿਸਟਰੀ ਆਫ ਫਾਈਨਾਂਸ ਨੂੰ, ਜਿਹੜਾ ਰੂਰਲ ਡਿਵੈਲਪਮੈਂਟ ਦਾ ਪੈਸਾ ਰੁਕਿਆ ਪਿਆ ਉਹਨੂੰ ਦਿੱਤਾ ਜਾਵੇ। ਔਰ ਉਹ ਜਿਹੜਾ ਹੁਣ ਗਵਰਨਰ ਸਾਹਿਬ ਇਸ ਗੱਲ 'ਤੇ ਖੁਸ਼ ਹੈ, ਮੇਰੇ ਖਿਆਲ ਫਾਰਵਰਡ ਹੋ ਗਿਆ ਹੋਊਗਾ ਲੈਟਰ, ਔਰ ਉਹ ਪੰਜਾਬ ਨੂੰ ਪੈਸਾ ਮਿਲ ਸਕਦਾ ਔਰ ਮਿਲ ਜਾਏਗਾ ਥੋੜ੍ਹੀ ਦੇਰ ਤੱਕ। ਦੂਜੀ ਗੱਲ ਹੈਗਾ ਕਿ ਮਿਲਣਾ ਤਾਂ ਮਿਲਣਾ ਹੀ ਹੈ, ਕਿਉਂਕਿ ਵੋਟਾਂ ਆ ਗਈਆਂ ਅੱਗੇ। ਵੋਟਾਂ ਆਉਣ ਕਰਕੇ ਹੁਣ ਕਿਸੇ ਨੇ ਵੀ ਕੁਝ ਨਹੀਂ ਰੋਕਣਾ। ਹੁਣ ਇਹਨਾਂ ਦੇ ਵੀ ਸੁਭਾਅ ਨਰਮ ਹੋ ਗਿਆ, ਇਸ ਕਰਕੇ ਨਰਮ ਹੋ ਗਿਆ। ਪਹਿਲਾਂ ਇਹਨਾਂ 'ਚ ਖਿੱਚੋ ਤਾਣੀ ਸੀ, ਇਹਨਾਂ ਨੂੰ ਅੱਗਿਓਂ ਇੰਸਟਰਕਸ਼ਨ ਆ ਗਈਆਂ, ਹਦਾਇਤਾਂ ਆ ਗਈਆਂ ਕਿ ਸਿੱਧੇ ਹੋ ਕੇ ਕੰਮ ਕਰੋ, ਉਹਦੇ 'ਚ ਸਿਆਸਤ ਨਾ ਰਲਾਓ। ਲੋਕਾਂ ਨੂੰ ਪਤਾ ਲੱਗ ਗਿਆ ਕਿ ਤੁਹਾਡੀ ਜਿਹੜੀ ਨੀਤੀ ਕੀ ਹੈ, ਉਹਨੂੰ ਸਿੱਧੇ ਤਰੀਕੇ ਨਾਲ ਵਰਤੋ। ਤਾਂ ਕਰਕੇ ਇਹ ਵੀ ਆਪੋ 'ਚ ਨੇੜੇ ਆ ਗਿਆ। ਹੁਣ ਚਿੱਠੀਆਂ ਦੇ ਜਵਾਬ ਵੀ ਆ, ਫਾਈਲਾਂ ਵੀ ਤੁਰ ਪਈਆਂ, ਸਾਰਾ ਕੁਝ ਹੋ ਗਿਆ। ਕੁਰਸੀਆਂ ਵੀ ਮੁੜ ਗਈਆਂ, ਉੱਧਰ ਨੂੰ ਰਿਵਾਲਵਿੰਗ ਚੇਅਰ ਜਿਹੜੀਆਂ ਹੁਣ ਮੁੜ ਕੇ ਸਾਹਮਣੇ ਆ ਗਈਆਂ, ਆਮੋ ਸਾਹਮਣੇ ਹੋ ਗਏ। ਹੁਣ ਇੱਕ ਦੂਜੇ ਨਾਲ ਜੱਫੀ ਪਾ ਕੇ ਮਿਲਦੇ ਆ। ਇਹਦੇ ਨਾਲ ਫਾਇਦਾ ਲੋਕਾਂ ਨੇ ਚੱਕਣਾ, ਪਬਲਿਕ ਨੂੰ ਫਾਇਦਾ ਹੋਣਾ। ਤੁਹਾਡੀ ਗੱਲ ਮੰਨ ਲਈ ਉਹਨਾਂ ਨੇ। ਤੁਸੀਂ ਇੱਕ ਵਾਰੀ ਆਪਣੇ ਇਸ ਪਲੇਟਫਾਰਮ ਤੋਂ ਕਿਹਾ ਸੀ ਕਿ ਦੋਵਾਂ ਨੂੰ ਚਾਹੀਦਾ ਸ਼ਾਮ ਨੂੰ ਇਕੱਠੇ ਬੈਠਣ, ਚਾਹ ਕੌਫੀ ਪੀਣ, ਨਾਲ ਪਕੌੜੇ ਲੱਡੂ ਖਾਣ, ਸਮੋਸੇ ਖਾਣ, ਪਿਆਰ ਮੁਹੱਬਤ ਵਧੇ। ਉਹ ਤੁਹਾਡੀ ਗੱਲ ਮੰਨ ਲਈ ਲੱਗਦੀ ਆ। ਸ਼ਾਮ ਨੂੰ ਉਸ ਤਰ੍ਹਾਂ ਨਹੀਂ ਭਗਵੰਤ ਮਾਨ ਜੀ ਨੇ ਸ਼ਾਮ ਨੂੰ ਦੂਜੇ ਪਕੌੜੇ ਤੇ ਬੈਠ ਸਕਦੇ, ਚਾਹ ਤੇ 4 ਵਜੇ, ਕਿਉਂਕਿ ਜਿਹੜੇ ਗਵਰਨਰ ਨੇ ਉਹ ਸ਼ਾਮ ਵਾਲੇ ਨਹੀਂਗੇ, ਉਹ ਚਾਹ ਪਾਣੀ ਵਾਲੇ। ਉਹ ਚਾਹ ਪਾਣੀ ਵਾਲੇ ਨੇ। ਔਰ ਤੁਸੀਂ ਉਹ ਕਿਹਾ ਨਾ ਚੇਅਰਾਂ ਹੁਣ ਰਿਵਾਲਵਿੰਗ ਚੇਅਰ ਇਕੱਠੀਆਂ ਹੋ ਗਈਆਂ, ਇੱਕ ਦੂਜੇ ਵੱਲ ਮੁੜ ਗਈਆਂ ਨੇ। ਤਾਂ ਹੁਣ ਚਾਹ ਕੌਫੀ ਬੈਠ ਕੇ ਪੀਣ। ਦੋਨੇ ਨੇਤਾ ਨੇ ਜੇ ਦੋਵੇਂ ਮਿਲ ਜਾਣਗੇ ਤਾਂ ਬਹੁਤ ਫਾਇਦਾ ਹੋਊਗਾ ਪੰਜਾਬ ਨੂੰ। ਜੇ ਹੁਣ ਗੱਲ ਸ਼ੁਰੂ ਹੋ ਗਈ ਆ, ਅੱਜ ਜਿਹੜੀ ਗੱਲ ਆ ਬੜੀ ਵੱਡੀ ਗੱਲ ਹੈ, ਰੂਰਲ ਡਿਵੈਲਪਮੈਂਟ ਦਾ ਪੈਸਾ ਉੱਧਰੋਂ ਕੇਂਦਰ ਤੋਂ ਆ ਜਾਊਗਾ। ਪੰਜਾਬ ਕੋਲ ਪੈਸਾ ਇੰਨਾ ਨਹੀਂ ਹੈਗਾ। ਜੇ ਪੈਸਾ ਮੰਗਣਾ ਤਾਂ ਕੇਂਦਰ ਕੋਲ ਮੰਗੇ। ਪਹਿਲਾਂ ਭਗਵੰਤ ਮਾਨ ਵੀ ਕਹਿ ਰਹੇ ਮੈਂ ਕੋਈ ਬੈਗਰ ਨਹੀਂ, ਮੈਂ ਮੰਗੂਗਾ ਨਹੀਂ, ਮੰਗਣਾ ਪੈਣਾ। ਕੇਂਦਰ ਆ, ਉਹ ਸੈਂਟਰ ਆ। ਦੇਸ਼ ਵਾਸੀਆਂ ਵਾਸਤੇ, ਪੰਜਾਬ ਵਾਸੀਆਂ ਵਾਸਤੇ ਆਪਣੀ ਜੇਬ 'ਚ ਥੋੜ੍ਹਾ ਪਾਉਣਾ, ਆਪਣੇ ਵਾਸਤੇ ਥੋੜਾ ਮੰਗਣਾ। ਬੈਗਰ ਵਾਲੀ ਤੇ ਕੋਈ ਗੱਲ ਨਹੀਂ ਹੈ ਇਹਦੇ 'ਚ, ਕਿਉਂਕਿ ਇਹ ਤੇ ਆਪਣਾ ਹੱਕ ਲੈਣ ਵਾਲੀ ਗੱਲ ਹੈ। ਸੋ ਆਪਾਂ ਅੱਗੇ ਵਧਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਹੋਰ ਸਟੈਪ ਲਿੱਤਾ ਵਿਧਾਨ ਸਭਾ ਦੇ ਵਿੱਚ, ਡਿਜੀਟਲ ਪੇਪਰਲੈਸ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚਲੋ ਵਧੀਆ, ਜੰਗਲ ਕੱਟਦੇ ਪਏ ਨੇ, ਇੰਨੀ ਪ੍ਰਕਿਰਤੀ ਨੂੰ ਹਾਨੀ ਹੁੰਦੀ ਪਈ ਹੈ। ਜੇ ਅਸੀਂ ਪੇਪਰਸ ਦੀ ਬਜਾਏ ਡਿਜੀਟਲੀ ਸਾਰਾ ਕੰਮ ਕਰੀਏ ਤਾਂ ਵਧੀਆ ਰਹੇਗਾ। ਪੇਪਰ ਬਚਣਗੇ, ਜੰਗਲ ਬਚਣਗੇ, ਦਰਖਤ ਬਚਣਗੇ। ਪਹਿਲਾਂ ਇਹਨਾਂ ਨੇ ਇੱਕ ਡਿਸੀਜਨ ਲਿਆ ਸੀ, ਜਿਹੜਾ ਬਿਜਲੀ ਬੋਰਡ ਆਇਆ, ਬਿਜਲੀ ਬੋਰਡ 'ਚ ਰੀਡਰ ਲਾਏ ਸੀ, ਮੀਟਰ ਰੀਡ ਕਰ ਲਈ। ਉਹਨਾਂ 'ਚ ਬਿੱਲ ਜਿਹੜੇ ਆਉਂਦੇ ਸੀ ਨਹੀਂ ਆਉਣਗੇ, ਚਿੱਪ ਪਾ ਦਾਂਗੇ ਅਤੇ ਬਿੱਲ ਸਿੱਧੇ ਮੋਬਾਈਲ 'ਤੇ ਆ ਜਾਣਗੇ। ਹੁਣ ਇਹਨਾਂ ਨੇ ਦੂਜਾ ਫੈਸਲਾ ਲਿਆ ਵਿਧਾਨ ਸਭਾ ਦੇ ਵਿੱਚ, ਡਿਜੀਟਲ ਜਿਹੜੀ ਆ ਸਿਸਟਮ ਉਹਨਾਂ ਨੇ ਕਰ ਦਿੱਤਾ। ਕੱਲ੍ਹ ਉਹਦਾ ਉਦਘਾਟਨ ਕਰ ਦਿੱਤਾ ਉਹਨਾਂ ਭਗਵੰਤ ਮਾਨ ਨੇ। ਔਰ ਜਿੱਥੇ MLA ਮੰਤਰੀ ਬੈਠੇ ਹੋਣਗੇ, ਉਹਨਾਂ ਕੋਲ ਸਕਰੀਨ ਲੱਗੀ ਹੋਊਗੀ। ਸਕਰੀਨ ਦੇ ਉੱਤੇ ਹੀ ਸਾਰਾ ਡਾਟਾ ਆਊਗਾ, ਜਿਹਦੇ ਵਿੱਚ ਕੀ ਕੁਝ ਹੋ ਰਿਹਾ ਵਾ, ਕੀ ਕੁਝ ਕੀਤਾ ਹੈਗਾ, ਅੱਗੇ ਕੀ ਕੁਝ ਕਰਨਾ, ਸਾਰੀ ਪਲਾਨਿੰਗ ਉਹਦੇ 'ਤੇ ਹੋਊਗੀ। ਪੈਨ ਨਾਲ ਲਿਖਣਾ ਨਹੀਂ ਪਊਗਾ, ਪੜ੍ਹਨਾ ਹੀ ਪਊਗਾ ਔਰ ਉਹਦੇ 'ਤੇ ਕਲਿੱਕ ਕਰਨਾ ਪਊਗਾ। ਉਹ ਸਾਰਾ ਕੁਝ ਉੱਤੇ ਚਲੇਗਾ ਡਿਜੀਟਲ। ਔਰ ਇਹਦੇ 'ਚ ਪੇਪਰਲੈਸ ਹੈ, ਕੋਈ ਉਹਦੇ ਨਾਲ ਨਹੀਂ ਲਿਖਣਾ ਪੈਣਾ। ਔਰ ਇਹ ਜਿਹੜਾ ਹੈਗਾ ਇਹ ਕੁਇੱਕ ਫੈਸਲੇ ਵੀ ਹੋਣਗੇ, ਕਿਉਂਕਿ ਜਲਦੀ ਸਾਰਾ ਕੰਮ ਹੋਊਗਾ। ਪੇਪਰ ਵਾਲਾ ਉੱਧਰ ਜਾਊ, ਫਾਈਲ ਉੱਧਰ ਜਾਊਗੀ। ਜੇ ਇਹ ਗੱਲ ਹੋ ਗਈ ਤਾਂ ਜਿਹੜੀ ਤੁਸੀਂ ਹੁਣ ਗੱਲ ਕੀਤੀ, ਗਵਰਨਰ ਸਾਹਿਬ ਕਾ ਵੀ ਇੱਦਾਂ ਜਾਇਆ ਕਰੂਗਾ ਸਾਰਾ ਕੁਝ ਆਨਲਾਈਨ ਹੁੰਦਾ ਕਿ ਦਫ਼ਤਰਾਂ 'ਚ ਵੀ ਸਾਰਾ ਹੋ ਰਿਹਾ। ਸੈਂਟਰ ਗੌਰਮੈਂਟ ਦੇ ਸਾਰੇ ਦਫ਼ਤਰਾਂ ਵਿੱਚ ਅਪਰੂਵਲ ਜੋ ਕੁਝ ਹੁੰਦੀ ਹੈ, ਲਿਖਣਾ ਪੜ੍ਹਨਾ ਸਾਰਾ ਉਹਦੇ 'ਤੇ ਹੁੰਦਾ। ਔਰ ਉਹਦਾ ਡਾਟੇ ਜਿਹੜੇ ਕੰਪਿਊਟਰ 'ਚ ਪਾਏ ਆ, ਕੰਪਿਊਟਰ ਦਾ ਯੁੱਗ ਹੈਗਾ। ਬਾਹਰਲੇ ਦੇਸ਼ਾਂ 'ਚ ਤਾਂ ਬੜੀ ਦੇਰ ਦਾ ਹੋ ਰਿਹਾ, ਸਾਨੂੰ ਹੁਣ ਹੋਸ਼ ਆਈ ਆ, ਹੁਣ ਅਸੀਂ ਕਰ ਰਹੇ ਹਾਂ। ਔਰ ਉਹਦੇ ਵਿੱਚ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਇਹਨੂੰ ਕੰਪਿਊਟਰ ਨੂੰ ਬਹੁਤ ਪੜ੍ਹਨਾ ਲਿਖਣਾ ਕਰਨਾ ਆਉਂਦਾ। ਪੁਰਾਣੇ ਬਜ਼ੁਰਗਾਂ ਲੋਕਾਂ ਨੂੰ ਨਹੀਂ ਸੀ ਆਉਂਦਾ, ਕਿਉਂਕਿ ਯੁੱਗ ਹੀ ਸਾਡਾ ਜਿਹੜਾ ਹੁਣ ਸ਼ੁਰੂ ਹੋਇਆ। ਔਰ ਇਹਦੇ ਵਿੱਚ ਵਿਧਾਨ ਸਭਾ ਵਿੱਚ ਜੇ ਸਾਰੀ ਪ੍ਰਕਿਰਿਆ ਸ਼ੁਰੂ ਹੋ ਗਈ ਤਾਂ ਲੋਕਾਂ ਦੇ ਫੈਸਲੇ, ਲੋਕਾਂ ਨੂੰ ਸਹੂਲਤਾਂ ਔਰ ਪਬਲਿਕ ਨੂੰ ਜੋ ਇਨਫੋਰਮੇਸ਼ਨ ਆ A to Z ਸਾਰੀ ਦੀ ਸਾਰੀ 2-2
ਦਿਨਾਂ ਦੇ ਵਿੱਚ ਇੱਕ ਦਿਨਾਂ ਦੀ ਬਜਾਏ ਇਹ 1 ਘੰਟੇ ਵਿੱਚ ਪਹੁੰਚ ਜਾ ਕਰੂਗੀ। ਬਿਲਕੁਲ ਠੀਕ ਹੈ, ਨਾਲੇ ਕੰਮ ਦੀ ਸਪੀਡ ਵਧੇਗੀ, ਜੀ ਨਾਲੇ ਜਲਦੀ ਫੈਸਲੇ ਹੋਣਗੇ, ਇਹ ਜ਼ਰੂਰੀ ਚੀਜ਼ ਹੈ। ਹਾਂ ਇਸ ਸਮੇਂ ਦੇ ਨਾਲ ਨਾਲ ਤਬਦੀਲੀਆਂ ਹੋਣੀਆਂ ਹੀ ਚਾਹੀਦੀਆਂ ਨੇ। ਜੀ ਹੁਣ ਆਪਾਂ ਅੱਗੇ ਚੱਲੀਏ। ਜੀ ਪਿਛਲੇ ਦਿਨੀ ਆਪਾਂ ਦੇਖਿਆ ਸੀ ਢਿੱਲੋਂ ਬ੍ਰਦਰਸ 2 ਜਣਿਆਂ ਨੇ ਜਿਹੜੀ ਖੁਦਕੁਸ਼ੀ ਕੀਤੀ ਸੀ, ਕਿਉਂਕਿ ਪੁਲਿਸ ਡਿਪਾਰਟਮੈਂਟ ਦੇ ਕੁਝ ਆਫੀਸਰਸ ਨੇ ਜੇਲ੍ਹ ਦੇ ਅੰਦਰ, ਉਹਨਾਂ ਦੀ ਥਾਣੇ ਦੇ ਅੰਦਰ ਬੇਇੱਜ਼ਤੀ ਕੀਤੀ, ਜਿਸ ਤੋਂ ਉਹਨਾਂ ਨੇ ਤੰਗ ਆ ਕੇ ਦੋਵਾਂ ਭਰਾਵਾਂ ਨੇ ਖੁਦਕੁਸ਼ੀ ਕਰ ਲਈ। ਜੀ ਉਹ ਆਫੀਸਰਸ ਭੱਜੇ ਹੋਏ ਸੀ, ਹੁਣ ਵੀ ਭੱਜੇ ਹੋਏ ਨੇ, ਔਰ ਉਹਨਾਂ ਨੇ ਆਪਣੀਆਂ ਜ਼ਮਾਨਤਾਂ ਵਾਸਤੇ ਅਰਜ਼ੀ ਦਿੱਤੀ ਹੋਈ ਸੀ ਕੋਰਟ ਦੇ ਵਿੱਚ, ਜਿਹਨੂੰ ਆਪਾਂ ਐਂਟੀਸਿਪੇਟਰੀ ਬੇਲ ਕਹਿੰਦੇ ਆ, ਜੀ ਉਹ ਰੱਦ ਹੋ ਗਈਆਂ ਨੇ। ਹਾਂ, ਇਹ ਗੱਲ ਐਡੀ ਹੈਗੀ ਆ ਕਿ ਜਿਹੜਾ ਟ੍ਰੈਜਡੀ ਹੋਈ ਉਹਨਾਂ ਦੇ ਮਾਂ ਪਿਓ ਨਾਲ, ਬਹੁਤ ਵੱਡੀ ਟ੍ਰੈਜਡੀ ਹੋਈ ਹੈ। ਜਸ਼ਨਵੀਰ ਢਿੱਲੋਂ ਔਰ ਮਾਨਵਜੀਤ ਢਿੱਲੋਂ ਦੋਵੇਂ ਭਰਾ ਸੀਗੇ, ਔਰ ਇਹਨਾਂ ਨੂੰ ਇੰਨਾ ਕੁ ਮਾਨਸਿਕ ਤੌਰ ਤੇ ਪੀੜਿਤ ਕੀਤਾ SHO ਡਿਵੀਜ਼ਨ ਨੰਬਰ 1 ਜਲੰਧਰ ਨੇ, ਔਰ ਉਹ ਬੱਚੇ ਨਹੀਂ ਸਹਾਰ ਸਕੇ ਇਸ ਗੱਲ ਨੂੰ। ਉਹਨਾਂ ਦੀ ਪੱਗ ਵੀ ਉਛਾਲੀ ਗਈ ਆ, ਔਰ ਉਹਨਾਂ 'ਤੇ 57 ਤੇ ਮੁਕੱਦਮਾ ਵੀ ਦਾਇਰ ਕੀਤਾ ਗਿਆ, ਉਹਨੂੰ ਮਾਰਿਆ ਵੀ ਗਿਆ ਸਾਰਾ ਕੁਝ। ਤੇ ਛੋਟਾ ਭਰਾ ਦਾ ਵੇਖਦਾ ਸੀਗਾ, ਜਦੋਂ ਵੇਖਦਾ ਸੀਗਾ, ਉਹ ਇੱਕ ਕਿਸੇ ਕੰਮ ਦੇ ਭਲੇ ਲਈ ਗਏ ਸੀਗੇ, ਇੱਕ ਲੜਕੀ ਸੀ, ਉਹਨੂੰ ਉਹਨਾਂ ਦੇ ਸਹੁਰਾ ਪਰਿਵਾਰ ਨਹੀਂ ਸੀ ਰੱਖਦਾ, ਔਰ ਉਹਦਾ ਜਿਹੜਾ ਫੈਸਲਾ ਉੱਥੇ ਹੋਣਾ ਸੀ ਉਹਨੂੰ ਡੀਲ ਕਰ ਰਹੀ ਸੀ ਇੱਕ ਕੰਸਟੇਬਲ, ਉਹਦਾ ਨਾਮ ਜਗਜੀਤ ਕੌਰ ਸੀ, ਔਰ ਇੱਕ ASI ਸੀਗਾ ਬਲਵਿੰਦਰ ਕੁਮਾਰ, ਔਰ ਓਵਰਆਲ SHO ਨਵਦੀਪ ਸਿੰਘ। ਔਰ ਜਦੋਂ ਇਹ ਕੇਸ ਹੋਇਆ ਉੱਥੇ, ਉਹਨੂੰ ਉਹ ਬੁਰਾ ਭਲਾ ਕਿਹਾ, ਔਰ ਉਹ ਮੁੰਡਾ ਵੀ ਹੋ ਸਕਦਾ ਕੁਝ ਨਾ ਕੁਝ ਤਾਂ ਜਵਾਬ ਦੇਣਾ ਹੀ ਬਣਦਾ, ਉਹਨੇ ਕਿਹਾ ਹੋਊਗਾ SHO ਨੂੰ। ਉਸ SHO ਨੇ ਨਹੀਂ ਸਾਰਿਆ, ਉਹਨੂੰ ਫਿਰ ਉਹਦੀ ਕਸਟਡੀ 'ਚ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਛੋਟਾ ਵੇਂਦਾ ਰਿਹਾ, ਛੋਟੇ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ, ਜਦੋਂ ਬਾਹਰ ਆਏ ਅਗਲੇ ਦਿਨ ਉਹਨਾਂ ਦੀ ਜ਼ਮਾਨਤ ਕਰਾ ਕੇ ਚਲੇ ਗਏ। ਉਹ ਬਿਆਸ ਦਰਿਆ ਗੋਂਦਵਾਲ ਸਾਹਿਬ ਦੇ ਨੇੜੇ ਆ, ਉੱਥੇ ਜਾ ਕੇ ਛਾਲ ਮਾਰ ਲਈ ਗਿਆ, ਸੁਸਾਈਡ ਕਰ ਲਈ। ਉਹਦੇ ਮਗਰ 2 ਗੱਡੀਆਂ ਲਾ ਕੇ ਉਹ ਹੀ ਗਏ, ਮਾਨਵਜੀਤ ਔਰ ਉਹਦਾ ਬ੍ਰਦਰ ਸੀਗਾ ਮਾਸੀ ਦਾ ਮੁੰਡਾ। ਉਹਨਾਂ ਜਾ ਕੇ ਉਹਨੂੰ ਵੇਖ ਲਿਆ, ਉਨੀ ਦੇਰ ਤੱਕ ਕੁਝ ਨਹੀਂ ਕੀਤਾ, ਉਹਨੂੰ ਫੜਿਆ, ਉਹਨੂੰ ਪਿਆਰ ਕੀਤਾ, ਔਰ ਉਹਦੇ ਬਾਅਦ ਆਪਣੀ ਮਾਂ ਨੂੰ ਜਦੋਂ ਮਾਨਵਜੀਤ ਫੋਨ ਕਰਨ ਲੱਗਾ, ਉਹਦਾ ਧਿਆਨ ਥੱਲੇ ਫੋਨ ਦੇ ਗਿਆ, ਇਨ ਬਿਟਵੀਨ ਉਹਨੇ ਪਗੜੀ ਰੱਖ ਕੇ ਤੇ ਛਾਲ ਮਾਰਤੀ ਬਿਆਸ ਦਰਿਆ ਦੇ ਕੰਢੇ ਦੇ ਤੋਂ, ਪੁਲ ਦੇ ਤੋਂ, ਔਰ ਉਹਨਾਂ ਨੇ ਉਹਨੇ ਮਗਰੇ ਉਹਦੇ ਦੂਜੇ ਵੱਡੇ ਭਰਾ ਨੇ ਮਾਰ ਦਿੱਤੀ ਉਹਨੂੰ ਬਚਾਉਣ ਲਈ। ਵੱਡਾ ਛੋਟਾ ਭਰਾ ਸੀਗਾ, ਨਹੀਂ ਸਾਰਿਆ ਗਿਆ। ਔਰ ਉਦੋਂ ਹੜ੍ਹ ਇੰਨੇ ਜ਼ੋਰਾਂ ਦੀ ਲਹਿਰਾਂ ਬਿਆਸ ਦਰਿਆ ਦੀਆਂ, ਤੁਸੀਆਂ ਟੁੱਟੀਆਂ ਪਈ ਸੀ ਆਸੇ ਪਾਸੇ। ਉਹ ਮੁੜ ਕੇ ਜਾ ਕੇ 17 ਅਗਸਤ ਦੀ ਗੱਲ ਆ, 17 ਅਗਸਤ ਦੀ ਗੱਲ ਹੈ, ਔਰ ਉਦੋਂ ਉਹਦੀ ਡੈੱਡ ਬਾਡੀ ਬੜੀ ਦਿਨਾਂ ਬਾਅਦ ਇੱਥੇ ਇੱਕ ਧੁੰਦਾ ਪਿੰਡ ਆ, ਉਹਦੇ ਮੰਡ ਦੇ ਵਿੱਚੋਂ ਇੱਕ ਕਿਸਾਨ ਨੂੰ ਮਿਲੀ ਆ। ਫਿਰ ਇਹਨਾਂ ਦੇ ਮਦਰ ਫਾਦਰ ਲੈ ਕੇ ਆਏ ਉਹਨਾਂ ਨੂੰ, ਫਿਰ ਇੱਥੇ ਜਲੰਧਰ ਸੰਸਕਾਰ ਕੀਤਾ। ਅਜੇ ਤੱਕ ਮਾਨਵਜੀਤ ਦੀ ਡੈੱਡ ਬਾਡੀ ਨਹੀਂ ਮਿਲੀ, ਔਰ ਉਹ ਪਰਿਵਾਰ ਐਸੇ ਟ੍ਰੈਜਡੀ 'ਚੋਂ ਗੁਜ਼ਰ ਰਿਹਾ, ਨਾ ਸੌਂ ਰਿਹਾ, ਨਾ ਬੈਠ ਰਿਹਾ, ਨਾ ਇੰਨੇ ਰੈਸਟਲੈਸ ਲੋਕ ਨੇ, ਔਰ ਉਹ ਉਹਨਾਂ ਦਾ ਪਰਿਵਾਰ। ਤੇ ਉਦੋਂ ਬਾਅਦ ਇਹਨਾਂ ਨੇ ਜ਼ਮਾਨਤ ਲਾਤੀ ਐਂਟੀਸਿਪੇਟਰੀ, ਔਰ ਉਹ ਰੱਦ ਕਰ ਦਿੱਤੀ, ਉਹਨੇ ਕੈਂਸਲ ਕਰਤੀ ਹੈ ਕਪੂਰਥਲਾ ਦੇ ਜੁਡੀਸ਼ਰੀ 'ਚੋਂ, ਅਦਾਲਤ 'ਚੋਂ। ਔਰ ਉਹ ਤਿੰਨਾਂ ਨੂੰ ਅਜੇ ਉਹ ਭਗੌੜੇ ਆ। ਔਰ ਦੂਜੀ ਗੱਲ ਹੈ, ਜਿਹੜੇ ਲੋਕ ਕਹਿ ਰਹੇ ਨੇ ਕਿ ਅਜੇ ਤੱਕ ਉਹ ਕੈਪਚਰ ਨਹੀਂ, ਫੜੇ ਕਿਉਂ ਨਹੀਂ, ਗ੍ਰਿਫਤਾਰ ਕਿਉਂ ਨਹੀਂ ਕੀਤਾ, ਜਦੋਂ ਕਿ ਵੱਡੇ ਵੱਡੇ ਜਿਹੜੇ ਲੁੱਟਾਂ ਖੋਹਾਂ ਕਰਦੇ ਆ। ਹੁਣ ਕਮਿਸ਼ਨਰ ਜਿਹੜੇ ਲੁਧਿਆਣਾ ਨੇ, ਇਹਨੇ 2 ਮਿੰਟ 'ਚ ਜਾ ਕੇ ਜਿਹੜੇ ਉੱਥੇ ਇੱਕ ਜਗਦੀਸ਼ ਸੀਗਾ ਆਪਣਾ ਗਰਚਾ ਜੀ ਮਿਨਿਸਟਰ ਰਹੇ ਆ, ਉਹਨਾਂ ਨੂੰ ਬੇਹੋਸ਼ ਕਰਕੇ ਭੱਜ ਗਏ ਸੀ। ਉਹਨਾਂ ਨੂੰ ਨੇਪਾਲ ਦਾ ਹੀ ਸਰਵੈਂਟ, ਉਹਨੂੰ ਫੜ ਲਿਆ, ਉੱਥੇ ਉਹਦੇ ਨਾਲ ਦਿਆਂ ਨੂੰ ਫੜ ਲਿਆ। ਔਰ ਪੰਜਾਬ 'ਚੋਂ ਹੀ ਕਿਉਂ ਨਹੀਂ ਫੜੇ ਗਏ। ਔਰ ਉਹ ਜਿਹੜਾ ਨਵਦੀਪ ਸਿੰਘ, ਉਹਦੀ ਵਾਈਫ ਨੇ ਵੀ ਬੜਾ ਕੁਛ ਮਜੀਠੀਆ ਸਾਹਿਬ ਨੂੰ ਉੱਧਰੋਂ ਕਿਹਾ ਜਵਾਬ ਦੇ ਵਿੱਚ, ਜੋ ਰਿਪਲਾਈ ਕੀਤੀ ਹੈ। ਉੱਧਰੋਂ ਮਜੀਠੀਆ ਸਾਹਿਬ ਇੱਥੇ ਆਏ ਸੀਗੇ, ਔਰ ਸੁਖਬੀਰ ਬਾਦਲ ਜੀ ਆਏ ਸੀ, ਔਰ ਬੜਿੰਗ ਸਾਹਿਬ ਆਏ ਸੀਗੇ ਇਹਨਾਂ ਦੀ ਅਫਸੋਸ ਕਰਨ ਲਈ, ਜਿਹਦੇ 2 ਬੱਚੇ ਪਰਿਵਾਰ 'ਚੋਂ ਵਿਛੜ ਜਾਣ, ਮਰ ਜਾਣ, ਉਹਨਾਂ ਦਾ ਰਹਿੰਦਾ ਕੀ ਹੈਗਾ। ਔਰ ਦੂਜੇ ਪਾਸੇ ਪੁਲਿਸਾਂ ਨੂੰ ਘੱਟੋ ਘੱਟ ਸਜ਼ਾ ਤਾਂ ਪੁਲਿਸ SHO ਨੂੰ ਮਿਲਣੀ ਚਾਹੀਦੀ ਹੈ ਜਿਹਨੇ ਪੀੜਿਤ ਕੀਤਾ। ਹੋਰ ਉਹ ਕਿਸੇ ਨਾਲ ਉਹਨਾਂ ਨੇ ਥਾਣੇ ਵਿੱਚ ਕੋਈ ਹੁਲੜਬਾਜ਼ੀ ਨਹੀਂ ਕੀਤੀ, SHO ਨੂੰ ਕੋਈ ਮਾਰਿਆ ਕੁੱਟਿਆ ਨਹੀਂ, ਕੁਝ ਨਹੀਂ ਹੈਗਾ। ਨਹੀਂ ਤਾਂ ਜਵਾਨ ਮੁੰਡੇ ਸਿੱਧੇ ਵੀ ਪੈ ਜਾਂਦੇ ਜੇ SHO ਕਿਤੇ ਜ਼ਿਆਦਾ ਹੁਲੜਬਾਜ਼ੀ ਕਰਦਾ, ਪਰ ਉਹਨਾਂ ਨੇ ਕੁਝ ਨਹੀਂ ਕੀਤਾ, ਉਹਨਾਂ ਕਾਨੂੰਨ ਦੇ ਦਾਇਰੇ ਵਿੱਚ ਹੀ ਰਹੇ ਆ। ਪਰ ਅੱਜ ਤੱਕ ਉਹ ਅੱਜ ਜੋ ਕੁਝ ਹੋਇਆ, ਨਾ ਤਾਂ ਉਹਨਾਂ ਨੂੰ ਕੋਈ ਸਜ਼ਾ ਪੂਰੀ ਹੋਈ ਆ, ਡਿਸਮਿਸ ਕੀਤਾ ਉਹਨੂੰ SHO ਨੂੰ, ਪਰ ਉਹਦੇ ਬਾਅਦ ਗ੍ਰਿਫਤਾਰੀ ਨਹੀਂ ਹੋਈ। ਹੁਣ ਬੇਲ ਲੈ ਰਿਹਾ ਸੀਗਾ। ਹੋ ਸਕਦਾ ਪੰਜਾਬ ਪੁਲਿਸ ਨੇ ਇਸ ਕਰਕੇ ਅਰੈਸਟ ਨਹੀਂ ਕੀਤਾ ਕਿ ਉਹਨੂੰ ਬੇਲ ਮਿਲ ਜਾਣੀ ਹੈ, ਫਿਰ ਜ਼ਮਾਨਤ ਮਿਲਣ ਤੋਂ ਬਾਅਦ ਜੁਡੀਸ਼ਰੀ 'ਚ ਜਾਊਗਾ। SHO ਤਾਂ ਜੀਂਦਾ, ਉਹ ਤਾਂ ਜੁਡੀਸ਼ਰੀ 'ਚ ਜਾਊਗਾ, ਸਜ਼ਾ ਵੀ ਭੁਗਤ ਸਕਦਾ। ਮੁੰਡੇ ਤਾਂ ਵਾਪਸ ਨਹੀਂ ਆਉਣੇ ਦੋਵੇਂ। ਉਦੋਂ ਬਾਅਦ ਉਹ ਬਜ਼ੁਰਗ ਨੇ ਮਾਂ ਪਿਓ, ਔਰ ਇਹਦੇ 'ਤੇ ਸਾਰਿਆਂ ਨੇ ਜਿਹੜਾ ਹੈਗਾ ਅਫਸੋਸ ਜ਼ਾਹਰ ਕੀਤਾ। ਪੂਰੇ ਦੇਸ਼ਾਂ, ਬਾਹਰਲੇ ਦੇਸ਼ਾਂ ਵਿੱਚ ਬੈਠੇ NRA ਵੀ ਹੈ। ਇਹ ਹੈਗੇ ਸਾਡੇ ਪੰਜਾਬ ਦੀ ਸਿਆਸਤ, ਇਹ ਹੈਗੀ ਪੰਜਾਬ ਦੀ ਪੁਲਿਸਗਿਰੀ, ਔਰ ਇਹ ਹੈਗੀ ਸਾਡੇ ਦੇ ਫੈਸਲਾ ਕੁਨ ਜੋ ਕਿ ਅਸੀਂ ਫੈਸਲਾ ਲੈਂਦੇ ਹਾਂ। 2 ਬੱਚਿਆਂ ਦਾ ਇਸ ਜਹਾਨ ਤੋਂ ਚਲੇ ਜਾਣਾ, ਔਰ ਮਾਂ ਪਿਓ ਦਾ ਇਕੱਲੇ ਰਹਿ ਜਾਣਾ, ਕਿੱਡੀ ਵੱਡੀ ਜਿਹੜੀ ਦੁਖਾਂਤ ਦੀ ਗੱਲ ਹੈ, ਕਿੱਡੀ ਵੱਡੀ ਟ੍ਰੈਜਡੀ। ਤਾਕਤ ਦਾ ਨਸ਼ਾ, ਪਾਵਰ ਦਾ ਨਸ਼ਾ, ਸਹੀ ਗੱਲ, ਪੋਸਟ ਦਾ ਨਸ਼ਾ,
ਇਹ ਤਾਂ ਗੱਲ ਸਹੀ ਤੁਹਾਡੀ। ਇਹ ਜਿਹੜੇ ਪਰ ਹੋ ਸਕਦਾ ਇਹਦੇ ਨਾਲ ਲੋਕਾਂ ਕਿੰਨਿਆਂ ਨਾਲ ਕੀਤਾ ਹੋਊਗਾ। ਇੱਕ ਮੁੰਡਾ ਹੋਰ ਹੀ ਬੋਲ ਰਿਹਾ ਸੀ ਅੱਗੇ ਵੀਡੀਓ ਤੇ ਕਿ ਇਹਨੇ ਮੇਰੇ ਨਾਲ ਵੀ ਇਹੋ ਹੀ ਕੁਝ ਕੀਤਾ, ਮੇਰੇ ਨਾਲ ਵੀ ਇਹਨੇ ਨਵਦੀਪ ਸਿੰਘ ਜਿਹੜਾ ਥਾਣੇਦਾਰ ਆ, ਇਹਨੇ ਮੈਨੂੰ ਮਾਰਿਆ ਕੁੱਟਿਆ ਸੀ, ਮੈਨੂੰ ਅਰੈਸਟ ਕੀਤਾ ਹੈਗਾ, ਮੈਂ ਕਿਸੇ ਦੇ ਫੈਸਲੇ ਲਈ ਗਿਆ ਸੀਗਾ ਔਰ ਮੈਨੂੰ ਕਹਿੰਦਾ ਤੂੰ ਬਹਿ ਜਾ, ਬਾਕੀਆਂ ਨੂੰ ਭੇਜ ਦਿੱਤਾ ਔਰ ਮੈਨੂੰ ਆਂਦਾ ਉਦੋਂ ਬਾਅਦ ਇੰਨਾ ਟੌਰਚਰ ਕੀਤਾ, ਮੈਂ ਸੌਂ ਨਹੀਂ ਸਕਦਾ ਤੇ ਗੱਲ ਨਹੀਂ ਦੱਸ ਸਕਦਾ ਜੋ ਕੁਝ। ਇਹ ਕਿੱਧਰ ਦੀ ਪੁਲਿਸ ਹੈਗੀ ਹੈ ਔਰ ਕਿੱਧਰ ਦਾ ਪਬਲਿਕ ਨਾਲ ਰਿਲੇਸ਼ਨ ਹੈਗਾ ਕਿ ਇਹਨਾਂ ਕੁਝ ਤੁਸੀਂ ਲੋਕਾਂ ਨਾਲ ਕਰਕੇ ਤੇ ਫਿਰ ਤੁਸੀਂ ਸਾਫ਼ ਦੇ ਸਾਫ਼ ਜੇ। ਔਰ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਨਹੀਂ ਦਿੰਦਾ, ਕਦੀ ਨਹੀਂ। ਪਬਲਿਕ ਸਰਵੈਂਟ ਹੈ, ਸਾਰੇ ਕੰਮ ਕਰਨ। ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਆ, ਨਾ ਜਿਹੜੇ ਕਾਨੂੰਨ ਦੇ ਰਖਵਾਲੇ। ਬਿਲਕੁਲ ਬਿਲਕੁਲ, ਧਾਰਾ ਲਾਉਣ ਦੇ ਮਿੰਟ ਜੀ। ਔਰ ਉਹਦਾ ਪਿਛੋਕੜ ਕੀ ਆ, ਉਹਨੇ ਕੀਤਾ ਕੀ ਹੈਗਾ, ਉਹਦਾ ਇਹ ਵੀ ਦੱਸੋ। ਪਰਚਾ ਲਿਖ ਦੇਣਾ, ਉਹਨੂੰ ਜਿਹੜਾ ਪਰਚਾ ਲੌਸ ਕਰ ਦੇਣਾ, ਉਹਦੇ 'ਚ ਇਹ ਗੱਲ ਗਲਤ ਹੈਗੀ ਆ ਕਿ ਉਹ ਲੋਕਾਂ ਤੇ ਬਗੈਰ ਮਤਲਬ ਹੀ ਧਾਰਾ ਲਾ ਦੇਣੀ ਹੈ। ਔਰ ਸਾਡੇ ਸਾਹਮਣੇ ਇਹ ਵੀ ਰਿਪੋਰਟਸ ਆਉਂਦੀਆਂ ਨੇ ਕਿ ਗਲਤ ਪਰਚੇ ਵੀ ਦੇ ਦਿੰਦੇ ਨੇ ਕਈ ਲੋਕ, ਗਲਤ ਹੁੰਦੇ ਐਵੇਂ ਹੀ ਨਸ਼ਾ ਪਾ ਦਿਓ, ਕਿਸੇ ਦੇ ਸਿਰ ਦੇ ਉੱਤੇ 4 ਕੈਪਸੂਲਸ ਨਸ਼ੇ ਦੇ ਪਾ ਦਿਓ, ਕਿਸੇ ਦੇ ਉੱਤੇ ਅਫੀਮ ਪਾ ਦਿਓ, ਕਿਸੇ ਦੇ ਉੱਤੇ ਉਹ ਚੂਰਾ ਪੋਸਟ ਪਤਾ ਨਹੀਂ ਕੀ ਸੁਆਖੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਪਾ ਦਿਓ, ਉਹਨੂੰ ਚੁੱਕ ਕੇ ਝੂਠਾ ਪਰਚਾ ਦੇ ਕੇ ਚਲੋ ਅੰਦਰ। ਇਹ ਵੀ ਕਰਦੇ ਨੇ ਕਈ ਲੋਕ, ਇਹ ਵੀ ਰਿਪੋਰਟਾਂ ਸਾਨੂੰ ਮਿਲਦੀਆਂ ਨੇ। ਜਿਹੜੇ ਕਹਿੰਦੇ ਵਾੜ ਖੇਤ ਖਾਏਗੀ ਵਾੜ ਤਾਂ ਖੇਤ ਬਚੂਗਾ ਕੀ। ਅੱਜ ਦੀ ਨਿਊਜ਼ ਹੈਗੀ ਆ ਕਿ ਵਿਜੀਲੈਂਸ ਦੇ ਇੰਸਪੈਕਟਰ ਜਿਹੜੇ ਸੀ ਉਹ ਪੈਸੇ ਮੰਗ ਰਹੇ ਸੀ ਔਰ ਰਿਸ਼ਵਤ ਲੈਂਦਾ ਫੜਿਆ ਗਿਆ। ਵਿਜੀਲੈਂਸ ਹੀ ਫੜ ਰਹੀ ਆ, ਤੁਸੀਂ ਦੂਜੇ ਪਾਸੇ ਉਹੀ ਕੰਮ ਕਰ ਰਹੇ। SHO ਕਈ ਫੜੇ ਗਏ ਆ ਰਿਸ਼ਵਤ ਲੈਂਦੇ ਔਰ ਉਹਦੇ ਵਿੱਚ, ਔਰ ਬਿਜਲੀ ਵਾਲੇ ਵੀ, ਔਰ ਉਹਦੇ ਵਿੱਚ ਕਿੰਨੇ ਅਧਿਕਾਰੀ ਆ। ਹਾਲਾਂਕਿ ਚਲੋ ਜਿਹੜੀ ਵੀ ਗੱਲ ਹੈ, ਭਗਵੰਤ ਮਾਨ ਨੇ ਜਿਹੜੀ ਉਹ ਹੈਲਪਲਾਈਨ ਦਿੱਤੀ ਵੀ ਸੀ, ਸਾਰਾ ਕੁਝ ਉਹਨਾਂ ਤੇ ਇੱਕ ਵਾਰੀ ਕੋਸ਼ਿਸ਼ ਕੀਤੀ ਆ। ਪਰ ਹੁਣ ਇਹ ਥੋੜ੍ਹਾ ਹੈਗਾ ਕਿ ਉਹ ਲੋਕਾਂ ਨੂੰ ਕਹਿਣਗੇ ਕਿ ਤੁਸੀਂ ਪੈਸੇ ਨਾ ਲਓ, ਜਿਹੜੇ ਰਿਸ਼ਵਤ ਲੈਂਦੇ ਆ ਉਹਨਾਂ ਨੂੰ ਤਾਂ ਇਹਨਾਂ ਸਮਝਾਇਆ। ਪਰ ਜਦੋਂ ਕੰਮ ਕਰਾਉਣ ਵਾਲੇ ਕੋਲ ਪੈਸੇ ਮੰਗਦੇ, ਵਿਚਾਰਾ ਕੀ ਕਰੂਗਾ? ਕਿਸੇ ਕੋ ਫਰਿੱਜ ਲੈਣੀ, ਕਿਸੇ ਕੋ ਫਰਦ ਲੈਣੀ ਹੈ, ਕਿਸੇ ਕੋ ਆਪਣਾ ਸਰਟੀਫਿਕੇਟ ਬਣਾਉਣਾ, ਉਹਦੇ ਪੈਸੇ ਮੰਗ ਰਹੇ ਆ। ਡਾਕਟਰ ਵੀ ਮੰਗ ਰਹੇ ਆ। ਕਿਹੜਾ ਮਹਿਕਮਾ ਬਚਿਆ ਜਿਹਦੇ ਵਿੱਚ ਇਹ ਨਹੀਂ ਹੈਗਾ? ਤੇ ਹੈਲਪਲਾਈਨ ਇਕੱਲੀ ਕੀ ਕਰੂਗਾ ਔਰ ਭਗਵੰਤ ਮਾਨ ਇਕੱਲਾ ਕੀ ਕਰੂਗਾ? ਇਹੀ ਹਾਲ ਨਸ਼ਿਆਂ ਦਾ, ਇਹੀ ਹਾਲ ਭ੍ਰਿਸ਼ਟਾਚਾਰ ਦਾ, ਇਹੀ ਹਾਲ ਰਿਸ਼ਵਤ ਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਲ ਝੂਠੇ ਕੇਸਾਂ ਦਾ, ਇਹੀ ਹੈ, ਇਹੀ ਹਾਲ ਹੈ। ਮਤਲਬ ਜਿਹੜੀ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਨਾ ਕਿ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਰਿਸ਼ਵਤ ਦੇ ਕੇ ਬਾਹਰ ਆ ਗਿਆ, ਇਸ ਗੱਲ ਨੂੰ ਨੱਥ ਪਾਣੀ ਚਾਹੀਦੀ ਹੈ। ਔਰ ਭਗਵੰਤ ਮਾਨ ਸਾਹਿਬ ਦਾ ਤੁਸੀਂ ਵਾਕਈ ਕਿਹਾ ਕਿ ਇਕੱਲੇ ਬੰਦੇ ਦਾ ਕੰਮ ਤੇ ਨਹੀਂ ਹੈ, ਕੰਮ ਨਹੀਂ ਹੈਗਾ ਵੀ ਲੋਕਾਂ ਨੂੰ ਸਮਝਾ ਦੇ ਜਾਂ ਕੰਨਾਂ 'ਚ ਫੂਕ ਮਾਰ ਦੇ, ਆ ਨਾ ਕੰਮ ਕਰੋ। ਇਹ ਤਾਂ ਟੀਮ ਵਰਕ ਹੈ। ਇਹ ਕੋਈ ਵੀ ਵੱਡੇ ਤੋਂ ਵੱਡਾ ਮੁੱਖ ਮੰਤਰੀ ਆ ਜੇ, ਗਵਰਨਰ ਆ ਜੇ, ਰਾਸ਼ਟਰਪਤੀ ਆ ਜੇ, ਇਹ ਕੰਮ ਨਹੀਂ ਕਾਬੂ 'ਚ ਆਉਣਾ। ਹਾਂ, ਆਪਾਂ ਅੱਗੇ ਵਧੀਏ। ਭਾਰਤ ਦੇ ਵਿੱਚ 2024 ਦੀਆਂ ਇਲੈਕਸ਼ਨਸ, ਅਮਰੀਕਾ ਦੇ ਵਿੱਚ 2024 ਦੀਆਂ ਇਲੈਕਸ਼ਨਸ, ਹੁਣ ਪਾਕਿਸਤਾਨ ਦੇ ਵਿੱਚ ਵੀ 2024 ਦੀਆਂ ਇਲੈਕਸ਼ਨਸ, ਕਿਉਂਕਿ ਸਾਰੀ ਸਰਕਾਰ ਬਰਖਾਸਤ ਔਰ ਵਰਕਿੰਗ ਪ੍ਰਾਈਮ ਮਿਨਿਸਟਰ ਹੈਗੇ ਨੇ ਇਸ ਵਕਤ ਔਰ ਹੁਣ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਵੈਸੇ ਤੁਹਾਡੀ ਗੱਲ ਸਹੀ ਹੈ, ਜਿੱਦਾਂ ਮੋਦੀ ਸਾਹਿਬ ਨੇ ਕਿਹਾ ਜਾਂ BJP ਨੇ ਕਿਹਾ ਕਿ 1 ਕੰਟਰੀ 1 ਇਲੈਕਸ਼ਨ, ਇਹ 1 ਵਰਲਡ 1 ਇਲੈਕਸ਼ਨ ਹੋ ਗਈ। 1 ਵਰਲਡ ਹੀ ਹੋ ਗਿਆ। ਅਮਰੀਕਾ ਔਰ ਕੈਨੇਡਾ ਔਰ ਪਾਕਿਸਤਾਨ ਔਰ ਇੰਡੀਆ, ਵੱਡੇ ਦੇਸ਼ ਜਿਹੜੇ ਹੈਗੇ, ਜਿਹੜੇ G20 'ਚ ਅਸੀਂ ਸ਼ਾਮਲ ਹੈਗੇ ਹਾਂ, ਉਹ ਸਾਰਿਆਂ 'ਚ ਇਲੈਕਸ਼ਨ ਹੋ ਰਹੀ ਆ। ਔਰ ਉਹਦੇ ਵਿੱਚ ਸਿੰਗਾਪੁਰ ਵਾਲਾ ਵੀ ਏਰੀਆ ਆ ਰਿਹਾ। ਸਿੰਗਾਪੁਰ 'ਚ ਵੀ ਇਲੈਕਸ਼ਨ ਦੀ ਜਿਹੜਾ ਬੈਂਡ ਵੱਜ ਗਿਆ। ਔਰ ਇਹਦੇ ਵਿੱਚ ਪਾਕਿਸਤਾਨ ਦੀ ਗੱਲ ਹੈ, ਪਾਕਿਸਤਾਨ ਵਿੱਚ ਪਹਿਲੋਂ ਜਿਹੜੀ ਆ ਅਰਾਜਕਤਾ ਫੈਲੀ ਰਹੀ ਆ, ਡਿਕਟੇਟਰਸ਼ਿਪ ਬਹੁਤ ਰਹੀ ਆ। ਔਰ ਉਹਦੇ 'ਚ ਜਿੰਨੇ ਵੀ ਹੁਣ ਤੱਕ ਆਏ ਨੇ ਪ੍ਰਧਾਨ ਮੰਤਰੀ, ਉਹ ਟਿਕ ਕੇ ਨਹੀਂ ਬੈਠੇ। ਔਰ ਉਹਦੇ ਪਿੱਛੇ ਉਹ ਦੱਸਦੇ ਨੇ ਕਿ ਉਹਦੇ ਪਿੱਛੇ ਇੱਕ ਆਰਮੀ ਆ, ਆਰਮੀ ਦਾ ਜਨਰਲ ਹੁੰਦਾ, ਦੂਜੇ ਪਾਸੇ ਅਮਰੀਕਾ ਦਾ ਵੀ ਹੁੰਦਾ। ਉਹਦੇ ਵਿੱਚ ਸਾਰਾ ਕੁਝ ਜੋ ਡਿਫੈਂਸ ਦਾ ਪੈਸਾ ਬਜਟ ਹੁੰਦਾ ਅਮਰੀਕਾ ਦਿੰਦਾ, ਵੈਪਨ ਇਹ ਖਰੀਦ ਕੇ ਦਿੰਦੇ ਆ, ਸਾਰਾ ਕੁਝ ਉਹਦੇ ਨਾਲ ਇਹ ਆ। ਫਿਰ ਇਹਨਾਂ ਦਾ ਹੁਕਮ ਤਾਂ ਚੱਲੂਗੀ ਉੱਥੇ ਵੀ ਤੁਸੀਂ ਕਦੋਂ ਇਲੈਕਸ਼ਨ ਕਰਾਉਣੀ ਤੇ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ, ਕਿਹਨੂੰ ਪ੍ਰੈਜ਼ੀਡੈਂਟ ਬਣਾਉਣਾ, ਕਿਹਨੂੰ ਕੀ ਕੁਝ ਕਰਨਾ, ਇਹ ਸਾਰਾ ਕੁਝ ਉਹਨਾਂ ਦੇ ਹੱਥ ਹੁੰਦਾ। ਹੁਣ ਪਬਲਿਕ ਨੇ ਕਿਹਾ ਗਿਆ ਕਿ ਮਹਿੰਗਾਈ ਇੰਨੀ ਜ਼ੋਰਾਂ 'ਤੇ ਹੈਗੀ ਆ, ਆਟਾ ਲੈਣਾ, ਦੁੱਧ ਲੈਣਾ, ਤੇਲ ਲੈਣਾ ਔਰ ਮਸਾਲੇ ਖਰੀਦਣੇ, ਇਹ ਸਾਡੇ ਵੱਸ ਤੋਂ ਬਾਹਰ ਹੈ। ਇਲੈਕਸ਼ਨ ਕਰਾਓ ਤਾਂ ਕਿ ਜਿਹੜੀ ਆ ਫਿਰ ਉਸ ਸਥਿਤੀ 'ਚ ਆ ਜਾਏ ਸਾਰਾ ਦੇਸ਼ ਔਰ ਜਿਹੜੀ ਮਹਿੰਗਾਈ ਉਹਨੂੰ ਥੋੜ੍ਹਾ ਜਿਹਾ ਬੰਨ੍ਹ ਮਾਰਿਆ ਜਾਵੇ। ਲੋਕ ਕਹਿੰਦੇ ਨੇ ਕਿ ਇੱਥੇ ਸਾਨੂੰ ਕਮਾਈ ਕਰਕੇ ਜੋ ਘਰ ਵਿੱਚ ਲੈ ਕੇ ਜਾਂਦੇ ਆ, ਉਹ ਜਿਹੜਾ ਅੱਧਾ ਪਚੱਧਾ ਵੀ ਨਹੀਂ ਜਾਂਦਾ, ਬੱਚਿਆਂ ਦੇ ਖਾਣ ਪੀਣ ਜੋਗਾ ਵੀ ਨਹੀਂ ਹੁੰਦਾ। 300 ਤੋਂ ਉੱਤੇ ਤੇ ਪੈਟਰੋਲ ਹੈ। ਔਰ ਨਵਾਜ਼ ਸ਼ਰੀਫ ਜੀ ਨੇ ਵੀ ਪਿਛਲੇ ਦਿਨੀ ਕਿਹਾ ਕਿ ਇੰਡੀਆ ਚੰਦ ਤੇ ਪਹੁੰਚ ਗਿਆ, ਅਸੀਂ ਹਜੇ ਲੋਕਾਂ ਕੋਲੋਂ ਮਦਦ ਮੰਗਦੇ ਫਿਰਦੇ ਹਾਂ। ਟਮਾਟਾ, ਹਾਂ ਇਹੀ ਗੱਲ ਸਹੀ ਗੱਲ। ਇਹ ਗੱਲਾਂ ਨੇ। ਗੱਲ ਕੀ ਕਰੀਏ ਹੁਣ? ਗੱਲ ਇਹ ਹੈ ਕਿ ਜਦੋਂ ਦੇਖਦੇ ਹਾਂ ਪਾਕਿਸਤਾਨ ਦੇ ਉੱਤੇ ਫੌਜ ਹਾਵੀ, ਐਡਮਿਨਿਸਟ੍ਰੇਸ਼ਨ ਦੇ ਉੱਤੇ ਫੌਜ ਹਾਵੀ, ਤਮਾਸ਼ਾ ਬਣਿਆ ਹੋਇਆ। ਲੋਕਤੰਤਰ ਹੈ, ਲੋਕਤੰਤਰ ਰਹਿਣ ਦਿਓ। ਔਰ ਇਹ ਸ਼ੁਰੂ 'ਚ ਹੀ ਇਹ ਰਿਵਾਜ਼ ਬਣ ਗਿਆ ਕਿ ਜ਼ਿਆਦਾਤਰ ਫੌਜ ਹਾਵੀ, ਤੇ ਜੇ ਲੋਕਤੰਤਰ ਦੇ ਨਾਂ ਦੇ ਉੱਤੇ ਕੋਈ ਪ੍ਰਾਈਮ ਮਿਨਿਸਟਰ ਬੈਠਾ ਵੀ ਹੋਇਆ, ਉਹ ਵੀ ਫੌਜ ਦੇ ਹੱਥਾਂ ਦੀ ਕਠਪੁਤਲੀ ਹੈ
ਔਰ ਜੇ ਉਹ ਸਿਰ ਬਾਹਰ ਕੱਢੇ ਕਿ ਮੈਂ ਕਠਪੁਤਲੀ ਨਹੀਂ ਰਹਿਣਾ ਤਾਂ ਉਹਨੂੰ ਫਿਰ ਉਹ ਪ੍ਰਾਈਮ ਮਿਨਿਸਟਰ ਨਹੀਂ ਰਹਿਣ ਦਿੰਦੇ, ਉਹਦੀ ਸਰਕਾਰ ਨੂੰ ਨਹੀਂ ਰਹਿਣ ਦਿੰਦੇ, ਕਿਉਂਕਿ ਫੌਜ ਹਾਵੀ ਹੈ। ਇੱਕ ਕਵੀ ਆ ਪਾਕਿਸਤਾਨ ਦਾ, ਉਹਨੇ ਲਿਖਿਆ ਏ, ਉਹ ਕਹਿੰਦਾ ਪਾਕਿਸਤਾਨ 'ਚ ਮੌਜਾਂ ਮੌਜਾਂ ਤੇ ਜਿੱਧਰ ਵੇਖੋ ਫੌਜਾਂ ਫੌਜਾਂ, ਤੇ ਫੌਜਾਂ ਆਉਣਗੀਆਂ, ਫੌਜਾਂ ਕੰਟਰੋਲ ਕਰਨਗੀਆਂ। ਆਰਮੀ ਦੇ ਉੱਤੇ ਹੁੰਦਾ, ਜਿਹਦੇ 'ਚ ਮੁਸ਼ਰਫ ਸਾਹਿਬ ਰਹੇ ਆ ਪ੍ਰੈਜ਼ੀਡੈਂਟ, ਉਹ ਆਰਮੀ ਦੇ ਕਮਾਂਡਰ ਸੀਗੇ। ਉਹਨਾਂ ਨੇ ਪਲਟਾ ਦਿੱਤਾ ਸਿਆਸਤ ਨੂੰ ਤੇ ਆਪ ਬਣ ਗਏ। ਔਰ ਉਦੋਂ ਬਾਅਦ ਜਹੀਆ ਭੁੱਟੋ ਔਰ ਕਿੰਨੇ ਜਿਹੜੇ ਆਏ ਇੱਥੇ, ਉਹ ਸਾਰੇ ਇਹ ਤੋਂ ਪਹਿਲਾਂ ਮਿਸਟਰ ਬਾਜਵਾ ਜੀ ਸੀਗੇ, ਉਹਨਾਂ ਨੇ ਇਮਰਾਨ ਖਾਨ ਦੀ ਜਿਹੜੀ ਆ ਉਹ ਸਾਰੀ ਸਿਆਸਤ ਨੂੰ ਉਲਟਾ ਦਿੱਤਾ। ਔਰ ਉਹਨਾਂ ਦੇ ਪਿੱਛੇ ਅਮਰੀਕਾ ਸੀਗਾ। ਉਹਨਾਂ ਦੀ ਸਿਆਸਤ ਅਜੇ ਤੱਕ ਜਿਹੜੀ ਹੈਗੀ ਆ ਲੋਕਾਂ ਨਾਲ ਨਹੀਂ ਚੱਲਦੀ। ਜੋ ਪਬਲਿਕ ਵੋਟਾਂ ਪਾ ਕੇ ਬਣਾਉਂਦੀ ਆ, ਉਹਨੂੰ ਫਿਰ ਦੂਜੀ ਤਰੀਕ ਨੂੰ ਉਹਨਾਂ ਨੂੰ ਉੱਥੋਂ ਜਿਹੜਾ ਬਗਾਵਤ ਕਰਵਾ ਕੇ ਉਹਨਾਂ ਦੀ, ਤੇ ਉਹਨੂੰ ਭਜਾ ਕੇ ਤੇ ਉਹਨਾਂ ਦੇ ਕੈਂਸਲ ਜਿਹੜੀ ਕਰ ਦਿੰਦੇ ਚੋਣ, ਤੇ ਅਗਲੀਆਂ ਚੋਣਾਂ ਦਾ ਇਲੈਕਸ਼ਨ ਦਾ ਡੇਟ ਆ ਜਾਂਦੀ ਆ। ਹੁਣ ਚੋਣ ਕਮਿਸ਼ਨ ਨੇ ਕਹਿਤਾ ਕਿ ਜਨਵਰੀ ਦੇ ਲਾਸਟ ਵੀਕ ਤੱਕ ਇਲੈਕਸ਼ਨ ਹੋਊਗੀ। ਜਨਵਰੀ ਤੋਂ ਬਾਅਦ ਫਿਰ ਮਈ ਤੱਕ ਆਪਣੀ ਹੋ ਜਾਣੀ ਹੈ, ਨਾਲ ਹੀ ਹੈ। ਔਰ ਸਾਰੇ ਦੇਸ਼, ਉਹ ਗੁਆਂਢੀ ਸਾਡਾ ਦੇਸ਼ ਹੈਗਾ, ਉੱਧਰ ਵੀ ਇਹ ਚੋਣ ਨਿਸ਼ਾਨ ਦੇ ਰੌਲੇ ਪੈਣਗੇ, ਉੱਧਰ ਵੀ ਸਪੀਕਰ ਵੱਜਣਗੇ, ਵਾਹਗਾ ਬਾਰਡਰ ਦੀ ਸਰਹੱਦ ਤੱਕ ਆਵਾਜ਼ ਆਊਗੀ, ਇੱਧਰੋਂ ਸਾਡੇ ਜਿਹੜੇ ਆ ਬਿਗਲ ਵੱਜਣਗੇ ਚੋਣਾਂ ਦੇ। ਇਹੀ ਸਾਰਾ ਕੁਝ ਹੈਗਾ ਜੀ। ਸੋ ਇਹ ਸਭ ਕੁਝ ਹੈਗਾ ਜੋ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤਾ। ਜ਼ਰੂਰ। ਹੁਣ ਤੁਸੀਂ ਆਪਣੇ ਮਨ ਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲੀਏ। ਜ਼ਰੂਰ ਜੀ। ਸਤਿ ਸ਼੍ਰੀ ਅਕਾਲ।